ਸਾਊਥ ਹਾਈ ਪਲੈਂਜ ਰੋਡ ਤੇ ਹੈ। 5 ਵਜੇ ਤੋਂ ਲੈ ਕੇ 9 ਵਜੇ ਤੱਕ ਉੱਥੇ, ਤੇ ਕੱਲ੍ਹ ਨੂੰ 9 ਵਜੇ ਤੋਂ ਲੈ ਕੇ 6 ਵਜੇ ਤੱਕ ਉੱਥੇ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੀਆਂ ਪਾਰਕਿੰਗ ਹਨ ਉੱਥੇ ਲਾਉਣ ਦੀ ਕਿਰਪਾਲਤਾ ਕਰਨ, ਤੇ ਜੋ ਬੱਸ ਹਨ ਜਾਂ ਵੈਨਸ ਵਗੈਰਾ ਹਨ ਉਹਨਾਂ ਦਾ ਵੀ ਖਾਸ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ। ਗਿਆਨੀ ਜਗਜੀਤ ਸਿੰਘ ਜੀ ਅਣਖੀ ਜਿਨ੍ਹਾਂ ਦੇ ਕੋਲ ਬਹੁਤ ਭੰਡਾਰਾ ਹੈ, ਇਹਨਾਂ ਨੇ ਬੜੀ ਇਤਿਹਾਸ ਦੀ ਖੋਜ ਕੀਤੀ ਹੈ। ਜਦੋਂ ਇੱਕ ਵਾਰੀ ਉਹ ਲੱਗ ਜਾਂਦੇ ਹਨ ਤਾਂ ਫਿਰ ਲੜੀਵਾਰ ਚੱਲਦੇ ਰਹਿੰਦੇ ਹਨ। ਉਹਨਾਂ ਅੱਗੇ ਇੱਕ ਬੇਨਤੀ ਹੈ ਕਿ ਟਾਈਮ ਨੂੰ ਸੀਮਿਤ ਰੱਖਦੇ ਹੋਏ ਸੰਗਤਾਂ ਦੇ ਦਰਸ਼ਨ ਕਰਨ ਅਤੇ ਸੰਗਤਾਂ ਨੂੰ ਨਿਹਾਲ ਕਰਨ। ਭਾਈ ਸਾਹਿਬ ਭਾਈ ਜਗਦੀਸ਼ ਸਿੰਘ ਜੀ, ਅਤੇ ਉਸ ਤੋਂ ਬਾਅਦ ਬੇਨਤੀ ਹੈ ਭਾਈ ਹਰਭਜਨ ਸਿੰਘ ਜੀ, ਉਹ ਵੀ ਸਟੇਜ ਦੇ ਲਾਗੇ ਆ ਜਾਣ। ਉਹਨਾਂ ਨੇ ਵੀ 10 ਮਿੰਟ ਵਾਸਤੇ ਕੀਰਤਨ ਕਰਨਾ ਹੈ। ਜਦੋਂ ਪ੍ਰੋਗਰਾਮ ਐਸਾ ਚਲਾਉਣਾ ਹੈ, ਸੰਗਤ ਦੀ, ਪ੍ਰਬੰਧਕਾਂ ਦੀ ਅਤੇ ਬੁਲਾਰਿਆਂ ਦੀ ਸਖਤ ਮਦਦ ਦੀ ਲੋੜ ਹੈ। ਉਹਨਾਂ ਕਰਕੇ ਹੀ ਇਹ ਸਾਰਾ ਕੰਮ ਚੱਲਦਾ ਰਹੇਗਾ। ਹੋਰ ਸਾਧ ਸਿੰਘ ਜੀ, ਕੱਲ੍ਹ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਵੇਗਾ ਨਗਰ ਕੀਰਤਨ ਤੋਂ ਬਾਅਦ। ਉਹਦੇ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕਥਾ ਵੀ ਕਰਨਗੇ, ਆਪ ਜੀ ਨੂੰ ਬੰਦੀ ਛੋੜ ਦਿਵਸ ਬਾਰੇ ਚਾਨਣਾ ਵੀ ਪਾਉਣਗੇ। ਸੋ ਸੰਗਤਾਂ ਚਰਨਾਂ 'ਚ ਬੇਨਤੀ ਹੈ ਕਿ ਜ਼ਰੂਰ ਸ਼ਾਮ ਨੂੰ ਆਉਣ ਦੀ ਕਿਰਪਾਲਤਾ ਕਰਨੀ, ਨਗਰ ਕੀਰਤਨ ਤੋਂ ਬਾਅਦ ਵੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਆ ਭਾਈ ਸਾਹਿਬ ਜੀ ਜਗਦੀਸ਼ ਸਿੰਘ ਅਣਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गगन दमामा बाजियो परियो निशाना घाओ, खेत जो मांडियो शोरमा अब जूझन को दाओ। समा बहुत घट है। आओ सब तो पहला जो समूह संगतां काफ़ी दिनों तो धन धन साहिब श्री गुरु नानक देव जी महाराज जी के प्रकाश उत्सव वास्ते हर रोज़ हाज़रियां भरदियां ने, अते सारे संसार दे विच ही जिथे जिथे सिख जगत है सारिਆਂ ਦੇ ਮਨਾਂ ਦੇ ਵਿੱਚ ਇਹ ਚਾਅ ਹੈ। सो गुरु साहिब की आओ बख्शिश कीते हुए आवाज़े नूं बुलंद करिए, रसना पवित्र करिए। गज वज के बुलाओ, वाहिगुरू जी का खालसा, वाहिगुरू जी की फतेह। बुक्कै सिंह मरगावली भन्नी जै ना धीर धरोवा। गुरु पातशाह क्यों आए जगत ते? आम दुनिया के क्वेश्चन ने कि मेरे पातशाह नूं क्यों आउणा पिया। इतिहास की अगर खोज में जाइए तो इतिहास जड़ा बड़ा धुंधला सी उस समय। किहो जे हालात सन, दुनिया जड़ी सी उस समय गुमराह हो चुकी सी, कर्म कांडां दे विच पै चुकी सीगी। उस एक परमात्मा जिस तो साडी उत्पत्ति हुई, जिसने रचना की, जिसनों गुरु साहब ने सानू दसना किया, एक ओंकार एक ओ परम पिता, पर उसनों छड्ड के कोई शिव शक्ति नाल जुड़िया सी, कोई ब्रह्मे नाल, कोई विष्णु नाल, कोई होर देवी शक्तियां दे नाल जुड़ के, जिन्हां दा कि कोई संसार दे विच इतिहास दे विच कोई जगह नहीं मिलती, कोई ना थां पता, कोई उन्हां दे पिता दा ना, किसी दे मापियां दा ना, कुछ नहीं सानू मिलता। इहो जी जिहड़ी जुल्म की धुंध पई सी, आपो धापी पई हुई सी, ते मेरे गुरु पातशाह 1469 नूं रायपोए की तलवंडी दे विच माता तृप्ता के गृह विखे पिता कालू जी के घर प्रकाश लिया। इतिहास बड़ा लम्मा है, मैं ज़्यादा इतिहास वाल ना जावां। जो कि अज जिहड़ा दिन है वो नाल जिथे आपां दिवाली भी मना रहे हैं, असी गुरु साहब की गल करनी है कि गुरु साहब ने सानू सिੱਖੀ उपदेश की दिता, साडा जन्म कित्थों होया।
ਸਿੱਖ ਧਰਮ ਕਿਉਂ ਆਇਆ ਜਗਤ ਦੇ ਵਿੱਚ, ਕਿਉਂਕਿ ਸਾਡੇ ਤੋਂ ਪਹਿਲਾਂ ਜਿਹੜਾ ਸਨ ਕਾਫੀ ਧਰਮ ਆ ਚੁੱਕੇ ਸਨ, ਜਿਨ੍ਹਾਂ ਦੇ ਵਿੱਚ ਜੈਨ ਧਰਮ ਸੀ, ਉਸ ਤੋਂ ਬਾਅਦ ਬੁੱਧ ਧਰਮ ਸੀ, ਉਸ ਤੋਂ ਬਾਅਦ ਈਸਾਈ ਧਰਮ, ਇਸਲਾਮ, ਇਹ ਸਾਰੇ ਆਏ ਹੋਏ ਸਨ। ਪਰ ਕੀ ਕਾਰਨ ਹੋਇਆ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਨਾਲ ਜੋੜਨਾ ਕੀਤਾ? ਕਿਉਂਕਿ ਜਿੰਨੇ ਵੀ ਸਰੀਰ ਹਨ ਜਿਹੜੇ ਮਨੁੱਖਾ ਦੇਹੀ ਦੇ ਵਿੱਚ ਹਨ, ਮਨੁੱਖਾ ਦੇਹੀ ਦੇ ਜਿਹੜੇ ਅਮਲ ਛੱਡ ਕੇ ਉਹ ਮਾੜਿਆਂ ਕਰਮਾਂ ਦੇ ਵਿੱਚ ਲੱਗੇ ਹੋਏ ਸਨ। ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾਂ ਕਰੇ ਦਿਨ ਰਾਤ, ਬਾਹਰ ਭੇਕ ਅੰਤਰ ਮਲ ਮਾਇਆ, ਛਪਸ ਨਾਹੀਂ ਕਛ ਕਰੇ ਛਪਾਇਆ। ਕਹਿੰਦੇ ਨੇ ਕਰਤੂਤਾਂ ਜਿਹੜੀਆਂ ਨੇ ਸਾਡੀਆਂ ਉਹ ਪਸ਼ੂਆਂ ਵਾਲੀਆਂ ਨੇ, ਪਰ ਜਾਤ ਕੀ ਹੈ? ਮਨੁੱਖਾ ਜਾਤ। ਪਰ ਅਸੀਂ ਕੰਮ ਕੀ ਕਰ ਰਹੇ ਹਾਂ? ਬਾਹਰੋਂ ਭੇਖ ਕੀਤਾ ਹੈ, ਜੋ ਅੱਜ ਵੀ ਭੇਖ ਬੜਾ ਚੱਲ ਰਿਹਾ। ਅੱਜ ਵੀ ਬਾਬਾਵਾਦ, ਡੰਮੀ ਗੁਰੂ, ਡੇਰੇ, ਜਿਨ੍ਹਾਂ ਤੋਂ ਅੱਜ ਸਿੱਖ ਧਰਮ ਨੂੰ, ਜਿਨ੍ਹਾਂ ਚੋਂ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਸਮੇਂ ਦੇ ਕੱਲੀ ਕਾਲ ਦੇ ਮਹਾ ਭਿਆਨਕ ਜਿਹੜੇ ਬ੍ਰਾਹਮਣਵਾਦ ਦੇ ਵਿੱਚੋਂ ਮੇਰੇ ਪਾਤਸ਼ਾਹ ਨੇ ਕੱਢਿਆ ਸੀਗਾ, ਗੋਰਖ ਧੰਦੇ ਦੇ ਵਿੱਚੋਂ ਕੱਢਿਆ ਸੀਗਾ, ਉਹਨਾਂ ਜੋਗਾਂ ਦੇ ਵਿੱਚੋਂ ਕੱਢਿਆ ਸੀ। ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਜੋਗ ਹੋ ਰਹੇ ਨੇ। ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਆ ਕੇ ਉਹਨਾਂ ਸਾਧਾਂ ਨੇ ਕਬਜ਼ੇ ਕਰ ਲਏ ਨੇ। ਇੱਥੋਂ ਤੱਕ ਕਿ ਜਿਹੜਾ ਸਾਡਾ ਸਿੱਖੀ ਦਾ ਮੇਨ, ਜਿਹਨੂੰ ਅਸੀਂ ਆਪਣਾ ਪਾਵਰ ਸਥਾਨ ਕਹਿੰਦੇ ਆ, ਧੰਨ ਧੰਨ ਗੁਰੂ ਰਾਮਦਾਸਪੁਰ, ਅਸੀਂ ਤਾਂ ਆਪਣੇ ਗੁਰੂ ਘਰਾਂ ਦੇ ਨਾਮ ਹੀ ਬਦਲ ਦਿੱਤੇ। ਕਾਰਨ ਕੀ ਹੈ? ਅੱਜ ਸਾਡੇ ਕੋਲ ਵਿਦਵਾਨਾਂ ਦੀ ਕਮੀ ਹੈ ਨਹੀਂ, ਪਰ ਸੱਚ ਤੇ ਬੋਲਣਾ ਜਿਹੜਾ ਬੜਾ ਔਖਾ ਹੈ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਡਾਕਟਰ ਮਨਜੀਤ ਸਿੰਘ ਜੀ ਜਦੋਂ ਬੋਲਦੇ ਨੇ, ਉਹਨਾਂ ਦੇ ਬੋਲਾਂ ਦੇ ਵਿੱਚ ਬੜੇ ਤਿੱਖੇ ਤੀਰ ਨੇ, ਜਿਹੜੇ ਕਿ ਆਮ ਲੋਕ ਜਿਨ੍ਹਾਂ ਨੂੰ ਲਾਈਕ ਨਹੀਂ ਕਰਦੇ, ਪਰ ਮਿੱਠੀਆਂ ਭਾਸ਼ਾ, ਲੋਕਾਂ ਦੀਆਂ ਵਡਿਆਈਆਂ, ਉਹਨਾਂ ਚੀਜ਼ਾਂ ਨੂੰ ਲੋਕੀ ਲਾਈਕ ਕਰਦੇ ਨੇ। ਪਰ ਗੁਰੂ ਦੇ ਬਚਨ ਜਿਹੜੇ ਨੇ, ਉਹ ਬਚਨ ਹੀ ਐਸੇ ਨੇ, ਸਤਿਗੁਰ ਸਾਚੇ ਸ਼ੂਰਮੇ ਬਾਹਿਆ ਬਾਣ ਜੋ ਏਕ ਲਾਗ ਕਰੇਜੇ ਸ਼ੇਖ। ਪਾਤਸ਼ਾਹ ਦੀ ਸਾਰੀ ਗੁਰਬਾਣੀ ਦੇ ਵਿੱਚ ਜਿਹੜੇ ਇੰਨੇ ਤਿੱਖੇ ਤੀਰ ਨੇ, ਅੱਜ ਉਹ ਤੀਰ ਵੀ ਨੇ, ਪਰ ਚਲਾਉਣ ਵਾਲੇ ਸਰੀਰ ਉਹ ਕਮਾਨ 'ਚ ਹੈ ਨਹੀਂ। ਮੈਂ ਗੱਲ ਕਰਦਾ, ਗੁਰੂ ਪਾਤਸ਼ਾਹ ਨੇ 239 ਸਾਲ ਗੁਰੂ ਨਾਨਕ ਪਾਤਸ਼ਾਹ ਦੀ, ਭਾਈ ਸਾਹਿਬ ਨੇ ਕੱਲ੍ਹ ਵੀ ਕਥਾ ਕੀਤੀ, ਪਰਸੋਂ ਵੀ ਕੀਤੀ ਸੀ ਕਿ ਗੁਰੂ ਸਾਹਿਬ ਨੇ ਕਿੱਥੋਂ ਜੀਵਨ ਸਟਾਰਟ ਕੀਤਾ। 38 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਨੇ ਜਿਹੜੀ ਸੀਗੀ ਘਰ ਦਾ ਧੰਦਾ ਛੱਡ ਕੇ ਤੇ ਪਾਤਸ਼ਾਹ ਨੇ ਪਹਿਲੀ ਉਦਾਸੀ ਲਈ 4 ਉਦਾਸੀਆਂ ਮੇਰੇ ਪਾਤਸ਼ਾਹ ਨੇ ਕੀਤੀਆਂ। ਸਾਰੇ ਸੰਸਾਰ ਦੇ ਵਿੱਚ ਜਾ ਕੇ ਲੋਕਾਂ ਨੂੰ ਕਰਾਇਓ ਪਿਆ ਰਾਹ ਵਿਖਾਇਆ। ਜਿਹੜੇ ਲੋਕਾਂ ਨੂੰ ਧਰਮ ਦੇ ਨਾਮ ਤੇ ਲੁੱਟ ਰਹੇ ਸਨ, ਉਹਨਾਂ ਨੂੰ ਨੰਗਾ ਕੀਤਾ, ਜ਼ਾਹਰ ਕੀਤਾ, ਕਿਤੇ ਕੌਡੇ ਰਾਖਸ਼ ਵਰਗਿਆਂ ਦਾ ਉਧਾਰ ਕੀਤਾ। ਵੈਸੇ ਰਾਖਸ਼ ਨਾਮ ਜਿਹੜਾ ਆਉਂਦਾ ਨਾ, ਇਹਨੂੰ ਬੜਾ ਮਾੜਾ ਕਿਹਾ ਗਿਆ। ਗੁਰਬਾਣੀ ਇਸ ਚੀਜ਼ ਨੂੰ ਮੰਨਦੀ ਨਹੀਂ ਗੀ। ਰਾਖਸ਼ ਦਾ ਮਤਲਬ ਅਸਲੀ ਰਕਸ਼ਾ ਕਰਨਾ। ਕਿਤੇ ਆਪਾਂ ਫਿਲਾਸਫੀ ਨੂੰ ਸਮਝ ਲਈਏ, ਇਸੇ ਤਰ੍ਹਾਂ ਗੁਰਬਾਣੀ ਦੀ ਫਿਲਾਸਫੀ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਅਸੀਂ ਇਤਿਹਾਸ ਦੀ ਫਿਲਾਸਫੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਕਈ ਗੱਲਾਂ ਐਸੀਆਂ ਨੇ ਕਿ ਜਿਹੜੀਆਂ ਗੁਰੂ ਪਾਤਸ਼ਾਹ ਦੇ ਸਮੇਂ ਤੇ, ਜਿਹੜੀਆਂ 1000 ਸਾਲ 1200 ਸਾਲ ਪਹਿਲਾਂ ਪ੍ਰਚਲਿਤ ਹੋ ਚੁੱਕੀਆਂ ਸਨ, ਜਿਨ੍ਹਾਂ ਦੀਆਂ ਗੁਰੂ ਸਾਹਿਬ ਨੇ ਉਦਾਹਰਨਾਂ ਗੁਰਬਾਣੀ ਦੇ ਵਿੱਚ ਵੀ ਦੇ ਕੇ ਸਮਝਾਉਣਾ ਕੀਤਾ, ਸਾਡੇ ਕੋਲ ਇਤਿਹਾਸ ਵਿੱਚ ਵੀ ਸਮਝਾਉਣਾ ਕੀਤਾ। ਪਰ ਅੱਜ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਵਿਸ਼ਵ ਭਰ ਦੇ ਵਿੱਚ, ਖਾਸ ਕਰਕੇ ਉਸ ਭਾਰਤ ਖੰਡ ਦੇ ਵਿੱਚ, ਉਹ ਦੀਵਾਲੀ ਦੇ ਨਾਲ ਸੰਬੰਧਿਤ ਹੈ। ਤੇ ਕੱਲ ਭਾਈ ਸਾਹਿਬ ਨੂੰ ਕਿਹਾ ਸੀ ਕਿ ਦੀਵਾਲੀ ਦੇ ਉੱਤੇ ਵੀ ਥੋੜਾ ਜਿਹਾ ਬੋਲਣਾ ਹੈ, ਭਾਈ ਅਮਰੀਕ ਸਿੰਘ ਹੁਣਾਂ ਨੂੰ। ਤੇ ਗੁਰੂ ਪਾਤਸ਼ਾਹ ਨੇ ਜਿਹੜੀ ਸਿੱਖੀ ਦੀ ਲਹਿਰ ਸ਼ੁਰੂ ਕੀਤੀ ਸੀ, ਸਿੱਖ ਜਗਤ ਦਾ ਇਹਨਾਂ ਤਿਉਹਾਰਾਂ ਦੇ ਨਾਲ, ਜਿਹੜੇ ਹਿੰਦੂ ਰੀਤੀ ਰਿਵਾਜ ਦੇ ਨਾਲ ਸਾਡੇ ਤਿਉਹਾਰ ਮਨਾਏ ਜਾਂਦੇ ਨੇ, ਸਾਡਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡੇ ਕੋਲ ਆਪਣੇ ਇੰਨਾ ਕੁਛ ਪਿਆ, ਸਾਡੇ ਕੋਲ ਇੰਨਾ ਗੁਰੂ ਸਾਹਿਬਾਂ ਦਾ
ਪ੍ਰਕਾਸ਼ ਦਿਹਾੜੇ, ਉਹਨਾਂ ਦੇ ਜੋਤੀ ਜੋਤ ਸਰੂਪ ਦਿਹਾੜੇ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਖਾਲਸਾ ਬੇਅੰਤ ਸ਼ਹੀਦ ਹੋਇਆ। ਸਾਡੇ ਕੋਲ ਸ਼ਹਾਦਤਾਂ ਦੇ ਬਹੁਤ ਕੁਝ ਖਜ਼ਾਨਾ ਪਿਆ, ਜਿਨ੍ਹਾਂ ਤੋਂ ਅਸੀਂ ਵਾਂਝੇ ਹੋ ਚੁੱਕੇ ਹਾਂ। ਅੱਜ ਸਾਡੇ ਜਥੇਦਾਰਾਂ ਨੇ, ਸਾਡੇ ਸਾਧਾਂ ਨੇ, ਉਹਨਾਂ ਤੋਂ ਸਾਨੂੰ ਇਤਿਹਾਸ ਤੋਂ ਦੂਰ ਕਰਕੇ, ਜਿਹੜੀ ਅਸਲੀ ਵਿਦਿਆ ਸੀ ਉਹਨਾਂ ਤੋਂ ਦੂਰ ਕਰਕੇ ਸਾਨੂੰ ਗੁੰਮਰਾਹ ਕਰ ਦਿੱਤਾ। ਅੱਜ ਤੇ ਗੁਰੂ ਦੇ ਪਿਆਰਿਓ, ਗੁਰੂ ਕੀ ਸੰਗਤੋ, ਸਾਡੇ ਪੰਜਾਬ ਦੇ ਵਿੱਚ ਜਿਹੜੀ ਅਸੀਂ ਆਨੇ ਪੰਜਾਬੀ ਸਿਖਾਓ, ਇੱਥੇ ਤਾਂ ਪੰਜਾਬੀ ਸਿਖਾਉਂਦੇ ਹਾਂ, ਇੱਥੇ ਹੁਣ ਵੀ ਬੱਚਿਆਂ ਨੂੰ ਅਵਾਰਡ ਦਿੱਤੇ ਜਾਂਦੇ ਨੇ, ਪਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੁਰਾ ਹਾਲ ਜਿਹੜਾ ਪੰਜਾਬੀ ਦਾ। ਉੱਥੇ ਤੇ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਊੜਾ ਐੜੇ ਦਾ ਪਤਾ ਹੀ ਹੈ ਨਹੀਂ। ਉਹ ਬੰਦੇ ਜਿਹੜੇ ਨੇ ਗੁਰਸਿੱਖ ਬੱਚਿਆਂ ਦੇ ਜਿਹੜੇ ਕੜੇ ਉਤਰਵਾ ਦਿੰਦੇ ਨੇ, ਦਸਤਾਰਾਂ ਦੀ ਆਗਿਆ ਨਹੀਂ ਗੀ। ਅੱਜ ਅਸੀਂ ਕਿੱਥੇ ਸਾਂ? ਜਿਹੜੇ ਖਾਲਸੇ ਨੇ ਦੁਨੀਆ ਤੇ ਰਾਜ ਕੀਤਾ ਅਤੇ ਦੁਨੀਆ ਦੇ ਲੋਕਾਂ ਦੀ ਰੱਖਿਆ ਕੀਤੀ, ਅੱਜ ਅਸੀਂ ਆਪ ਰੱਖਿਆ ਦੇ ਪਾਤਰ ਹੋ ਗਏ। ਗੁਰੂ ਪਾਤਸ਼ਾਹ ਗੁਰੂ ਨਾਨਕ ਤੋਂ ਲੱਗ ਕੇ ਕਿਤੇ ਵੀ ਧਰਨੇ ਨਹੀਂ ਲੱਗੇ। ਧਰਨੇ ਲਾਇਆ ਕੁਛ ਨਹੀਂ ਸਾਨੂੰ ਪ੍ਰਾਪਤ ਹੋਣਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਬਿਨਾ ਜੋਰ ਨਾ ਕੋ ਰਾਜ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਤੇ ਬਲ ਕਿੱਥੋਂ ਪ੍ਰਾਪਤ ਹੋਣਾ? ਜਦੋਂ ਸਾਨੂੰ ਮਾਂ ਬੋਲੀ ਆਉਂਦੀ ਹੋਏਗੀ। ਤੇ ਜੇ ਮਾਂ ਬੋਲੀ ਆਉਂਦੀ ਹੋਏਗੀ, ਮਾਂ ਬੋਲੀ ਪੜ੍ਹਨੀ ਆਉਂਦੀ ਹੋਏਗੀ, ਬੋਲ ਤਾਂ ਅਸੀਂ ਸਾਰੇ ਲੈਂਦੇ ਆ, ਪਰ ਇੱਥੇ ਮੈਂ ਬਹੁਤ ਸਾਰੇ ਵੇਖੇ ਨੇ, ਜਿਵੇਂ ਹੁਣ ਗੋਰੇ ਵੀ ਨੇ ਇੱਥੇ, ਅਸੀਂ ਹੋਮਲੈਸੀ ਵੀ ਵੇਖਦੇ ਆ, ਉਹ ਇੰਗਲਿਸ਼ ਤਾਂ ਬਹੁਤ ਵਧੀਆ ਪਰ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ, ਪੜ੍ਹ ਲਿਖ ਨਹੀਂ ਸਕਦੇ। ਇਸੇ ਤਰ੍ਹਾਂ ਅੱਜ ਅਸੀਂ ਗੁਰੂਮੁਖੀ, ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਤੇ ਜਿਹਦੇ ਉੱਤੇ ਜ਼ੋਰ ਲਾ ਕੇ ਗੁਰੂ ਅੰਗਦ ਦੇਵ ਜੀ ਨੇ ਸਾਰੀ ਰਚਨਾ, ਸਾਰੀ ਸ਼ਬਦਾਵਲੀ ਰਚ ਕੇ ਸਾਨੂੰ ਬਖਸ਼ਿਸ਼ ਕੀਤੀ, ਸਾਡੇ ਤੇ ਮਿਹਰ ਕੀਤੀ। ਅੱਜ ਗੁਰਮੁਖੀ ਨਹੀਂ ਆਉਂਦੀ ਤੇ ਗੁਰਬਾਣੀ ਕਿੱਥੋਂ ਆਉਣੀ ਹੈ? ਗੁਰੂ ਦੀ ਬਾਣੀ ਨਹੀਂ ਆਉਣੀ ਤੇ ਗੁਰਸਿੱਖੋ ਅਸੀਂ ਥਾਂ ਥਾਂ ਦੇ ਧੱਕੇ ਖਾਣੇ ਨੇ। ਅੱਜ ਅਸੀਂ ਕੰਜਕਾਂ ਰੱਖਣੀਆਂ ਨੇ, ਅੱਜ ਅਸੀਂ ਪਿੱਤਰ ਪਾਲਣੇ ਨੇ, ਸਰਾਧ ਪਾਲਣੇ ਨੇ, ਅਸੀਂ ਦੀਵਾਲੀਆਂ ਦੁਸ਼ਹਿਰੇ ਮਨਾਉਣੇ ਨੇ, ਕਿਉਂਕਿ ਗੁਰੂ ਦੀ ਬਾਣੀ ਤੋਂ ਦੂਰ। ਜਿਸ ਗੁਰਬਾਣੀ ਦੇ ਵਿੱਚ ਬਾਬਾ ਫਰੀਦ ਜੀ ਨੇ, ਬਾਬਾ ਰਵਿਦਾਸ ਜੀ ਨੇ, ਬਾਬਾ ਕਬੀਰ ਜੀ ਨੇ, ਬਾਬਾ ਨਾਮਦੇਵ ਜੀ ਨੇ, ਨਾ 15 ਭਗਤਾਂ ਨੇ ਜਿਸ ਚੀਜ਼ ਨੂੰ ਖੰਡਨ ਕੀਤਾ, ਗੁਰੂ ਸਾਹਿਬਾਨਾਂ ਨੇ ਖੰਡਨ ਕੀਤਾ, ਭੱਟਾਂ ਨੇ ਖੰਡਨ ਕੀਤਾ, ਗੁਰਸਿੱਖਾਂ ਨੇ ਖੰਡਨ ਕੀਤਾ, ਅੱਜ ਮੁੜ ਕੇ ਅਸੀਂ ਉਸੇ ਮਲਗੋਬੇ ਨੂੰ, ਉਸੇ ਬ੍ਰਾਹਮਣਵਾਦ ਨੂੰ ਅਸੀਂ ਗਲਵੱਕੜੀ 'ਚ ਲੈ ਰਹੇ ਹਾਂ। ਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਪ ਭੇਖੀ ਹੋ ਚੁੱਕੇ ਹਾਂ। ਕਿਹੜੇ ਭੇਖੀ? ਜਿਹੜੇ ਭੇਖ ਦੀ ਗੁਰੂ ਸਾਹਿਬ ਨੇ ਗੱਲ ਕੀਤੀ ਸੀ, ਭੇਖ ਅਨੇਕ ਅਗਨ ਨਹੀਂ ਬੂਝੇ। ਭੇਖ ਕਰਨ ਦੇ ਨਾਲ ਅਗਨ ਨਹੀਂ ਬੂਝੀ। ਮੇਰੇ ਗੁਰੂ ਸਾਹਿਬਾਂ ਨੇ 239 ਸਾਲ ਇਸ ਚੀਜ਼ ਤੇ ਸਿੱਖੀ ਦੇ ਬੂਟੇ ਨੂੰ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਲਾਇਆ ਸੀ, ਉਹਨੂੰ ਪਾਲਦਿਆਂ ਇੰਨਾ ਕੋਈ ਆਪਣੇ ਸਰੀਰਾਂ ਦਾ ਖੂਨ ਦਿੱਤਾ, ਇੰਨਾ ਗੁਰਸਿੱਖਾਂ ਨੇ ਆਪਣਾ ਖੂਨ ਨਾਲ ਉਸ ਬੂਟੇ ਨੂੰ ਸਿੰਚਿਆ। ਅੱਜ ਉਹ ਬੂਟਾ ਜਿਹੜਾ ਪ੍ਰਫੁੱਲਤ ਹੈ, ਅਸੀਂ ਉਹਦੇ ਪੱਤੇ ਝਾੜ ਰਹੇ ਹਾਂ, ਉਹਦੇ ਫੁੱਲ ਝਾੜ ਰਹੇ ਹਾਂ, ਉਹਦੀਆਂ ਟਹਿਣੀਆਂ ਝਾੜ ਰਹੇ ਹਾਂ। ਚਾਹੀਦਾ ਸੀ ਉਹਨਾਂ ਬੂਟਿਆਂ ਦਾ ਜਿਹੜਾ ਜੰਗਲ ਬਣ ਜਾਣਾ, ਪਰ ਜੰਗਲ ਦੀ ਥਾਂ ਤੇ ਅੱਜ ਜਿਹੜੇ ਅਸੀਂ ਫਿਰ ਨਕੰਮੇ ਹੋ ਚੁੱਕੇ। ਅੱਜ ਅਸੀਂ ਉਸੇ ਗੋਰਖਨਾਥ, ਉਹਨਾਂ ਨਾਥਾਂ ਨੂੰ, ਉਹਨਾਂ ਤੰਤਰਿਕਾਂ ਨੂੰ, ਉਹਨਾਂ ਸਿਆਣਿਆਂ ਨੂੰ ਪੜ੍ਹ ਕੇ ਵੇਖ ਲਓ, ਪੰਜਾਬੀ ਦੀ ਅਖਬਾਰ ਚੱਕ ਕੇ ਵੇਖ ਲਓ, ਸਭ ਤੋਂ ਜ਼ਿਆਦਾ ਤੰਤਰ ਵਿਦਿਆ ਦੀਆਂ, ਮੌਲਵੀਆਂ ਮਲਾਣਿਆਂ ਦੀਆਂ ਜਿਹੜੀਆਂ ਨੇ ਐਡਾਂ ਨੇ, ਉਹ ਪੰਜਾਬੀ ਦੀਆਂ ਨਿਊਜ਼ਾਂ 'ਚ ਆ ਰਹੀਆਂ। ਸ਼ਰਮ ਆਉਂਦੀ ਏ ਜਦੋਂ ਅਸੀਂ ਇਹਨਾਂ ਸਟੇਜਾਂ ਤੋਂ ਉੱਤੇ ਬੋਲਦੇ ਆ। ਅਸੀਂ ਕੀ ਬੋਲਣਾ? ਬਾਹਲੇ ਗੁਰੂ ਘਰਾਂ ਦੇ ਵਿੱਚ ਤਾਂ ਬੋਲਣ ਵੀ ਨਹੀਂ ਦਿੱਤਾ ਜਾਂਦਾ ਕਿ ਤੁਸੀਂ ਜੀ, ਜੋ ਬਾਬਾ ਜੀ ਆਏ ਨੇ, ਸੰਤ ਜੀ ਆਏ ਨੇ, ਸਾਧ ਜੀ ਆਏ ਨੇ, ਇੱਥੇ ਚੁਪਹਿਰਾ ਲੱਗਾ ਜੀ, ਜਿੱਥੇ ਪੰਜਾਂ ਪਿਆਰਿਆਂ ਦਾ, ਮੈਂ ਪਿੱਛੇ ਵੇਖਿਆ ਸੀ ਬਾਬਾ ਦੀਪ ਸਿੰਘ ਗੁਰੂ ਘਰ ਦੇ ਵਿੱਚ, ਆਪਾਂ ਸੇਵਾਦਾਰ, ਆਪਾਂ ਨਖੇਦੀ ਨਹੀਂ ਕਰਦੇ। ਇੱਕ ਪਾਸੇ 5 ਪਿਆਰੇ ਗੁਰੂ ਸਾਹਿਬ ਜਿਹੜੇ ਆ ਰਹੇ ਨੇ ਪ੍ਰਕਰਮਾਂ ਦੇ ਵਿੱਚੋਂ, ਨਗਰ ਕੀਰਤਨ ਦੇ ਵਿੱਚੋਂ, ਉਹਨਾਂ ਨੂੰ 1 ਘੰਟੇ ਵਾਸਤੇ ਰੋਕ ਦਿੱਤਾ ਕਿ ਅੱਗੇ ਚੁਪਹਿਰਾ ਲੱਗਾ। ਮੈਂ ਪੁੱਛਣਾ ਚਾਹੁੰਦਾ, ਉਹਨਾਂ ਲੋਕਾਂ ਨੂੰ ਉਦੋਂ ਵੀ ਪੁੱਛਿਆ ਸੀ ਕਿ ਚੁਪਹਿਰੇ ਦਾ ਮਤਲਬ ਕੀ ਹੁੰਦਾ ਜੀ? 4 ਪੈਰ, ਤੇ 4 ਪੈਰ ਦਾ ਕਿਹੜਾ ਕੀਰਤਨ ਹੋ ਰਿਹਾ? ਕਹਿੰਦੇ ਨੇ ਜੀ ਸ਼ਹੀਦਾਂ ਦਾ ਪਹਿਰਾ ਲੱਗਾ ਹੋਇਆ। ਸਾਡੇ ਸ਼ਹੀਦ ਕੋਈ ਭੂਤ ਪ੍ਰੇਤ ਤਾਂ ਹੈ ਨਹੀਂ, ਭੂਤਾਂ ਪ੍ਰੇਤਾਂ ਦਾ ਪਹਿਰੇ ਲਾਏ ਜਾਂਦੇ ਨੇ। ਪਰ ਗੁਰੂ ਪਿਆਰਿਓ, ਅੱਜ ਦੀਵਾਲੀ ਦਾ ਦਿਹਾੜਾ ਵੀ ਏ ਤੇ ਸਾਡੇ ਘਰਾਂ ਦੇ ਵਿੱਚ ਅਸੀਂ ਸਾਰੇ ਹੀ ਦੀਵੇ ਬਾਲਨੇ ਆ। ਮੇਰੇ ਪਾਤਸ਼ਾਹ ਦੀ ਗੁਰਬਾਣੀ ਨੂੰ ਬਖਸ਼ਿਸ਼ ਕਰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਦੀਵਾਲੀ ਦੀ ਰਾਤ ਦੀਵੇ ਬਾਲਿਆ ਨਾ, ਤਾਰੇ ਜਾਤ ਸਨਾਤ ਅੰਬਰ ਭਾਲੀਆਂ ਨਾ, ਫੁੱਲਾਂ ਦੀ ਬਗਾਤ ਚੁਣ ਚੁਣ ਚਾਲੀਆਂ ਨਾ, ਤੀਰਥ ਜਾਤੀ ਜਾਤ
ਨਾ ਨੱਠ ਨਿਹਾਲੀਆਂ ਨਾ, ਹਰ ਚੰਦੋਰੀ ਚਾਤ ਵਸਾਏ ਉਜਾਲੀਆਂ ਨਾ। ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ। ਇੱਥੇ ਭਾਈ ਸਾਹਿਬ ਨੇ ਦੱਸਿਆ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਆਗਮਨ ਚ ਅਸੀਂ ਮਨਾਉਂਦੇ ਹਾਂ, ਗੁਰੂ ਸਾਹਿਬ ਜੀ ਤੇ ਗਰਮੀ ਦੀ ਰੁੱਤ ਵਿੱਚ ਆਏ ਸਨ। ਸਾਡਾ ਕਰਮ ਸੀ ਗੁਰੂ ਸਾਹਿਬ ਦਾ ਸਵਾਗਤ ਕਰਨਾ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਤੋਂ 1 ਸਾਲ ਦਾ ਚੱਕਰ ਲਾਉਂਦੇ ਹੋਏ ਆਏ ਨੇ, ਦਰਬਾਰ ਸਾਹਿਬ ਦੇ ਵਿੱਚ ਅਸੀਂ ਮਨਾਉਂਦੇ ਹਾਂ, ਪਰ ਅਸੀਂ ਲੋਕੀ ਨਾਲ ਦੀਵਾਲੀ ਦੇ ਜੋੜਨੇ, ਪਰ ਦੀਵਾਲੀ ਜਿਹੜੀ ਦੀਵੇ ਬਾਲਣ ਵਾਲੀ ਨਹੀਂ। ਗੁਰਸਿੱਖ ਆਸ਼ਕ ਸ਼ਬਦ ਦੇ, ਗੁਰੂ ਦੇ ਸਿੱਖ ਜਿਹੜੇ ਆਸ਼ਕ ਸ਼ਬਦ ਦੇ ਨੇ। ਕਿਤੇ ਇਤਿਹਾਸ ਨੂੰ ਵਾਚਿਆ ਜੇ, ਇਤਿਹਾਸ ਬੜਾ ਲੰਮਾ। ਗੁਰੂ ਕੇ ਪਿਆਰਿਓ, ਗੁਰੂ ਕੇ ਸਿੱਖੋ, ਜਿਹੜੇ ਭਾਈ ਮਣੀ ਸਿੰਘ ਜੀ ਉਹਨਾਂ ਨੇ ਇਸੇ ਦੀਵਾਲੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੇ ਆਗਮਨ ਨੂੰ ਮੁੱਖ ਰੱਖਦੇ ਹੋਏ ਸੰਗਤ ਨੂੰ ਇਕੱਠ ਵਾਸਤੇ ਜਦੋਂ ਕੀਤਾ ਸੀਗਾ, ਪਰ ਮੇਰੇ ਕੋਲ ਸਮਾਂ ਨਹੀਂ, ਸਮਾਂ ਆਪਣੀ ਦੌੜ ਨਾਲ ਭੱਜ ਰਿਹਾ। ਘੜੀ ਦੀ ਸੂਈ ਜਿਹੜੀ ਘੁੰਮੀ ਜਾ ਰਹੀ ਏ। ਭਾਈ ਸਾਹਿਬ ਨੇ ਇਸ ਦੀਵਾਲੀ ਦਾ ਇਕੱਠ ਜਿਹੜਾ ਸੀਗਾ ਉਹ ਰੱਖਿਆ ਸੀ ਵੀ ਗੁਰਸਿੱਖ ਇਕੱਠੇ ਹੋ ਜਾਣ, ਕਿਉਂਕਿ ਉਦੋਂ ਵੀ ਦਰਬਾਰ ਸਾਹਿਬ ਨੂੰ ਮਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ। ਮੈਂ 2 ਮਿੰਟ ਸਿਰਫ ਹੋਰ ਸਮਾਂ ਲੈਣਾ ਡਾਕਟਰ ਸਾਹਿਬ ਤੋਂ ਤੇ ਸੰਗਤਾਂ ਤੋਂ ਖਿਮਾ ਦਾ ਯਾਚਕ ਹਾਂ। ਭਾਈ ਮਣੀ ਸਿੰਘ ਹੋਰਾਂ ਨੇ ਉਸ ਸਮੇਂ ਜ਼ਕਰੀਆ ਖਾਨ ਤੋਂ ਪਰਮਿਸ਼ਨ ਲਈ ਕਿ ਭਾਈ ਸਾਨੂੰ ਇੱਕ ਮੌਕਾ ਦਿੱਤਾ ਜਾਏ, ਅਸੀਂ ਕੋਈ ਬਗਾਵਤ ਨਹੀਂ ਕਰਦੇ, ਅਸੀਂ ਅੰਮ੍ਰਿਤਸਰ ਦੇ ਵਿੱਚ ਆਪਣਾ ਇੱਕ ਇਕੱਠ ਛੋਟਾ ਜਿਹਾ ਕਰਨਾ ਚਾਹੁੰਦੇ ਹਾਂ। ਤੇ ਉਹਦੇ ਵਿੱਚ ਗੱਲ ਇਹ ਹੋਈ ਕਿ 2000 ਜਿਹੜੀਆਂ ਮੋਹਰਾਂ ਸਾਨੂੰ ਦਿੱਤੀਆਂ ਜਾਣ, ਅਸੀਂ ਤੁਹਾਨੂੰ ਬੁਲਾਣ ਦੇਵਾਂਗੇ। ਵਿੱਚ ਚਾਲ ਸੀ ਲਖਪਤ ਰਾਏ ਦੀ। ਜਿਸ ਘੜੀ ਇਕੱਠ ਦੀਆਂ ਚਿੱਠੀਆਂ ਭੇਜੀਆਂ ਗਈਆਂ ਤੇ ਭਾਈ ਸਾਹਿਬ ਨੂੰ ਪਤਾ ਲੱਗਾ ਭਾਈ ਇਹ ਤਾਂ ਗੜਬੜੀ ਹੋ ਗਈ, ਇਹ ਤਾਂ ਸੰਗਤਾਂ ਨੂੰ ਜਿਹੜਾ ਵੇੜ ਕੇ ਤੇ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ। ਮਹਾਰਾਜ ਨੇ ਦੂਜੇ ਸਨੇਹ ਭੇਜ ਦਿੱਤੇ ਸੰਗਤਾਂ ਵੱਲ ਭਾਈ ਮਣੀ ਸਿੰਘ ਹੋਣਾ ਨੇ ਕਿ ਭਾਈ ਨਾ ਆਇਓ, ਇਕੱਠ ਦੇ ਵਿੱਚ ਜਿਹੜੀ ਏ ਉਹ ਸਾਨੂੰ ਖਤਰਾ ਮਹਿਸੂਸ ਹੁੰਦਾ ਹੈ। ਉਹਦੇ ਵਾਸਤੇ ਜਦੋਂ ਇਕੱਠ ਨਹੀਂ ਹੋਇਆ ਤੇ ਜ਼ਕਰੀਆ ਖਾਨ ਨੇ ਜਿਹੜਾ ਸੀ ਜਿਹੜੀ ਗੱਲ ਕੀਤੀ ਸੀ 2000 ਉਸ ਸਮੇਂ ਦੀਆਂ ਮੋਹਰਾਂ ਮੰਗੀਆਂ ਤੇ ਭਾਈ ਸਾਹਿਬ ਨੇ ਨਾ ਕਰਤਾ। ਕਹਿਣ ਲੱਗੇ ਸਾਨੂੰ ਤੁਸੀਂ ਮੇਲਾ ਭਰਨ ਨਹੀਂ ਦਿੱਤਾ, ਸਾਨੂੰ ਤੁਸੀਂ ਇਕੱਠ ਹੋਣ ਨਹੀਂ ਦਿੱਤਾ, ਪੈਸੇ ਕਿੱਥੋਂ ਦਈਏ। ਇਸੇ ਦੀਵਾਲੀ ਦੇ ਵਾਸਤੇ ਭਾਈ ਮਣੀ ਸਿੰਘ ਨੇ ਆਪਣੇ ਬੰਦ ਕਟਵਾ ਦਿੱਤੇ, ਜਿਨ੍ਹਾਂ ਦੇ 69 ਟੁਕੜੇ ਹੋਏ, 68 ਟੁਕੜੇ ਸਰੀਰ ਦੇ ਤੇ 69ਵਾਂ ਟੁਕੜਾ ਸੀਸ ਦਾ। ਭਾਈ ਸਾਹਿਬ ਆਪਾਂ ਦੀਵਾਲੀ ਤਾਂ ਮਨਾਣੀ ਹੈ, ਪਰ ਉਹਨਾਂ ਸ਼ਹੀਦਾਂ ਨੂੰ ਮੁੱਖ ਕਰਕੇ ਮਨਾਣੀ ਹੈ। ਅਸੀਂ ਆਪਣਾ ਆਪ ਜਿਹੜਾ ਗੁਰੂ ਚਰਨਾਂ ਤੋਂ ਨਿਸ਼ਾਵਰ ਕਰਨਾ, ਜੁੜਨਾ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਨਾਲ। ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਬੋਲਦੇ ਹੋਏ ਆ ਦਾਸ ਤੋਂ ਕਈ ਤਰ੍ਹਾਂ ਦੀਆਂ ਵਧੀਕੀਆਂ, ਕਈ ਤਰ੍ਹਾਂ ਦੇ ਬੋਲ ਜਿਹੜੇ ਨੇ ਉਹ ਵਧੇਰੇ ਨਿਕਲ ਗਏ ਹੋਣੇ ਨੇ। ਸੋ ਦਾਸ ਖਿਮਾ ਦਾ ਯਾਚਕ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਗੱਲ ਬਹੁਤ ਵਧੀਆ ਕਹੀ ਪੰਜਾਬੀ ਬਾਰੇ। ਇੱਕ ਵਾਰੀ ਨਾ ਮਸਕੀਨ ਜੀ ਇੱਥੇ ਆਏ, ਉਹਨਾਂ ਦੀ ਆਖਰੀ ਕਥਾ ਸੀ ਇੱਥੇ, ਉਹਨਾਂ ਨੇ 2.25 ਘੰਟੇ ਕਥਾ ਕੀਤੀ ਤੇ ਉਹ ਲੋਕੀ ਸਵਾਲ ਜਵਾਬ ਪੁੱਛਦੇ ਸੀ ਤੇ ਉਹ ਲਿਖਦੇ ਸੀ ਸਵਾਲ, ਤੇ ਮੈਂ ਇੱਥੇ ਬੋਲ ਕੇ ਮਸਕੀਨ ਜੀ ਨੂੰ ਦੱਸਦਾ ਸੀਗਾ। ਮੈਂ ਉਹ ਬਹੁਤ ਸਾਰੇ ਬੰਦੇ ਦੇਖੇ ਜਿਹੜੇ ਮਰਿਆਦਾ ਦੀ ਗੱਲ ਕਰਦੇ ਸੀ, ਪਰ ਉਹਨਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ। ਮੈਂ ਉਹਨਾਂ ਨੂੰ ਕਿਹਾ ਪੰਜਾਬੀ 'ਚ ਲਿਖ ਕੇ ਦਿਓ, ਕਹਿੰਦੇ ਨਹੀਂ ਪੰਜਾਬੀ ਲਿਖਣੀ ਨਹੀਂ ਆਉਂਦੀ, ਬੋਲਣੀ ਚਾਹੀਦੀ ਆ। ਭਾਈ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਕਿ ਜਿਹੜੀ ਪੰਜਾਬੀ ਆ ਉਹ ਬਹੁਤ ਹੀ ਜ਼ਰੂਰੀ ਹੈ। ਸਾਧ ਸੰਗਤ ਜੀ, ਭਾਈ ਨਿਰਮਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਜੋ ਕਿ ਹੁਣ ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਨੂੰ ਬਹੁਤ ਹੀ ਅਵਾਰਡ ਦੇ ਨਾਲ ਸਨਮਾਨਿਆ ਵੀ ਗਿਆ। ਉਹਨਾਂ ਵਾਂਗੂ ਹੂਬਹੂ ਇਹ ਆਵਾਜ਼ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਕੀਰਤਨ ਕਰਦੇ ਹਨ। ਇੱਕ ਹੋਰ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ, ਉਹ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਦੇ ਹਨ। ਉਹਨਾਂ ਦੀ ਆਵਾਜ਼ ਵੀ ਹਮੇਸ਼ਾ ਨਿਰਮਲ ਸਿੰਘ ਜੀ ਹੋਣਾ ਵਰਗੀ ਹੈ। ਤੇ ਸਰਦਾਰ ਗਿਆਨੀ ਹਰਭਜਨ ਸਿੰਘ ਜੀ ਆਪ ਜੀ ਨੂੰ ਇੱਕ ਸ਼ਬਦ ਦੀ ਹਾਜ਼ਰੀ 10 ਮਿੰਟ ਵਾਸਤੇ ਭਰਨਗੇ। ਉਹਨਾਂ ਦੀ ਆਵਾਜ਼ ਬਹੁਤ ਹੀ ਸਿਮਿਲਰ ਹੈ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੇ ਨਾਲ। ਉਹਦੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਮੇਰੀ ਸੇਜੜੀਏ ਅਡੰਬਰ ਬਣਿਆ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਤਿਨ ਬੇਦੀਆਂ ਕੀ ਕੋਲ ਵੇਖੇ ਤਿਨ ਬੇਦੀਆਂ ਕੀ ਕੋਲ ਵੇਖੇ ਤਿਨ ਬੇਦੀਆਂ ਕੀ ਕੋਲ ਵੇਖੇ ਪ੍ਰਗਟੇ ਨਾਨਕ ਪ੍ਰਗਟੇ ਨਾਨਕ ਰਾਏ ਤਿੰਨ ਬੇਦੀਆਂ ਕੀ ਕੁਲ ਵਿਗੈ ਤਿੰਨ ਬੇਦੀਆਂ ਕੀ ਕੁਲ ਵਿਗੈ ਤਿੰਨ ਬੇਦੀਆਂ ਕੀ ਕੁਲ ਵਿਗੈ ਪ੍ਰਗਟੇ ਨਾਨਕ ਸੁਖ ਦੇ ਸਭ ਸਿਖਨ ਕੋ ਸਭ ਸਿਖਨ ਕੋ ਸੁਖ ਦੇ ਜਤ ਪੈ ਸਹਾਇ ਜਤ ਪੈ ਸਹਾਇ ਤਿੰਨ ਬੇਦੀਆਂ ਕੀ ਕੁਲ ਵੇਖੈ ਤਿੰਨ ਬੇਦੀਆਂ ਕੀ ਕੁਲ ਵੇਖੈ ਤਿੰਨ ਬੇਦੀਆਂ ਕੀ ਕੁਲ ਵੇਖੈ ਪ੍ਰਗਟੈ ਨਾਨਕ ਰਾਏ ਤਿੰਨ ਬੇਦੀਆਂ ਕੀ ਕੁਲ ਵਿਖੇ ਤਿੰਨ ਬੇਦੀਆਂ ਕੀ ਤਿੰਨ ਬੇਦੀਆਂ ਕੀ ਤਿੰਨ ਬੇਦੀਆਂ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਚੰਦ ਚੜਿਆ ਚੰਦ ਚੜਿਆ ਮਿਟਿਆ ਅੰਧੇਰਾ ਚੰਦ ਚੜਿਆ ਚੰਦ ਚੜਿਆ ਚੰਦ ਚੜਿਆ ਮਿਟਿਆ ਅੰਧੇਰਾ ਚੰਦ ਚੜਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਚੰਦ ਚੜਿਆ ਚੰਦ ਚੜਿਆ ਮਿਟਿਆ ਅੰਧੇਰਾ ਚੰਦ ਚੜਿਆ ਚੰਦ ਚੜਿਆ ਚੰਦ ਚੜਿਆ ਮਿਟਿਆ ਅੰਧੇਰਾ ਚੰਦ ਚੜਿਆ
ਸਾਧੂ ਸੰਗ ਸਿਖਾਇਓ ਨਾਮ, ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ, ਸਰਬ ਮਨੋਰਥ ਪੂਰਨ ਕਾਮ, ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨ, ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨ, ਜਪ ਜਪ ਜੀਵਾ ਸਾਰੰਗ ਪਾਨੇ, ਜਪ ਜਪ ਜੀਵਾ ਸਾਰੰਗ ਪਾਨੇ, ਚੰਦ ਚੜਿਆ, ਚੰਦ ਚੜਿਆ, ਮਿਟਿਆ ਅੰਧੇਰਾ, ਚੰਦ ਚੜਿਆ, ਚੰਦ ਚੜਿਆ, ਚੰਦ ਚੜਿਆ, ਮਿਟਿਆ ਅੰਧੇਰਾ, ਚੰਦ ਚੜਿਆ। ਕਰਨ ਕਰਾਵ ਸ਼ਰਨ ਪਰਿਆ, ਕਰਨ ਕਰਾਵ ਸ਼ਰਨ ਪਰਿਆ, ਗੁਰ ਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ, ਚੰਦ ਚੜਿਆ, ਚੰਦ ਚੜਿਆ, ਚੰਦ ਚੜਿਆ, ਮਿਟਿਆ ਅੰਧੇਰਾ, ਚੰਦ ਚੜਿਆ। ਲਾਲ ਜਵੇ ਹੈ ਭਰੇ ਭੰਡਾਰ, ਟੋਟ ਨਾ ਆਵੇ ਜਪ ਨਿਰੰਕਾਰ, ਟੋਟ ਨਾ ਆਵੇ ਜਪ ਨਿਰੰਕਾਰ, ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ, ਨਾਨਕ ਤਾਂ ਕੀ ਪਰਮ ਗਤ ਹੋਏ, ਚੰਦ ਚੜਿਆ, ਚੰਦ ਚੜਿਆ, ਮਿਟਿਆ ਅੰਧੇਰਾ, ਚੰਦ ਚੜਿਆ, ਚੰਦ ਚੜਿਆ, ਚੰਦ ਚੜਿਆ, ਮਿਟਿਆ ਅੰਧੇਰਾ, ਚੰਦ ਚੜਿਆ, ਮਿਟਿਆ ਅੰਧੇਰਾ, ਚੰਦ ਚੜਿਆ, ਮਿਟਿਆ ਅੰਧੇਰਾ, ਚੰਦ ਚੜਿਆ। ਗੁਰ ਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ, ਚੰਦ ਚੜਿਆ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਆਪ ਜੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ ਬਾਬਾ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਤਿਗੁਰੂ ਮਿਹਰਮਤ ਕਰਨ। ਬਹੁਤ ਬਹੁਤ ਧੰਨਵਾਦ ਸਮੂਹ ਮੈਨੇਜਮੈਂਟ ਕਮੇਟੀ ਦਾ, ਜਿਨ੍ਹਾਂ ਨੇ ਦਾਸਰੇ ਨੂੰ ਇਸ ਸੇਵਾ ਦੇ ਲਾਇਕ ਸਮਝਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਅਪਾਰ
ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋਵੇ ਤੇ ਇਹ ਜੋ ਕੀਰਤਨ ਰਸ ਹੈ ਉਹ ਝੋਲੀ ਵਿੱਚ ਪੈਂਦਾ ਹੈ। ਭਾਈ ਹਰਭਜਨ ਸਿੰਘ ਜੀ ਜਿਨ੍ਹਾਂ ਤੇ ਗੁਰੂ ਦੀ ਅਪਾਰ ਕਿਰਪਾ ਹੈ, ਬਹੁਤ ਹੀ ਆਨੰਦ ਆਇਆ। ਹੁਣ ਬੇਕਰਸਫੀਲਡ ਸ਼ਹਿਰ ਦਾ ਲੋਕਲ ਜਥਾ ਭਾਈ ਸਾਹਿਬ, ਭਾਈ ਹਰਜੀਤ ਸਿੰਘ ਜੀ, ਭਾਈ ਪ੍ਰਗਟ ਸਿੰਘ ਜੀ, ਸੋਹਣ ਸਿੰਘ ਜੀ, ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਗੁਰਮੇਜ ਸਿੰਘ ਜੀ, ਇਹ ਸਭ ਇਕੱਤਰ ਹੋ ਕੇ ਬੈਠਣਗੇ। ਪਹਿਲੋਂ ਆਪਾਂ ਇਹ ਦੇਖਣਾ ਹੈ ਕਿ ਇਹਨਾਂ ਦਾ ਆਪਸ ਵਿੱਚ ਸਲੂਕ ਕਿਸ ਤਰ੍ਹਾਂ ਦਾ ਹੈ, ਤੇ ਦੂਸਰਾ ਇਹ ਦੇਖਣਾ ਹੈ ਕਿ ਜੇ ਸਾਡੇ ਫਰੈਂਡ ਹਨ ਕਿ 6 ਵਜੇ ਤੋਂ ਪਹਿਲਾਂ ਸਾਰਾ ਸਮਾਪਤੀ ਕਰਦੇ ਹਨ ਤੇ ਜਾਂ ਲੜਦੇ ਹਨ। ਪਿਛਲੀ ਵਾਰੀ ਗੁਰਮੇਜ ਸਿੰਘ ਜੀ ਕਹਿੰਦੇ ਅਸੀਂ ਕਾਹਤੇ ਲੜਨਾ, ਅਸੀਂ ਕਿਹੜੇ ਪ੍ਰਬੰਧਕ ਹਾਂ, ਤਾਂ ਕਹਿੰਦੇ ਸਾਡਾ ਤਾਂ ਬੜਾ ਸਲੂਕ ਆ। ਸੋ ਬੇਨਤੀ ਕੀਤੀ ਜਾਂਦੀ ਹੈ ਕਿ ਸਟੇਜ 'ਤੇ ਆਓ ਤੇ ਆ ਕੇ ਸਾਨੂੰ ਤੁਹਾਡੀ ਹੈਲਪ ਦੀ ਲੋੜ ਹੈ, ਕਿਉਂਕਿ ਜੇ ਸਮੇਂ ਮੁਤਾਬਕ ਤੁਸੀਂ ਸੰਗਤਾਂ ਦਾ ਨਿਹਾਲ ਕਰੋਗੇ ਤੇ ਉਸ ਦੇ ਨਾਲ ਜੋ ਕੀਰਤਨ ਦਾ ਰਸ ਹੈ ਉਹ ਜ਼ਿਆਦਾ ਹੋਵੇਗਾ ਤੇ ਹਰ ਇੱਕ ਨੂੰ ਮੌਕਾ ਮਿਲੇਗਾ ਕਿ ਉਹਨਾਂ ਨੂੰ ਟਾਈਮ ਦਿੱਤਾ ਜਾਵੇ। ਸਾਧ ਸੰਗਤ ਜੀ, ਇੱਕ ਬੇਨਤੀ ਹੈ ਕਿ 3 ਕਾਰਾਂ, ਇੱਕ BMW, ਇੱਕ ਪੋਰਸ਼ ਤੇ ਇੱਕ GMC ਟਰੱਕ ਸਾਹਮਣੇ ਲੱਗੇ ਹਨ। ਉਹਨਾਂ ਅੱਗੇ ਬੇਨਤੀ ਹੈ ਕਿ ਉਹ ਕਾਰਾਂ ਨੂੰ ਉੱਥੋਂ ਮੂਵ ਕਰ ਲੈਣ। ਇਹ ਨਾ ਹੋਵੇ ਕਿ ਜੇ ਉਹ ਰਿਪੋਰਟ ਕਰ ਦੇਣ ਤਾਂ ਉਹਨਾਂ ਨੂੰ ਟੋਕ ਕੀਤਾ ਜਾਵੇ। ਸੋ ਜਿਹੜੀਆਂ ਪਾਰਕਿੰਗ ਸਨ ਨਾ, ਉਹ ਬੜੇ ਹਿਸਾਬ ਦੇ ਨਾਲ ਕਾਨੂੰਨ ਦੇ ਮੁਤਾਬਕ ਲੀਗਲ ਵੇ ਲਾਉਣੀਆਂ ਹਨ ਤਾਂ ਕਿ ਕੋਈ ਤੋੜ ਭੱਜ ਨਾ ਹੋਵੇ। ਇਸੇ ਕਰਕੇ ਜੋ ਸਾਊਥ ਹਾਈ ਸਕੂਲ ਵਿਖੇ ਪ੍ਰਬੰਧ ਕੀਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ 6ਵੇਂ ਦਿਨ ਦੇ ਸ਼ਾਮਾਂ ਦੇ ਦੀਵਾਨ 3 ਵਜੇ ਤੋਂ ਹੀ ਆਰੰਭ ਹੋ ਗਏ, ਜਿਸ ਦੇ ਵਿੱਚ ਤੁਸੀਂ ਸਾਡਾ ਆਉਣ ਵਾਲਾ ਭਵਿੱਖ, ਸਾਡੀ ਆਉਣ ਵਾਲੀ ਜਨਰੇਸ਼ਨ, ਸਾਡੇ ਬੱਚੇ, ਕਿਉਂਕਿ ਸਾਡਾ ਜਿਹੜਾ ਭਵਿੱਖ ਆ ਅਸੀਂ ਆਪਣੇ ਬੱਚਿਆਂ 'ਚ ਵੇਖਦੇ ਹਾਂ। ਵਾਹਿਗੁਰੂ ਵਾਹਿਗੁਰੂ। ਤੇ ਉਹਨਾਂ ਬੱਚਿਆਂ ਨੂੰ ਕੁਝ ਕੁ ਮਹੀਨੇ ਪਹਿਲਾਂ ਬੇਕਰਸਫੀਲਡ ਸਕੂਲ ਸਮੂਹ ਗੁਰਸਿੱਖ ਸੰਗਤਾਂ ਨੇ ਤੇ ਮੈਨੇਜਮੈਂਟ ਨੇ ਆਯੋਜਨ ਕੀਤਾ ਤੇ ਬੱਚੇ ਇੱਥੇ ਤਿਆਰ ਹੋਏ। ਅੱਜ ਉਹਨਾਂ ਬੱਚਿਆਂ ਨੇ ਇੱਥੇ ਪਰਫਾਰਮੈਂਸ ਕੀਤੀ ਹੈ, ਜਿਸ ਦੇ ਵਿੱਚ ਮੂਲ ਮੰਤਰ 5 ਪੌੜੀਆਂ ਤੱਕ ਵੀ, ਤੇ ਬੱਚਿਆਂ ਨੇ ਸ਼ਬਦ ਕੀਰਤਨ ਵੀ ਕੀਤਾ। ਵਾਹਿਗੁਰੂ। ਕਿ ਇਹ ਬੜਾ ਵੱਡਾ ਉਪਰਾਲਾ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੱਚੇ ਹੋਰ ਵੀ ਸਿੱਖਿਆ ਨੂੰ ਗ੍ਰਹਿਣ ਕਰਕੇ ਜਿੱਥੇ ਆਪਣੇ ਆਪ ਨੂੰ ਉੱਚੀਆਂ ਕਰਨਾ ਹੈ, ਉੱਥੇ ਮਾਂ ਪਿਓ ਨੂੰ ਵੀ ਫਕਰ ਹੁੰਦਾ ਹੈ ਕਿ ਸਾਡੇ ਬੱਚੇ ਗੁਰਮਤ ਦੇ ਨਾਲ ਜੁੜੇ ਹਨ। ਸੋ ਆਓ, ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ ਜੀ। ਬੜੇ ਪਿਆਰ ਸਤਿਕਾਰ ਦੇ ਨਾਲ ਸਾਰੀਆਂ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜ ਰਹੇ ਹੋ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਬੜੇ ਪਿਆਰ ਸਤਿਕਾਰ ਦੇ ਨਾਲ, ਕੋਈ ਰਸਨਾ ਵਾਂਝੀ ਨਾ ਰਵੇ ਜੀ। ਆਓ ਸੰਗਤੀ ਰੂਪ ਆਪਾਂ ਕੀਰਤਨ ਕਰਨਾ ਹੈ ਜੀ। ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜਾ ਹਜ਼ੂਰੀ ਰਾਗੀ ਹੁੰਦਾ ਨਾ ਗੁਰਦੁਆਰੇ ਦਾ, ਉਹਨੂੰ ਪ੍ਰਬੰਧਕੀ ਢਾਂਚੇ ਦੇ ਨਾਲ ਵੀ ਚੱਲਣਾ ਪੈਂਦਾ ਵਾ, ਤੇ ਉਹ ਆਪਣੇ ਕੰਮਾਂ ਕਰਕੇ ਵੀ ਉਲਝਿਆ ਰਹਿੰਦਾ ਵਾ, ਜ਼ਿੰਮੇਵਾਰੀਆਂ ਕਰਕੇ ਉਲਝਿਆ ਰਹਿੰਦਾ ਵਾ। ਤੇ ਤੁਸੀਂ ਪਿਆਰ ਕਰਦੇ ਹੋ ਸਾਰੇ। ਆਓ
5-7 ਮਿੰਟ ਸਾਡੇ ਐਵੇਂ ਨਿਕਲ ਜਾਂਦੇ ਆ। ਫਿਰ ਟਾਈਮ ਵੀ ਸੈਕਟਰੀ ਸਾਹਿਬ ਖਿੱਚਵਾਂ ਦੇ ਦਿੰਦੇ ਆ ਕਿ ਭਾਈ ਤੁਸੀਂ ਪਿਆਰ ਦਾ ਸਬੂਤ ਦੇਣਾ ਵਾ। ਆਈ ਨੋ ਅਸੀਂ ਇਹਨਾਂ ਦੇ ਨਾਲ ਐਗਰੀ ਆ, ਕਿਉਂਕਿ ਆਪਣੇ ਸਮੇਂ ਦੇ ਵਿੱਚ ਜਿਹੜੀ ਗੱਲ ਕਰ ਜਾਣੀ ਆ ਨਾ, ਉਹੀ ਵਿਦਵਾਨ ਆ। ਸਮਾਂ ਥੋੜਾ ਹੋਵੇ, ਉਹ ਆਪਣੇ ਸਮੇਂ ਦੇ ਵਿੱਚ ਆਪਣੀ ਗੱਲ ਨੂੰ ਸਮਾਪਤ ਕਰ ਜਾਵੇ, ਇਹੀ ਵਿਦਵਤਾ ਹੈ। ਆਓ ਸਤਿਗੁਰੂ ਸਾਹਿਬ ਕਿਰਪਾ ਕਰਨ, ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ। ਤੁਸੀਂ ਪਿਛਲੇ ਦਿਨਾਂ ਤੋਂ ਤਨ ਕਰਕੇ, ਮਨ ਕਰਕੇ, ਧਨ ਕਰਕੇ ਸੇਵਾ ਕਰ ਰਹੇ ਹੋ, ਤੇ ਗੁਰੂ ਕੀ ਪਿਆਰ ਵਾਲਿਓ, ਇਹ ਜਿਹੜੇ ਗੁਰੂ ਘਰਾਂ ਦੇ ਕੰਮ ਹਨ, ਇਹ ਤੁਹਾਨੂੰ ਪਤਾ ਵਾ, ਇੱਥੇ ਸਰੀਰਕ ਵੀ ਤੰਦਰੁਸਤ ਹੋਵੇ ਤੇ ਸੇਵਾ ਕੀਤੀ ਜਾਂਦੀ ਹੈ। ਸਤਿਗੁਰੂ ਸਾਹਿਬ ਦੇ ਚਰਨਾਂ ਅੱਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਸਾਨੂੰ ਤੰਦਰੁਸਤੀ ਦੀ ਦਾਤ ਬਖਸ਼ੋ, ਅਸੀਂ ਤੇਰੇ ਦਰ ਘਰ ਦੀ ਸੇਵਾ ਕਮਾ ਸਕੀਏ। ਸਤਿਗੁਰੂ ਸਾਨੂੰ ਰਿਜ਼ਕ ਧਨ ਦੌਲਤ ਇੰਨਾ ਕੁ ਦੇ ਕਿ ਅਸੀਂ ਕਿਸੇ ਲੋੜਵੰਦ ਦੇ ਕੰਮ ਆ ਸਕੀਏ, ਗੁਰੂ ਘਰਾਂ ਦੇ ਕੰਮਾਂ ਵਾਸਤੇ ਕੰਮ ਆ ਸਕੀਏ। ਸੋ ਆਓ ਸਤਿਗੁਰੂ ਸਾਹਿਬ ਕਿਰਪਾ ਕਰਨ। ਆਓ ਤਬਲਾ ਸਾਡਾ ਸੁਰ ਹੋ ਚੁੱਕਾ ਵਾ ਜੀ। ਆਓ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜ ਕੇ ਆਪਾਂ ਸੰਗਤੀ ਰੂਪ ਵਿੱਚ ਕੀਰਤਨ ਕਰਨਾ। ਅੱਜ ਸਾਰੀਆਂ ਸੰਗਤਾਂ, ਕੋਈ ਰਸਨਾ ਮਾਂਝੀ ਨਾ ਰਵੇ ਜੀ। ਵਾਹਿਗੁਰੂ 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 ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਆਇਆ ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਆਇਆ ਗੁਰੂ ਨਾਨਕ ਆਇਆ,
ਗੁਰੂ ਨਾਨਕ ਆਇਆ। ਕਲ ਤਾਰਨ 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 ਗੁਰੂ ਨਾਨਕ ਆਇਆ। ਆਇਆ ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਜਗ ਮਾਹੇ ਪਠਾਇਆ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਜਗ ਮਾਹੇ ਪਠਾਇਆ। ਚਰਨ ਤੋਏ ਰਹਿ ਰਾਸ ਕਰ ਚਰਣਾ ਮੇਰੇ ਗੁਰ ਸਿੱਖਾਂ ਪਿਲਾਇਆ। ਗੁਰ ਸਿੱਖਾਂ ਪਿਲਾਇਆ। ਚਰਨ ਤੋਏ ਰਹਿ ਰਾਸ ਕਰ ਚਰਣਾ ਮੇਰੇ ਸਿੱਖਾਂ ਪਿਲਾਇਆ। ਚਰਣਾ ਮੇਰੇ ਸਿੱਖਾਂ ਪਿਲਾਇਆ। ਚਰਣਾ ਮੇਰੇ ਸਿੱਖਾਂ ਪਿਲਾਇਆ। ਆਇਆ ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਕਲ ਤਾਰਨ 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 ਗੁਰੂ ਨਾਨਕ ਆਇਆ। 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 ਕਲ ਜੁਗ ਅੰਦਰ ਏਕ ਦਿਖਾਇਆ। ਕਲ ਜੁਗ ਅੰਦਰ ਏਕ ਦਿਖਾਇਆ। ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਅੰਦਰ ਏਕ ਦਿਖਾਇਆ। ਕਲ ਜੁਗ ਅੰਦਰ ਏਕ ਦਿਖਾਇਆ। ਚਾਰੇ ਪੈਰ ਧਰਮ ਦੇ ਚਾਰੇ ਵਰਨ ਇੱਕ ਵਰਨ ਕਰਾਇਆ। ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਚਾਰ ਵਰਨ ਇੱਕ ਵਰਨ ਕਰਾਇਆ। ਚਾਰ ਵਰਨ ਇੱਕ ਵਰਨ ਕਰਾਇਆ। ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਰਾਣਾ ਰੰਗ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਪੈਰੀ ਪਾਉਣਾ ਜਗ ਵਰਤਾਇਆ। ਰਾਣਾ ਰੰਗ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਪੈਰੀ ਦਾ ਖੇਲ ਪਿਰਮ ਦਾ ਪੈਰਾਂ ਉਪਰ ਸੀਸ
ਪੈਰਾਂ ਉੱਪਰ ਸੀਸ ਨਿਵਾਇਆ, ਪੈਰਾਂ ਉੱਪਰ ਸੀਸ ਨਿਵਾਇਆ। ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ ਆਇਆ, 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 ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ। ਕਲ ਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਨਾਮ ਪੜ ਮੰਤਰ ਸੁਨਾਇਆ। ਕਲ ਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਸਤਨਾਮ ਪੜ ਮੰਤਰ ਸੁਨਾਇਆ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ ਆਇਆ, ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ, 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 ਗੁਰੂ ਨਾਨਕ ਆਇਆ। ਬੇਨਤੀ ਕਰਾਂ ਹੁਣ ਸਤਿਕਾਰਯੋਗ ਭਾਈ ਗੁਰਮੇਜ ਸਿੰਘ ਜੀ, ਜੋ ਪਿਛਲੇ ਲੰਮੇ ਸਮੇਂ ਤੋਂ ਆਪ ਸੰਗਤਾਂ ਦੀ ਇਸੇ ਸਥਾਨ ਤੇ ਸੇਵਾ ਨਿਭਾ ਕੇ ਗਏ ਨੇ, ਜਿਨ੍ਹਾਂ ਦਾ ਅਥਾਹ ਪਿਆਰ ਹੈ ਸਮੂਹ ਗੁਰਸਿੱਖਾਂ ਦੇ ਨਾਲ, ਆਪ ਸਾਰੀਆਂ ਸਿੱਖ ਸੰਗਤਾਂ ਦੇ ਨਾਲ। ਆਓ ਉਹਨਾਂ ਪਾਸੋਂ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ। ਸਤਿਗੁਰ ਦੇ ਪਾਵਨ ਚਰਨਾਂ ਦੇ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ, ਆਓ ਸਤਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਹਰ ਸਾਲ ਹੀ ਸਮੂਹ ਸੰਗਤਾਂ ਵੱਲੋਂ ਮਿਲ ਜੁਲ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਜੋ ਨਗਰ ਕੀਰਤਨ ਆਰੰਭ ਕੀਤੇ ਜਾਂਦੇ ਹਨ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਆਪਾਂ ਸਾਰੇ ਹੀ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਜਿਸ ਬਾਰੇ ਸਤਿਗੁਰੂ ਜੀ ਆਪਣੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਆਪਾਂ ਗੁਰੂ ਕੇ ਚਰਨ ਪਰਸ ਰਹੇ ਹਾਂ। ਆਓ ਇਤਨਾ ਸਮਾਂ ਨਹੀਂ, ਆਪਾਂ ਪਾਵਨ ਸ਼ਬਦ ਦੇ ਨਾਲ ਜੁੜਨਾ ਕਰੀਏ। ਉਸ ਤੋਂ ਉਪਰੰਤ ਸਾਡੇ ਪਾਸ ਹੋਰ ਵੀ ਗੁਰਮੁਖ ਪਿਆਰੇ ਗੁਰੂ ਕੇ ਕੀਰਤਨੀਏ ਪਹੁੰਚੇ ਹਨ ਅਤੇ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਹੈ। ਜਿੱਥੋਂ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਹੈ, ਦਾਸ ਨੇ ਵੀ ਉੱਥੋਂ ਹੀ ਵਿਦਿਆ ਪ੍ਰਾਪਤ ਕੀਤੀ ਹੈ। ਸਤਿਗੁਰੂ ਜੀ ਦੀ ਉਹਨਾਂ ਦੇ ਉੱਪਰ ਅਪਾਰ ਰਹਿਮਤ ਕਿਰਪਾ ਹੈ। ਆਪ ਸੰਗਤਾਂ ਨੂੰ ਇੱਕ ਵੀਕ ਤੋਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੋੜੇ ਹਨ। ਉਹਨਾਂ ਪਾਸੋਂ ਹੀ ਆਪਾਂ ਵਿਚਾਰਾਂ ਸਰਵਣ ਕਰਨੀਆਂ ਹਨ। ਢਾਡੀ ਜੱਥਾ ਵੀ ਆਪਣੇ ਪਾਸ ਪਹੁੰਚਿਆ ਹੋਇਆ ਹੈ। ਸਾਰਿਆਂ ਨੇ ਹੀ ਰਲ ਮਿਲ ਕੇ ਸਤਿਗੁਰੂ ਜੀ ਦਾ ਹਰ ਜਸ ਉਪਦੇਸ਼ ਸਰਵਣ ਕਰਨਾ ਹੈ। ਆਓ ਪਾਵਨ ਸ਼ਬਦ ਨਾਲ ਜੁੜਨਾ ਕਰੀਏ ਜੀ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਨ ਆਈ। 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 ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਗੁਰ ਨਾਨਕ ਕੀ ਵਡਿਆਈ, ਸਰਬ ਕਲਾ ਬਨ ਆਈ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਨ ਆਈ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਨ ਆਈ। ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ। ਪ੍ਰਗਟ ਪਈ ਸਗਲੇ ਜੁਗ ਅੰਤਰ। ਪ੍ਰਗਟ ਪਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਗੁਰ ਨਾਨਕ ਕੀ ਵਡਿਆਈ, ਸਰਬ ਕਲਾ ਬਨ ਆਈ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਨ ਆਈ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ
ਕਲਾ ਬਨ ਆਈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਕੋਟ ਬਿਗਨ ਲਾਥੇ ਪ੍ਰਭ ਸ਼ਰਨਾ, ਪ੍ਰਗਟੇ ਪਲੇ ਸੰਜੋਗਾ। ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਗੁਰ ਨਾਨਕ ਕੀ ਵਡਿਆਈ, ਸਰਬ ਕਲਾ ਬਨ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਨ ਆਈ। ਸੁਣੀ ਅਰਦਾਸ ਸੁਆਮੀ ਸਰਬ ਕਲਾ ਬਨ ਆਈ। ਸਰਬ ਕਲਾ ਬਨ ਆਈ, ਸਰਬ ਕਲਾ ਬਨ ਆਈ। ਸਰਬ ਕਲਾ ਬਨ ਆਈ, ਸਰਬ ਕਲਾ ਬਨ ਆਈ। ਸਰਬ ਕਲਾ ਬਨ ਆਈ, ਸਰਬ ਕਲਾ ਬਨ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਨ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਨ ਆਈ। ਪ੍ਰਭ ਬਾਣੀ ਸ਼ਬਦ ਸੁਪਾਖਿਆ, ਬਾਣੀ ਸ਼ਬਦ ਸੁਪਾਖਿਆ। ਗਾਵੋ ਸੁਨੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਗਾਵੋ ਸੁਨੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਗੁਰ ਨਾਨਕ ਕੀ ਵਡਿਆਈ, ਸਰਬ ਕਲਾ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਨ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਨ ਆਈ।
ਸਾਚਾ ਸਾਹਿਬ ਅਮੇਟ ਬਡਾਈ, ਭਗਤ ਵਚਨ ਦਿਆਲਾ। ਸੰਤਾ ਕੀ ਪੈਜ ਰੱਖ ਡਾਇਆ, ਆਦ ਬਿਰਦ ਪ੍ਰਤਪਾਲਾ। ਸੰਤਾ ਕੀ ਪੈਜ ਰੱਖ ਡਾਇਆ, ਆਦ ਬਿਰਦ ਪ੍ਰਤਪਾਲਾ। ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਸਰਬ ਕਲਾ ਬਣ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ, ਸਰਬ ਵੇਲਾ ਮੁਖ ਪਾਵੋ। ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਸਰਬ ਕਲਾ ਬਣ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਸਰਬ ਕਲਾ ਬਣ ਆਈ, ਸਰਬ ਕਲਾ ਬਣ ਆਈ, ਸਰਬ ਕਲਾ ਬਣ ਆਈ। ਸਰਬ ਕਲਾ ਬਣ ਆਈ, ਸਰਬ ਕਲਾ ਬਣ ਆਈ, ਸਰਬ ਕਲਾ ਬਣ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ। ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਸਰਬ ਕਲਾ ਬਣ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ।
ਸਰਬ ਕਲਾ ਬਣ ਆਈ, ਸਰਬ ਕਲਾ ਬਣ ਆਈ, ਸਰਬ ਕਲਾ ਬਣ ਆਈ। ਵਾਹਿਗੁਰੂ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨ। ਇਸੇ ਤਰ੍ਹਾਂ ਹੀ ਸਮੂਹ ਸਿੱਖ ਸੰਗਤਾਂ ਨੂੰ ਆਪਣੇ ਪਾਵਨ ਪਵਿੱਤਰ ਪੁਰਬ ਮਨਾਉਣ ਦਾ ਸੁਭਾਗ ਉਦਮ ਬਖਸ਼ਿਸ਼ ਕਰ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਗੁਰੂ ਘਰ ਦੇ ਵਿੱਚ ਇਸੇ ਤਰ੍ਹਾਂ ਹਾਜ਼ਰੀਆਂ ਲਵਾ ਕੇ ਸੇਵਾ ਕਰਕੇ ਸਾਰੇ ਹੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਸਕੀਏ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ। ਉਸ ਤੋਂ ਉਪਰੰਤ ਥੋੜ੍ਹਾ ਜਿਹਾ ਸਮਾਂ ਸਤਿਕਾਰਯੋਗ ਵੀਰ ਗੁਰਜਨ ਸਿੰਘ ਜੀ ਉਹ ਵੀ ਪਹੁੰਚੇ ਹਨ, ਉਹ ਵੀ 5-7 ਮਿੰਟ ਵਾਸਤੇ ਹਾਜ਼ਰੀ ਭਰਨਗੇ, ਕਿਉਂਕਿ ਸਾਰੇ ਹੀ ਸਿੰਘ ਗੁਰੂ ਕੀ ਕਿਰਤ ਕਰਦੇ ਹਨ ਅਤੇ ਸਮਾਂ ਕੱਢ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਂਦੇ ਹਨ। ਸਤਿਗੁਰੂ ਜੀ ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਸਾਰਿਆਂ ਨੂੰ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सेवक सिख पूजन सब आवे, सब गावे हर हर उत्तम बाणी। सेवक सिख पूजन सब आवे, सब गावे हर हर उत्तम बाणी। गाविया सुनिया तिनका हर थाए पावे, जिन सतगुर की आज्ञा सत सत कर माने। हुक्म मनिए होवे प्रमाण, ता खसमे का महल पाइसी। गुरु कोल आउणा होर गल है, गुरु की गल मनना होर गल है। आज जिन्हां दा पावन प्रकाश पुरब मना रहे हैं, उन्हां दे आउण तो पहला 4 वेद, 22 सिमरतियां, 18 पुराण ते सनातन धर्म के मुताबिक 33 करोड़ देवता मौजूद सी। पर जितने भी होर धर्म सन, भावें वो मुसलमान धर्म है, भावें क्रिश्चियनिटी है, भावें हिंदू धर्म है, उन्हां दी दया, उन्हां दा दायरा एक सीमित सी। पर गुरु नानक पातशाह नूं, जिन्हों कि जगत दा गुरु कहा है, ਜ਼ਾਹਰ ਪੀਰ जगत गुरु बाबा, ਤੇ ਉਸ जगत गुरु बाबे ਦਾ ਇੱਕ ਸੁਪਨਾ ਸੀ ਜੋ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ ਕਿ ਘਰ ਘਰ ਅੰਦਰ ਧਰਮਸਾਲ। ਗੱਲ ਕੌੜੀ ਕਹਿਣ ਲੱਗਾ,
ਪਰ ਫਰਜ਼ ਹੈ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ। ਇਹ ਸੁਪਨਾ ਸੀ ਗੁਰੂ ਨਾਨਕ ਪਾਤਸ਼ਾਹ ਦਾ, ਕੀ ਅਸੀਂ ਮੰਨਿਆ? ਅੱਜ ਹਰ ਘਰ ਵਿੱਚ ਇੱਕ ਬਾਰ ਮਿਲ ਜਾਏਗੀ। ਜ਼ਿਆਦਾਤਰ ਲੋਕਾਂ ਦੇ ਘਰਾਂ ਵਿੱਚ ਸ਼ਿੰਗਾਰ ਕਰਨ ਦੀ ਜਗ੍ਹਾ ਮਿਲ ਜਾਏਗੀ, ਨਾਈ ਦੀ ਦੁਕਾਨ ਮਿਲ ਜਾਏਗੀ, ਪਰ ਧਰਮਸਾਲ ਦੀ ਜਗ੍ਹਾ ਨਹੀਂ ਮਿਲਦੀ। ਧਰਮ ਸਥਾਨ, ਸਿਮਰਨ ਦੀ ਜਗ੍ਹਾ, ਬੰਦਗੀ ਦੀ ਜਗ੍ਹਾ ਉਹ ਵਿਰਲੇ ਹੀ ਕਿਸੇ ਦੇ ਘਰ ਵਿੱਚ ਮਿਲਦੀ ਹੈ। ਜੇ ਜੁੜਾਂਗੇ, ਗੁਰੂ ਦੀ ਆਗਿਆ ਨੂੰ ਮੰਨਾਂਗੇ, ਤੇ ਗੁਰੂ ਹਮੇਸ਼ਾ ਅੰਗ ਸੰਗ ਹੋਵੇਗਾ। ਗੁਰੂ ਦੀ ਰਹਿਮਤ, ਗੁਰੂ ਦੀ ਕਿਰਪਾ ਲੈਣ ਵਾਸਤੇ ਪਹੁੰਚਦੇ ਹਾਂ, ਬੜੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਹਾਂ। ਫਿਰ ਜਦੋਂ ਗੱਲ ਮੰਨਾਂਗੇ, ਗੁਰੂ ਨੇੜੇ ਹੋਵੇਗਾ ਤੇ ਹਰ ਇੱਕ ਪਲ ਉਹ ਸੰਭਾਲਣਾ ਕਰੇਗਾ। ਕਿਉਂਕਿ ਸਾਹਿਬਾਂ ਦਾ ਫਰਮਾਨ ਹੈ ਕਿ ਦਮ ਦਮ ਸਦਾ ਸੰਭਾਲਤਾ, ਦਮ ਨਾ ਬਿਰਥਾ ਜਾਏ। ਜਦੋਂ ਨੇੜਤਾ ਬਣ ਜਾਏਗੀ ਐਸੇ ਗੁਰੂ ਨਾਲ, ਫਿਰ ਜੋ ਪੁਰਖ ਹੈ ਉਹ ਹਮੇਸ਼ਾ ਉਸ ਪ੍ਰਭੂ ਦੀ ਰਜ਼ਾ ਵਿੱਚ ਰਹੇਗਾ, ਉਹਦੇ ਨਾਲ ਮਿਲ ਕੇ ਆਪਣਾ ਜੀਵਨ ਬਤੀਤ ਕਰੇਗਾ। ਆਓ ਜੁੜੀਏ ਸ਼ਬਦ ਨਾਲ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। खसमे का हुक्म पिया, और खसमे का हुक्म पिया। विण सतगुर पेटिया न जाए, विण सतगुर चेतिया न जाए। विण सतगुर चेतिया न जाए, सतगुर चेतिया न जाए। विण सतगुर चेतिया न जाए, विण सतगुर चेतिया न जाए। दम दम सदा संभालता, दम न बिरथा जाए। दम दम सदा संभालता, दम न बिरथा जाए।
सतगुर मिलिए अंतर रब रहया। सतगुर मिलिए अंतर रब रहया, सदा रहया लिव लाए, 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 सदा रहया लिव लाए। दम दम सदा संभाला, दम ना बिरता जाए, दम दम सदा संभाला, दम ना बिरता जाए, दम ना बिरथा जाए, दम ना बिरथा जाए, दम ना बिरथा जाए, दम ना बिरथा जाए। दम दम सदा संभालना, दम ना बिरथा जाए, दम दम सदा संभालना, दम ना बिरथा जाए। जन्म मरण का पौ गया, जन्म मरण का पौ गया, जीवन पदवी पाए, 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 जीवन पदवी पाए। दम दम सदा संभालना, दम ना बिरथा जाए, दम दम सदा संभालना, दम ना बिरथा जाए। ਨਾਨਕ ਇਹ ਮਰਤਬਾ ਜਿਸਨੂੰ ਦੇ, ਨਾਨਕ ਇਹ ਮਰਤਬਾ ਤਿਸਨੂੰ ਦੇ, ਜਿਸਨੂੰ ਕਿਰਪਾ ਕਰੇ ਰਜ਼ਾਏ, ਜਿਸਨੂੰ ਕਿਰਪਾ ਕਰੇ ਰਜ਼ਾਏ, ਜਿਸਨੂੰ ਕਿਰਪਾ ਕਰੇ ਰਜ਼ਾਏ, ਜਿਸਨੂੰ ਕਿਰਪਾ ਕਰੇ ਜਿਸਨੂੰ ਕਿਰਪਾ ਕਰੇ ਰਜ਼ਾ, ਜਿਸਨੂੰ ਕਿਰਪਾ ਕਰੇ ਰਜ਼ਾ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਤਾ ਜਾਏ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਤਾ ਜਾਏ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਦਮ ਦਮ ਸਦਾ ਸੰਭਾਲਦਾ, ਦਮ
ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਗੁਰੂ ਹਮੇਸ਼ਾ ਅੰਗ ਸੰਗ ਹੈ। ਸਾਹਿਬਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੱਟੀ ਧੁੰਦ ਜਗ ਚਾਨਣ ਹੋ, ਜਗ ਚਾਨਣ ਹੋ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ। ਜਿਉ ਕਰ ਸੂਰਜ ਨਿਕਲਿਆ, ਜਿਉ ਕਰ ਸੂਰਜ ਨਿਕਲਿਆ, ਜਿਉ ਕਰ ਸੂਰਜ ਨਿਕਲਿਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਤਾਰੇ ਛਪੇ ਅੰਧੇਰ ਪਲੋਆ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ। ਸਿੰਘ ਬੁਕੇ ਮਿਰਗਾਵਲੀ, ਸਿੰਘ ਬੁਕੇ ਮਿਰਗਾਵਲੀ, ਬੰਦੀ ਜਾਏ ਨਾ ਧੀਰ ਧਰੋਆ, ਬੰਦੀ ਜਾਏ ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਧਰੇ। ਸਿੱਧ ਆਸਣ ਸਭ ਜਗਤ ਦੇ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ, ਨਾਨਕ ਆਦ ਮਤੇ ਜੇ ਕੋਆ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਸਤਿਗੁਰੂ ਨਾਨਕ ਪ੍ਰਗਟਿਆ,
ਘਰ ਘਰ ਅੰਦਰ ਧਰਮਸਾਲ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਿਸੋਆ, ਹੋਵੇ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਨਾਨਕ ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਸਤਿਕਾਰ ਦੇ ਨਾਲ ਲੋਕਲ ਗੁਰੂ ਘਰ ਦੇ ਜਥਿਆਂ ਕੋਲੋਂ ਕੀਰਤਨ ਸਰਵਣ ਕਰ ਰਹੇ ਸੀ। ਬਹੁਤ ਧੰਨਵਾਦੀ ਹਾਂ ਸਿਆਰਾ ਸਿੰਘ ਓਮਨੀ ਵੀਡੀਓ ਵਾਲੇ ਜਿਹੜਾ ਕਿ ਲਾਈਵ ਪ੍ਰੋਗਰਾਮ ਦੇ ਰਹੇ ਹਨ। ਉਸ ਤੋਂ ਇਲਾਵਾ ਬੀਬੀਆਂ ਤੇ ਸਿੰਘ ਲੰਗਰਾਂ ਦੀ ਸੇਵਾ ਕਰ ਰਹੇ ਹਨ। ਹੋਰ ਪ੍ਰਬੰਧਕ ਸੱਜਣ ਜਾਂ ਸੇਵਾਦਾਰ ਜੋ ਲਗਾਤਾਰ ਗੁਰੂ ਘਰ ਦੀ ਸੇਵਾ ਕਰ ਰਹੇ ਹਨ, ਡਾਇਰੈਕਸ਼ਨ ਚੰਗੀ ਦੇ ਰਹੇ ਹਨ। ਤੇ ਅੱਜ ਦੇ ਜੋ ਲੰਗਰਾਂ ਦੀ ਸੇਵਾ ਹੈ ਉਹ ਸਰਦਾਰ ਮਨਜੀਤ ਸਿੰਘ ਦਿਓਲ, ਗੁਰਪ੍ਰੀਤ ਸਿੰਘ ਗਰਾਇਆ ਤੇ ਗੁਰਤੇਜ ਸਿੰਘ ਖਹਿਰਾ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਹੈ। ਬਹੁਤ ਸਾਰੇ ਸੇਵਾਦਾਰ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਹਨ। ਸਾਧ ਸੰਗਤ ਜੀ, ਜਿੰਨੇ ਵੀ ਕੀਰਤਨੀਏ ਸਿੰਘ ਇੱਥੇ ਕੀਰਤਨ ਕਰ ਰਹੇ ਸਨ, ਗੁਰਚਰਨ ਸਿੰਘ ਮੇਰੇ ਖਿਆਲ ਨਵੇਂ ਆਏ ਹਨ, ਇਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ, ਕਮਿਊਨਿਟੀ ਦੀ ਸੇਵਾ ਕੀਤੀ ਤੇ ਬੜਾ ਹੀ ਜਸ ਖੱਟਿਆ। ਤੇ ਜੇ ਆਉਣ ਵਾਲੀ ਜੋ ਪੀੜ੍ਹੀ ਹੈ ਜਾਂ ਆਉਣ ਵਾਲੇ ਜੋ ਗਿਆਨੀ ਸਾਹਿਬਾਨ ਹਨ, ਉਹਨਾਂ ਵਾਸਤੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਜੇ ਅਸੀਂ ਗੁਰੂ ਘਰ ਦੀ ਸੇਵਾ ਕਰਨ ਤੋਂ ਬਾਅਦ ਸਖਤ ਮਿਹਨਤ ਕਰਦੇ ਹਾਂ, ਕਿਰਤ ਕਰਦੇ ਹਾਂ, ਵੰਡ ਕੇ ਸਕਦੇ ਹਾਂ, ਮੈਂ ਸਮਝਦਾ ਹਾਂ ਕਿ ਇੱਕ ਬਹੁਤ ਹੀ ਵੱਡਾ ਹੀ ਉਦਾਹਰਨ ਹੈ ਸਾਡੇ ਸਾਰਿਆਂ ਵਾਸਤੇ। ਦਾਸ ਨੇ ਇਹਨਾਂ ਦੇ ਕੋਲੋਂ ਬਹੁਤ ਕੁਝ ਸਿੱਖਿਆ ਹੈ। ਸੋ ਫਿਰ ਦੁਬਾਰਾ ਸਾਰੇ ਸੱਜਣਾਂ ਦਾ, ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਗਿਆਨੀ ਹਰਵਿੰਦਰ ਸਿੰਘ ਜੀ, ਜੋ ਥੋੜੇ ਕਈ ਵਾਰੀ ਇੱਕ ਦਵਾਈ ਹੁੰਦੀ ਹੈ, ਦਵਾਈ ਉਹ ਦਈਏ ਤੇ ਉਸੇ ਵੇਲੇ ਉਹਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ, ਉਹ ਭਾਈ ਹਰਵਿੰਦਰ ਸਿੰਘ ਜੀ ਹਨ। ਥੋੜੇ ਚਿਰ ਦੇ ਵਿੱਚ ਇਹਨਾਂ ਨੇ ਇੰਨੀ ਤਰੱਕੀ ਕੀਤੀ, ਆਪਣੇ ਆਪ ਨੇ ਇੰਨਾ ਪ੍ਰੋਗਰੈਸ ਕੀਤਾ ਕਿ ਵੇਖ ਕੇ ਹੈਰਾਨ ਰਹਿ ਜਾਈਦਾ ਹੈ ਕਿ ਇੰਨੀ ਨੌਲੇਜ, ਇੰਨਾ ਗਿਆਨ। ਗੁਰੂ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੈ। ਆਪ ਜੀ ਨੂੰ 10 ਮਿੰਟ ਵਾਸਤੇ ਕਥਾ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ,
ਗੁਰੂ ਨਾਨਕ ਕੀ ਵਡਿਆਈ। ਸਹਿਬਾਂ ਦੀ ਪਾਵਨ ਗੋਦ ਅੰਦਰ ਸੁਭਾਈਮਾਨ ਸਤ ਸੰਗੀ ਜਨੋ ਵਡਭਾਗੇ ਹਾਂ। ਸਿੱਖ ਧਰਮ ਦੇ ਬਾਨੀ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਤਿੰਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਜੋ ਗੁਰੂ ਮਹਾਰਾਜ ਜੀ ਨੇ ਸਾਨੂੰ ਸੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਸ ਸੰਗਤ ਵਿੱਚ ਬੈਠ ਕੇ ਪ੍ਰੇਮ ਮਨ ਹਿਰਦੇ ਵਿੱਚ ਪੈਦਾ ਹੁੰਦਾ ਹੈ। ਪਰ ਨਾਲ ਪਾਤਸ਼ਾਹ ਨੇ ਇਹ ਗੱਲ ਸਮਝਾਈ ਕਿ ਪ੍ਰੇਮ ਤੋਂ ਬਿਨਾਂ ਭਗਤੀ ਕੀਤੀ ਨਹੀਂ ਜਾ ਸਕਦੀ। ਧੰਨ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਚਾਰ ਕੀਤੇ ਸੰਬੰਧ ਰੱਖਦੇ ਹੈ। ਇੱਕ ਕਿਸਾਨ ਵੀਰ ਜੋ ਖੇਤੀ ਕਰਦਾ ਹੈ, ਇੱਕ ਦੁਕਾਨਦਾਰ ਵੀਰ ਜੋ ਦੁਕਾਨ ਤੇ ਬੈਠ ਕੇ ਸੌਦਾ ਵੀ ਵੇਚਦਾ ਹੈ, ਕੱਪੜਾ ਵੇਚਦਾ, ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੇਚਦਾ ਹੈ। ਇੱਕ ਉਹ ਮਨੁੱਖ ਜਿਹੜਾ ਵਪਾਰ ਕਰਦਾ ਹੈ। ਚੌਥੇ ਨੰਬਰ ਤੇ ਜਿਹੜਾ ਮਨੁੱਖ ਚਾਕਰੀ ਕਰਦਾ, ਨੌਕਰੀ ਕਰਦਾ ਹੈ। ਜਦੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਵੇਖੋਗੇ ਨਾ, ਇਹ ਚਾਰੀ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੇ ਹੈ। ਪਾਤਸ਼ਾਹ ਨੇ ਖੇਤੀਬਾੜੀ ਵੀ ਕੀਤੀ ਹੈ, ਹਜ਼ੂਰ ਨੇ ਵਪਾਰ ਵੀ ਕੀਤਾ ਹੈ, ਪਾਤਸ਼ਾਹ ਮਾਲਕ ਜੀ ਨੇ ਦੁਕਾਨਦਾਰੀ ਵੀ ਕੀਤੀ ਹੈ, ਹਜ਼ੂਰ ਨੇ ਚਾਕਰੀ ਕਰਕੇ ਵੀ ਵਿਖਾਇਆ ਹੈ। ਹੁਣ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਹੈ। ਸੋਠ ਰਾਗ ਦਾ ਬਚਨ ਹੈ, 595 ਅੰਗ ਤੇ ਸ਼ਬਦ ਦੀ ਆਰੰਭਤਾ ਹੈ ਤੇ 96 ਅੰਗ ਤੇ ਜਾ ਕੇ ਸੰਪੂਰਨਤਾ ਹੈ। ਉਸ ਸ਼ਬਦ ਦਾ ਰਹਾਉ ਦਾ ਜਿਹੜਾ ਬੰਧ ਹੈ ਉਹ ਬੜੇ ਕਮਾਲ ਦਾ ਹੈ। ਬਾਕੀ ਸਾਰੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਮਾਇਆ ਦੀ ਗੱਲ ਕਰਦੇ ਹੈ, ਕਿੱਤਿਆਂ ਦੀ ਗੱਲ ਕਰਦੇ ਹੈ। ਪਰ ਰਹਾਉ ਦੀ ਬੰਧ ਵਿੱਚ ਮਹਾਰਾਜ ਜੀ ਆਖਦੇ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ। ਹੇ ਭਾਈ, ਮਾਇਆ ਸਾਥ ਨਹੀਂ ਦਿੰਦੀ। ਕੋਈ ਮਨੁੱਖ ਵਿਰਲਾ ਹੀ ਸਮਝਦਾ ਹੈ ਕਿ ਮਾਇਆ ਜੀਵਨ ਦਾ ਸਾਥੀ ਨਹੀਂ ਹੈ, ਇਹਨੇ ਸਾਥ ਨਹੀਂ ਨਿਭਣਾ। ਪਰ ਦੋ ਬਚਨ ਰੱਬੀ ਬਾਣੀ ਵਿੱਚ ਆਪ ਜੀ ਦੇ ਸਨਮੁਖ ਰੱਖਾਂ। ਇੱਕ ਬਾਬਾ ਕਬੀਰ ਸਾਹਿਬ ਜੀ ਦਾ, ਇੱਕ ਗੁਰੂ ਅਮਰਦਾਸ ਮਹਾਰਾਜ ਜੀ ਦਾ। ਕਿਹੜੀ ਮਾਇਆ ਸਾਥ ਨਹੀਂ ਨਿਭਦੀ, ਕਿਹੜੀ ਮਾਇਆ ਜੀਵਨ ਨੂੰ ਸੁੱਖ ਨਹੀਂ ਦਿੰਦੀ, ਕਿਹੜੀ ਮਾਇਆ ਜੀਵਨ ਨੂੰ ਦੁਖੀ ਕਰ ਦਿੰਦੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ, ਬੋ ਪਰਪੰਚ ਕਰ ਪਰ ਤਨ ਲਿਆਵੇਂ, ਸੁਤ ਦਾਰਾ ਪੈ ਆਂ ਲਟਾਵੇਂ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ ਪਰ ਧਨ। ਗੁਰੂ ਅਮਰਦਾਸ ਮਹਾਰਾਜ ਨੇ ਇਹਨੂੰ ਕੱਚਾ ਧਨ ਕਿਹਾ। ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕੈ ਧਨ ਸਦਾ ਦੁਖ ਹੋਏ। ਜਿਹੜਾ ਵਿਖਿਆ ਦਾ ਧਨ ਹੈ, ਦੂਜੇ ਨੂੰ ਲੁੱਟ ਕੇ ਲਿਆਂਦਾ ਗਿਆ, ਮਾਰ ਕੇ ਲਿਆਂਦਾ ਗਿਆ, ਜੋ ਭਾਈ ਸੱਜਣ ਪਹਿਲਾਂ ਕਰਦਾ ਪਿਆ ਸੀ, ਜੋ ਮਲਕ ਭਾਗੋ ਕਰ ਰਿਹਾ ਸੀ, ਜੋ ਦੁਨੀ ਚੰਦ ਕਰ ਰਿਹਾ ਸੀਗਾ, ਉਹ ਦੂਜੇ ਨੂੰ ਲੁੱਟ ਕੇ ਲੈ ਕੇ ਜਿਹੜਾ ਆਉਂਦਾ, ਉਸ ਧਨ ਨੇ ਮਨੁੱਖ ਨੂੰ ਦੁਖੀ ਹੀ ਕਰਨਾ ਹੈ। ਉਹ ਧਨ ਨੇ ਸਾਥੀ ਨਹੀਂ ਬਣਨਾ ਜੀਵਨ ਦਾ। ਪਰ ਸਤਿਗੁਰੂ ਮਹਾਰਾਜ ਨੇ 10 ਨੋਹਾਂ ਦੀ ਕਿਰਤ ਸਿੱਖ ਨੂੰ ਦਿੱਤੀ ਹੈ, ਕਰਕੇ ਵਿਖਾਈਏ। ਕੇਵਲ ਮਹਾਰਾਜ ਨੇ ਬਚਨ ਨਹੀਂ ਕਿਹਾ, ਕਾਵ ਰੂਪ ਦੇ ਵਿੱਚ ਬਾਣੀ ਕੇਵਲ ਲਿਖੀ ਨਹੀਂ ਹੈ। ਜੋ ਹੰਡਾਇਆ, ਜੋ ਵਰਤਿਆ, ਉਹ ਗੁਰੂ ਨਾਨਕ ਪਾਤਸ਼ਾਹ ਲਿਖ ਕੇ ਗਏ, ਸਿੱਖਾ ਮੈਂ ਕਰਕੇ ਚੱਲਿਆ, ਤੂੰ ਵੀ ਕਰ ਸਕਦਾ। ਇਹ ਨਹੀਂ ਕਿ ਕੇਵਲ ਮੈਂ ਲਿਖ ਕੇ ਚੱਲਿਆ ਵਾ ਕਿ ਤੇਰੇ ਕੋਲ ਹੋ ਸਕਦਾ ਤੇ ਕਰ ਲੈ, ਨਹੀਂ ਹੋ ਸਕਦਾ ਤੇ ਨਾ ਕਰੀ। ਮੈਂ ਕਰਕੇ ਚੱਲਿਆ, ਤੇਰੇ ਵਾਸਤੇ ਮੈਂ ਰਸਤਾ ਬਣਾ ਕੇ ਚੱਲਿਆ, ਤੂੰ ਕੇਵਲ ਉਸ ਰਸਤੇ ਤੇ ਤੁਰਨਾ ਹੈ। ਜਿਵੇਂ ਜੰਗਲ ਹੋਵੇ ਨਾ, ਤੇ ਇੱਕ ਮਨੁੱਖ ਉਸ ਜੰਗਲ ਦੇ ਵਿੱਚੋਂ ਲੰਘਦਾ, ਉਹ ਕਹਿੰਦਾ ਕਿ ਜੰਗਲ ਵਿੱਚ ਰਸਤਾ ਤੇ ਕੋਈ ਹੈ ਨਹੀਂ ਹੈ। ਉਸ ਰਸਤੇ ਨੂੰ ਤਿਆਰ ਕਰਦਾ।
ਤਾਂ ਕਿ ਆਉਣ ਵਾਲੇ ਜਿਹੜੇ ਪਿੱਛੇ ਆ ਉਹਨਾਂ ਨੂੰ ਰਸਤਾ ਵੀ ਪਤਾ ਹੋਵੇ ਤੇ ਇਸ ਰਸਤੇ ਤੇ ਤੁਰ ਕੇ ਮੈਨੂੰ ਮੰਜ਼ਿਲ ਮਿਲ ਸਕਦੀ ਏ। ਉਹ ਰਸਤਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤਿਆਰ ਕਰਕੇ ਗਏ ਆ ਕਿ ਸਿੱਖਾ ਇਸ ਰਸਤੇ ਤੇ ਤੁਰੀ ਤੂੰ ਨਿਰੰਕਾਰ ਦੇ ਦੇਸ਼ ਦਾ ਵਾਸੀ ਬਣ ਜਾਏਗਾ, ਤੂੰ ਰੱਬ ਦੇ ਘਰ ਪਹੁੰਚ ਜਾਏਗਾ। ਇਹ ਰਹਾਉ ਦਾ ਬੰਧ ਹੈ। ਆਰੰਭਤਾ ਕਰਨ ਲੱਗਾ ਹਾਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ। ਹੁਣ ਇੰਨਾ ਕੁਝ ਕਰਨਾ ਹੈ। ਮਹਾਰਾਜ ਕਹਿੰਦੇ ਮਨ ਨੂੰ ਹਾਲੀ ਬਣਾ ਲੈ, ਉੱਚੇ ਆਚਰਨ ਨੂੰ ਵਾਹੀ ਬਣਾ ਲੈ, ਮਿਹਨਤ ਨੂੰ ਪਾਣੀ ਬਣਾ ਲੈ, ਸਰੀਰ ਨੂੰ ਖੇਤ ਬਣਾ ਲੈ। ਹੁਣ ਨਾਮ ਕਾਹਦਾ ਬੀਜਣਾ? ਨਾਮ ਬੀਜ, ਨਾਮ ਦਾ ਬੀਜ ਬੀਜ ਸੰਤੋਖ ਸੁਹਾਗਾ, ਰੋਲਾ ਨਾ ਪਾਈ। ਜੇ ਤੂੰ ਬਾਣੀ ਪੜ੍ਹ ਕੇ ਜਪਜੀ ਸਾਹਿਬ ਦੇ 5 ਪਾਠ ਕਰਕੇ ਆ, ਜਿਹਨੇ ਇੱਕ ਨਹੀਂ ਕੀਤਾ ਉਹਦੇ ਤੇ ਐਵੇਂ ਗਿਆਨ ਝਾੜੀ ਨਾ ਜਾਈ। ਤੂੰ ਤੇ ਇੱਕ ਵੀ ਪਾਠ ਨਹੀਂ ਕੀਤਾ, ਮੈਂ ਤੇ 5 ਕਰਕੇ ਆਇਆ ਵਾਂ। ਸੰਤੋਖ ਰੱਖੀ, ਸਬਰ ਦੇ ਵਿੱਚ ਰਹੀਂ, ਸੰਤੋਖ ਦਾ ਸੁਹਾਗਾ ਫੇਰਦੀ ਉੱਪਰ। ਰੱਖ ਗਰੀਬੀ ਵੇਸ, ਸਾਦਾ ਜੀਵਨ ਰੱਖੀ ਤੂੰ ਆਪਣੇ ਅੰਦਰ। ਜੋ ਬਾਬਾ ਫਰੀਦ ਸਾਹਿਬ ਨੇ ਆਖਿਆ ਨਾ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਨੀ ਸੋ ਟਿੱਬੇ ਜਿਉ ਮਿਆਹ। ਜਿਹੜਾ ਮਨੁੱਖ ਸਾਦਾ ਜੀਵਨ ਗਰੀਬੀ ਵੇਸ ਮਨ ਹਿਰਦੇ ਵਿੱਚ ਰੱਖਦਾ ਨਹੀਂ, ਹੰਕਾਰ ਰੱਖਦਾ, ਉਹ ਮਾਲਕ ਦੇ ਦਰ ਤੇ ਜਿਵੇਂ ਦਾ ਆਉਂਦਾ ਤਿਵੇਂ ਦਾ ਚਲਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਇਦਾਂ ਦਾ ਕਿਰਸਾਨ ਬਣੀ, ਹੋਏਗਾ ਕਿ ਫਸਲ ਕਿਹੜੀ ਪੈਦਾ ਹੋਏਗੀ? ਕਹਿੰਦੇ ਪ੍ਰੇਮ ਦੀ ਫਸਲ ਪੈਦਾ ਹੋਏਗੀ। ਪ੍ਰੇਮ ਐਵੇਂ ਨਹੀਂ ਪੈਦਾ ਹੁੰਦਾ, ਇਸ ਰਸਤੇ ਦੇ ਵਿੱਚੋਂ ਲੰਘਣਾ ਪਏਗਾ ਤੈਨੂੰ। ਯਾਦ ਰੱਖਣਾ, ਗੁਰਬਾਣੀ ਨੇ ਪ੍ਰੇਮ ਨੂੰ ਉੱਤਮ ਕਰਕੇ ਜਾਣਿਆ। ਭਾਵੇਂ ਮਨੁੱਖ ਅਤ ਦਾ ਸੁੰਦਰ ਕਿਉਂ ਨਾ ਹੋਵੇ, ਉੱਚੀ ਕੁਲ ਵਾਲਾ ਕਿਉਂ ਨਾ ਹੋਵੇ, ਗਿਆਨੀ ਕਿਉਂ ਨਾ ਹੋਵੇ, ਧਨਵਾਨ ਕਿਉਂ ਨਾ ਹੋਵੇ, ਕਿੰਨਾ ਕੁਝ ਵੀ ਉਹਦੇ ਕੋਲ ਕਿਉਂ ਨਾ ਹੋਵੇ, ਜੇ ਉਹ ਪ੍ਰੇਮ ਤੋਂ ਖਾਲੀ, ਮਹਾਰਾਜ ਕਹਿੰਦੇ ਮੇਰੀ ਨਜ਼ਰਾਂ 'ਚ ਤੂੰ ਮਰਿਆ ਹੋਇਆ ਹੈ। ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ, ਮਿਰਤ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਹੁਣ ਅਗਲੇ ਬੰਦ ਵੱਲ ਚੱਲੀਏ ਆਪਾਂ। ਦੂਸਰਾ ਬੰਦ ਹੈ ਇਸ ਸ਼ਬਦ ਦਾ, ਜਿੱਥੇ ਮਹਾਰਾਜ ਦੁਕਾਨਦਾਰ ਦੀ ਗੱਲ ਕਰਨ ਲੱਗੇ। ਜਿਹੜਾ ਵੀਰ ਦੁਕਾਨਦਾਰ, ਸ਼ੋਪ ਦਾ ਮਾਲਕ ਕੋਈ ਬੈਠਾ ਹੈ, ਉਹਨੂੰ ਸਤਿਗੁਰੂ ਜੀ ਸਮਝਾਉਣ ਲੱਗੇ ਹੈ, ਤੂੰ ਆਪਣੀ ਦੁਕਾਨਦਾਰੀ ਕਿੱਦਾਂ ਦੀ ਕਰਨੀ। ਕਿਸਾਨ ਵੀਰ ਨੂੰ ਸਮਝਾਇਆ, ਤੂੰ ਇਦਾਂ ਦੀ ਖੇਤੀ ਕਰੀ, ਰੱਬ ਭਾਗ ਲਾਏਗਾ, ਤੇਰੀ ਖੇਤੀ ਬੜੀ ਪ੍ਰਫੁੱਲਤ ਹੋਏਗੀ, ਬਾਹਰ ਵਾਲੀ ਖੇਤੀ ਵੀ ਤੇ ਅੰਦਰ ਵਾਲੀ ਵੀ ਖੇਤੀ। ਫਿਰ ਅੱਗੇ ਮਾਲਕ ਜੀ ਕਹਿੰਦੇ ਹਾਨ ਹਟ ਕਰ ਆਰਜਾ, ਸੱਚ ਨਾਮ ਕਰ ਵਥ। ਸੱਚੇ ਪਾਤਸ਼ਾਹ ਕਹਿੰਦੇ ਸਰੀਰ ਨੂੰ ਹੱਟੀ ਬਣਾ ਲਈ, ਹਰੇਕ ਸਵਾਸ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ, ਉਸ ਹੱਟੀ ਦੇ ਵਿੱਚ ਸੌਦਾ ਰੱਖਣਾ ਹੈ। ਸਰੀਰ ਕੀ ਹੱਟੀ ਹੈ, ਰੱਬ ਨੇ ਸਾਨੂੰ ਕੀਮਤੀ ਸਵਾਸ ਦਿੱਤੇ ਹੈ। ਹੁਣ ਅਸੀਂ ਵੇਖਣਾ ਹੈ ਕਿ ਇਹਨਾਂ ਸਵਾਸਾਂ ਨੂੰ ਖਰਚ ਕਰਕੇ ਅਸੀਂ ਆਪਣੇ ਅੰਦਰ ਕੀ ਟਿਕਾ ਰਹੇ ਹਾਂ, ਅਸੀਂ ਆਪਣੇ ਜੀਵਨ ਨੂੰ ਕਿੱਦਾਂ ਬਣਾਉਣਾ ਹੈ। ਇਹ ਸਾਡੇ ਹੱਥ ਵੱਸ ਹੈ ਕਿ ਜੋ ਅਸੀਂ ਸਵਾਸ ਲੈ ਰਹੇ, ਜਿਹੜੇ ਸਵਾਸ ਬਾਣੀ ਪੜ੍ਹ ਕੇ ਲੈ ਗਏ, ਜਿਹੜੇ ਸਵਾਸ ਸੇਵਾ ਕਰਕੇ ਲੈ ਗਏ, ਜਿਹੜਾ ਸਵਾਸ ਪਰਉਪਕਾਰ ਕਰਕੇ ਲੈ ਗਏ, ਉਹਨਾਂ ਨੇ ਉਹ ਕੁਝ ਤੇਰੇ ਜੀਵਨ ਵਿੱਚ ਪੈਦਾ ਕਰਨਾ ਹੈ। ਜੋ ਸਵਾਸ ਨਿੰਦਿਆ ਕਰਕੇ, ਬੁਰਾਈ ਕਰਕੇ, ਕਿਸੇ ਦਾ ਕੰਮ ਵਿਗਾੜ ਕੇ ਕੀਤੇ ਗਏ, ਉਹੀ ਤੇਰੇ ਅੰਦਰ ਆਉਣਾ ਹੈ। ਕਿਉਂਕਿ ਜੋ ਕਰੇਗਾ ਸੋ ਭਰੇਗਾ, ਜੋ ਕੁਝ ਕਰੇਗਾ ਉਹ ਕੁਝ ਤੇਰੇ ਅੰਦਰ ਆਉਣਾ ਹੈ। ਐ ਕਰ ਕਰੇ ਸੋ ਐ ਕਰ ਪਾਏ। ਜੋ ਕੁਝ ਆਹ ਹੱਥ ਨਾਲ ਕਰੇਗਾ, ਆਹ ਹੱਥ ਦੇ ਨਾਲ ਨੂੰ ਵਾਪਸ ਆਉਂਦਾ ਜਾਣਾ ਹੈ। ਹਾਨ ਹਟ ਕਰ ਆਰਜਾ, ਸੱਚ ਨਾਮ ਕਰ ਵਤ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵੇ ਤਿਸ ਨੂੰ ਰੱਖ। ਹੁਣ ਉਹ ਭਾਂਡੇ ਕਿਹੜੇ ਨੇ? ਜਿਹਦੇ ਵਿੱਚ ਤੂੰ ਇਹ ਸੌਦਾ ਟਿਕਾਉਣਾ ਹੈ ਨਾਮ ਦਾ, ਜਿਹਦੇ ਸੌਦਾ ਟਿਕਾਉਣਾ ਹੈ ਤੂੰ ਗੁਣਾ ਦਾ। ਪਾਤਸ਼ਾਹ ਕਹਿੰਦੇ ਉਹ ਸੁਰਤ ਰੂਪੀ ਭਾਂਡੇ ਹਨ, ਸੋਚ ਰੂਪੀ ਭਾਂਡੇ ਹਨ, ਵਿਚਾਰ ਰੂਪੀ ਭਾਂਡੇ ਹਨ, ਜਿਹਦੇ ਅੰਦਰ ਤੂੰ ਆਹ ਕੁਝ ਟਿਕਾਉਣਾ ਹੈ। ਬੁੱਲੇ ਸ਼ਾਹ ਕਹਿੰਦਾ ਹੈ ਕਿ ਮਨੁੱਖ ਕਰਦਾ ਤੇ ਬੜਾ ਕੁਝ ਹੈ, ਤਸਬੀਹ ਵੀ ਫੇਰਦਾ, ਪਰ ਇਹਦੇ ਅੰਦਰ ਟਿਕਦਾ ਕੱਖ ਨਹੀਂ ਹੈ।
ਤਸਬੀਆਂ ਪਤਾ ਨਹੀਂ ਕਿੰਨੀਆਂ ਕੁ ਫੇਰ ਲੀਆਂ, ਮਾਲਾ ਪਤਾ ਨਹੀਂ ਕਿੰਨੀਆਂ ਕੁ ਇਹਨੇ ਕਮਾ ਲੀਆਂ ਨੇ। ਕਹਿੰਦੇ ਤਸਬੀ ਫੇਰੀ ਪਰ ਦਿਲ ਨਾ ਫਿਰਿਆ, ਲੈਣਾ ਕੀ ਤਸਬੀ ਹੱਥ ਫੜ ਕੇ, ਬੁਲਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋਵੇ ਕੜ ਕੜ ਕੇ। ਜਾਗ ਤੋਂ ਬਿਨਾ ਦੁੱਧ ਨਹੀਂ ਜੰਮਦਾ, ਭਾਵੇਂ ਦਿਨ ਤੋਂ ਲੈ ਕੇ ਰਾਤ ਤੱਕ ਦੁੱਧ ਨੂੰ ਕਾਢੀ ਜਾਓ ਤੁਸੀਂ, ਉਹਨੇ ਦਹੀਂ ਨਹੀਂ ਜੇ ਬੰਨਾ। ਤੁਸੀਂ ਬਾਣੀ ਪੜ੍ਹ ਲਓ, ਸੇਵਾ ਕਰ ਲਓ। ਜੇ ਸੁਰਤ ਵਿੱਚ ਹੀ ਮਲੀਨਤਾ ਹੈ, ਸੁਰਤ ਵਿੱਚ ਹੀ ਕਿਸੇ ਦੀ ਬੁਰਾਈ ਕਰਦੇ ਪਏ ਆ, ਹਿਰਦੇ ਦਾ ਆਨੰਦ ਆਪਾਂ ਮਾਣ ਨਹੀਂ ਸਕਣਾ। ਪਾਤਸ਼ਾਹ ਕਹਿੰਦੇ ਤੇਰੀ ਸੁਰਤ ਗੁਰੂ ਦੇ ਸ਼ਬਦ ਵਿੱਚ ਡੁੱਬਣੀ ਚਾਹੀਦੀ ਹੈ। ਤੇਰਾ ਜੀਵਨ ਉਦਾਂ ਦਾ ਬਣਨਾ ਚਾਹੀਦਾ ਜਿੱਦਾਂ ਦਾ ਗੁਰੂ ਤੈਨੂੰ ਕਹਿ ਰਿਹਾ ਤੂੰ ਇਦਾਂ ਦਾ ਬਣ। ਹੁਣ ਮਹਾਰਾਜ ਕਹਿੰਦੇ ਸੁਰਤ ਸੋਚ ਕਰ ਭਾਂਡ ਸਾਲ, ਤਿਸ ਵੇ ਤਿਸ ਨੂੰ ਰੱਖ ਵਣਜਾਰਿਆਂ ਸੋ ਵਣਜ ਕਰ। ਜੇ ਤੈਨੂੰ ਦੁਕਾਨਦਾਰੀ ਕਰਨੀ ਨਹੀਂ ਨਾ ਆਉਂਦੀ, ਜਿਹੜੇ ਦੁਕਾਨਦਾਰ ਬੜੇ ਮਸ਼ਹੂਰ ਹੈ, ਫਿਰ ਉਹਨਾਂ ਕੋਲ ਜਾਣਾ ਪੈਂਦਾ ਕਿ ਮੇਰੀ ਦੁਕਾਨਦਾਰੀ ਚੱਲ ਨਹੀਂ ਰਹੀ, ਤੁਸੀਂ ਦੱਸੋ ਕਿਵੇਂ ਚਲਾਵਾਂ ਮੈਂ। ਜਿਹਦੀ ਬਹੁਤ ਜ਼ਿਆਦਾ ਦੁਕਾਨਦਾਰੀ ਚੱਲਦੀ, ਫਿਰ ਉਹ ਨੁਕਤੇ ਦੱਸਦਾ ਕਿ ਤੂੰ ਦੁਕਾਨਦਾਰੀ ਚਲਾਉਣੀ ਕਿੱਦਾਂ। ਕਹਿੰਦੇ ਤੈਨੂੰ ਕੋਈ ਵੀ ਨਹੀਂ ਨਾ ਜਾਣਦਾ, ਫਿਰ ਵੀ ਤੂੰ ਉਹਨੂੰ ਬੁਲਾ। ਤੈਨੂੰ ਕੋਈ ਵੀ ਨਹੀਂ ਜਾਣਦਾ, ਫਿਰ ਵੀ ਤੂੰ ਉਹਨੂੰ ਬੁਲਾ। ਤੇਰੇ ਉਹਦੇ ਚੇਤੇ ਵਿੱਚ ਹੋਏਗਾ ਕਿ ਫਲਾਣਾ ਦੁਕਾਨਦਾਰ ਮੈਨੂੰ ਰੋਜ਼ ਹੀ ਬੁਲਾਉਂਦਾ ਹੈ, ਰੋਜ਼ ਹੀ ਸਤਿ ਸ੍ਰੀ ਅਕਾਲ ਬੁਲਾਉਂਦਾ, ਰੋਜ਼ ਹੀ ਫਤਿਹ ਮੇਰੇ ਨਾਲ ਸਾਂਝੀ ਕਰਦਾ। ਹੌਲੀ ਹੌਲੀ ਤੇਰਾ ਉਹਨਾਂ ਪਿਆਰ ਪੈ ਜਾਏਗਾ, ਤੇਰੇ ਗ੍ਰਾਹਕ ਵਧਣੇ ਸ਼ੁਰੂ ਹੋ ਜਾਣਗੇ। ਚੰਗਾ ਸੌਦਾ ਦੁਕਾਨ ਦੇ ਵਿੱਚ ਤੂੰ ਰੱਖ। ਹੁਣ ਚੱਲਿਆ ਹੋਇਆ ਦੁਕਾਨਦਾਰ ਉਹ ਦੂਜੇ ਨੂੰ ਦੱਸਦਾ। ਮਹਾਰਾਜ ਕਹਿੰਦੇ ਵਾਕਿਆ ਹੀ ਤੂੰ ਅੰਦਰ ਦਾ ਸੁੱਖ ਲੈਣਾ ਚਾਹੁੰਦਾ ਹੈ, ਫਿਰ ਸੰਗਤ ਵਿੱਚ ਆ ਕੇ ਬੈਠਿਆ ਕਰ। ਜਿਹੜੇ ਪਹੁੰਚੇ ਹੋਏ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜੇ ਹੋਏ ਹੈ, ਤੂੰ ਉਹਨਾਂ ਦੇ ਨਾਲ ਆਪਣਾ ਸੰਗ ਮਨਾ। ਵੰਜਾਰਿਆਂ ਸੋ ਵਣਜ ਕਰ ਲੈ, ਲਾਹਾ ਮਨ ਹੱਸ। ਤੇਰੇ ਮਨ ਵਿੱਚ ਹਾਸਾ, ਤੇਰੇ ਮਨ ਵਿੱਚ ਖੜਾਓ ਸੱਚੇ ਪਾਤਸ਼ਾਹ ਜੀ ਕਹਿੰਦੇ ਪੈਦਾ ਹੋਏਗਾ। ਫਿਰ ਅੱਗੇ ਵਪਾਰੀ ਦੀ ਮਾਲਕ ਜੀ ਗੱਲ ਕਰਦੇ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸੱਚਾ ਸੌਦਾ ਕੀਤਾ। ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ। ਮਹਾਰਾਜ ਕਹਿੰਦੇ ਤੂੰ ਧਾਰਮਿਕ ਗ੍ਰੰਥਾਂ ਨੂੰ ਸੁਣਿਆ ਕਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਣਿਆ ਕਰ। ਬਾਣੀ ਸੁਣ ਕੇ ਇੱਥੇ ਨਾ ਠਹਿਰ ਜਾ, ਸਤ ਘੋੜੇ ਲੈ ਚੱਲ। ਜਿਹੜਾ ਵਪਾਰੀ ਸੌਦਾ ਵੇਚਦਾ ਨਾ, ਘੋੜਿਆਂ ਦੇ ਉੱਤੇ ਸੌਦਾ ਲੱਦਦਾ ਤੇ ਗਾਂਹ ਜਾ ਕੇ ਵੇਚਦਾ। ਤੂੰ ਘੋੜੇ ਕਿਹਨੂੰ ਬਣਾਉਣਾ ਹੈ? ਉੱਚੇ ਆਚਰਨ ਤੂੰ ਘੋੜੇ ਬਣਾਉਣਾ। ਤੇਰੇ ਜੀਵਨ ਦਾ ਜਤ ਸਤ ਉੱਚਾ ਹੋਵੇ, ਤੇਰਾ ਆਚਰਨ ਉੱਚਾ ਹੋਵੇ, ਤੇਰਾ ਕਰੈਕਟਰ ਉੱਚਾ ਹੋਵੇ। ਪਾਤਸ਼ਾਹ ਕਹਿੰਦੇ ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ, ਖਰਚ ਬਣ ਚੰਗਿਆਈਆਂ ਮਤ ਮਣ ਜਾਣੈ ਕੱਲ। ਹੁਣ ਜਿਹੜਾ ਵਪਾਰ ਕਰਨ ਵਾਸਤੇ ਤੁਰਿਆ ਉਹ ਪੈਸੇ ਵੀ ਨਾਲ ਲੈ ਕੇ ਤੁਰਦਾ। ਮਹਾਰਾਜ ਕਹਿੰਦੇ ਤੂੰ ਖਰਚਾ ਕਿਹੜਾ ਲੈਣਾ ਹੈ? ਪਾਤਸ਼ਾਹ ਕਹਿੰਦੇ ਗੁਣਾ ਦਾ, ਨਾਮ ਦਾ, ਗੁਰੂ ਦੀ ਬਾਣੀ ਦਾ ਇਹ ਖਰਚਾ ਪੱਲੇ ਬੰਨ। ਇਹਨੂੰ ਕੱਲ ਤੇ ਨਾ ਗੱਲ ਛੱਡੀ ਕਿ ਮੈਂ ਧਰਮ ਦੀ ਕਮਾਈ ਕੱਲ ਕਰਾਂਗਾ, ਗੁਰੂ ਵਾਲਾ ਕੱਲ ਬਣਾਂਗਾ ਜਾ ਕੇ। ਪਾਤਸ਼ਾਹ ਕਹਿੰਦੇ ਕੱਲ ਦਾ ਪਤਾ ਨਹੀਂ ਕੱਲ ਆਉਣਾ ਕਿ ਨਹੀਂ ਆਉਣਾ, ਅੱਜ ਹੀ ਆ ਗਿਆ, ਇਹਨੂੰ ਤੂੰ ਸੰਭਾਲਣਾ ਕਰ। ਮਤ ਮਣ ਜਾਣੈ ਕੱਲ, ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੈ ਮਹੱਲ। ਮਹਾਰਾਜ ਕਹਿੰਦੇ ਇਦਾਂ ਤੂੰ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਾਏਗਾ ਤੇ ਆਪਣੇ ਹਿਰਦੇ ਘਰ ਦੇ ਵਿੱਚ ਤੂੰ ਸदैवी ਕਾਲ ਦਾ ਤੂੰ ਸੁਖ ਮਾਣਨਾ ਕਰੇਗਾ। ਫਿਰ ਅੱਗੇ ਪਾਤਸ਼ਾਹ ਮਹਾਰਾਜ ਜੀ ਗੱਲ ਕਰਦੇ, ਚਾਕਰੀ ਦੀ, ਨੌਕਰੀ ਦੀ ਗੱਲ ਕਰਦੇ ਹੈ। ਕਿੰਨੀ ਵਫਾਦਾਰੀ ਦੇ ਨਾਲ ਪਾਤਸ਼ਾਹ ਕਹਿੰਦੇ ਤੂੰ ਨੌਕਰੀ ਕਰ ਆਪਣੀ, ਕਿ ਤੇਰੇ ਤੇ ਉੱਤੇ ਕੋਈ ਸਵਾਲ ਨਾ ਖੜਾ ਹੋ ਸਕੇ, ਤੇਰੀ ਤਾਰੀਫ ਹੋਵੇ, ਤੇਰੀ ਵਡਿਆਈ ਹੋਵੇ। ਤੂੰ ਇਹਨੇ ਚਿੱਤ ਦੇ ਨਾਲ ਤੂੰ ਆਪਣੀ ਨੌਕਰੀ ਨੂੰ ਕਰਨਾ ਕਰ, ਇਹਦੇ ਤੇ ਅਵੇਸਲਾਪਨ ਨਾ ਤੂੰ ਰੱਖੀ। ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਚਿੱਤ ਲਾ ਕੇ ਚਾਕਰੀ ਕਰੀ। ਜੇ ਗੁਰੂ ਨਾਲ ਆ ਗਿਆ, ਜੁੜ ਗਿਆ ਨਾ ਆ ਕੇ ਮਨਾ, ਚਿੱਤ ਦੇ ਨਾਲ ਗੁਰੂ ਦੇ ਚਰਨਾਂ ਨਾਲ ਜੁੜੀ, ਚਿੱਤ ਦੇ ਨਾਲ ਇਹ ਚਾਕਰੀ ਕਰੀ, ਚਿੱਤ ਦੇ ਨਾਲ ਤੂੰ ਇਹ ਸੇਵਾ ਕਰੀ ਆ ਕੇ। ਤੂੰ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ, ਬਨ ਵਧੀਆ ਕਰ ਧਾਮਨੀ ਤਾਂ ਕੋ ਆਖੈ ਧਨ। ਗੁਰੂ ਧਨ ਕਿਹਨੂੰ ਕਹਿੰਦਾ? ਜਿਹੜਾ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਤੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਨੂੰ ਭਰੋਸਾ ਦਿੰਦਾ ਕਿ ਪਾਤਸ਼ਾਹ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚੋਂ ਨਿੰਦਿਆ ਦਾ ਵਿਕਾਰ ਬਾਹਰ ਕੱਢ ਦਿੱਤਾ, ਮੈਂ ਲੋਭ ਦਾ ਵਿਕਾਰ ਬਾਹਰ ਕੱਢ ਦਿੱਤਾ ਹੈ। ਅੱਜ ਤੋਂ ਬਾਅਦ ਕਿਸੇ ਦਾ ਮੈਂ ਬੁਰਾ ਕੋਈ ਨਹੀਂ ਕਰਨਾ। ਜਦੋਂ ਇਹ ਬੁਰਾਈ ਬਾਹਰ ਕੋਈ ਕੱਢ ਦਿੰਦਾ ਤੇ ਗੁਰੂ ਕਹਿੰਦਾ ਤੂੰ ਧੰਤਾ ਜੋਗ ਬਣ ਗਿਆ, ਵੱਡੇ ਭਾਗਾ ਵਾਲਾ ਤੂੰ ਬਣ ਗਿਆ। ਅੱਜ ਮੇਰੀ ਨਜ਼ਰਾਂ ਦੇ ਵਿੱਚ ਤੂੰ ਸਿੱਖਾ, ਤੂੰ ਪ੍ਰਵਾਨ ਚੜ ਗਿਆ। ਬਨ ਵਧੀਆ ਕਰ ਧਾਮਨੀ ਤਾਂ ਕੋ ਆਖੈ ਧਨ।
ਨਾਨਕ ਵੇਖੈ ਨਦਰ ਕਰ ਚੜ੍ਹੈ ਚੁਆਗਣ ਵਨ। ਜਦੋਂ ਉਹ ਨਿਰੰਕਾਰ ਦਾ ਗੁਰੂ ਨਾਨਕ ਦੀ ਮਿਹਰ ਦਾ ਪਾਤਰ ਬਣਦਾ ਨਾ, ਉਹਦੀ ਆਤਮਾ ਤੇ ਚੋ ਗੁਣਾ ਰੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਮਾਲਕ ਜੀ ਕਹਿੰਦੇ ਚੜ੍ਹਦਾ ਹੈ। ਹੁਣ ਜਿਹੜਾ ਸਤਿਗੁਰੂ ਦੇ ਘਰ ਦਾ ਵਾਸੀ ਬਣ ਜਾਂਦਾ ਹੈ, ਕਰਤਾਰਪੁਰ ਸਾਹਿਬ ਦਾ ਵਾਸੀ ਬਣ ਜਾਂਦਾ ਹੈ, ਤੇ ਕਰਤਾਰਪੁਰ ਸਾਹਿਬ ਦੇ ਵਿੱਚੋਂ ਕਰਤਾਰ ਦੇ ਹੀ ਬੰਦੇ ਨਿਕਲਦੇ ਆ, ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੀ ਨਿਕਲਦੇ ਹਨ। ਤੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਅੱਜ ਅਰਦਾਸ ਕਰਨੀ, ਪਾਤਸ਼ਾਹ ਕਰਤਾਰਪੁਰ ਤੇਰਾ ਵਾਸਾ, ਤੂੰ 18 ਸਾਲ ਉੱਥੇ ਖੇਤੀਬਾੜੀ ਕੀਤੀ ਤੇ ਖੇਤੀਬਾੜੀ ਕਰਕੇ ਵਿਖਾਇਆ ਕਿ ਮੈਂ ਆਪਣਾ ਜੀਵਨ ਕਿਰਤ ਕਮਾਈ ਦੇ ਵਿੱਚ ਕਿਵੇਂ ਗੁਜ਼ਾਰਨਾ, ਤੂੰ ਤੇ ਹਰੇਕ ਕੀਤਾ ਬਾਖੂਬੀ ਦੇ ਨਾਲ ਕਰਕੇ ਵਿਖਾਇਆ। ਮੈਂ ਕੋਈ ਵੀ ਕੀਤਾ ਕਰਦਾ ਤੇ ਬੇਈਮਾਨੀ ਤੋਂ ਸ਼ੁਰੂ ਕਰਦਾ ਕਿ ਇਹਦੇ ਵਿੱਚ ਮੈਨੂੰ ਫਾਇਦਾ ਕਿਵੇਂ ਹੋ ਸਕਦਾ। ਮੈਂ ਕਿਸੇ ਦਾ ਨੁਕਸਾਨ ਥੋੜਾ ਵੇਖਦਾ ਵਾਂ, ਮੈਂ ਤੇ ਆਪਣਾ ਫਾਇਦਾ ਵੇਖ ਕੇ ਉਸ ਕਿੱਤੇ ਦੀ ਆਰੰਭਤਾ ਕਰਦਾ। ਹੇ ਸੱਚੇ ਪਾਤਸ਼ਾਹ, ਤੂੰ ਜੇ ਸੱਚੇ ਸੌਦੇ ਦੀ ਵਿਚਾਰ ਕੀਤੀ, ਜੇ ਤੂੰ ਮੋਦੀ ਖਾਨੇ ਦੇ ਵਿੱਚ ਬੈਠਾ ਹੈ, ਉੱਥੇ ਵੀ ਤੇਰਾ ਤੇਰਾ ਕਹਿ ਕੇ ਤੂੰ ਤੋਲਿਆ, ਕਿਉਂਕਿ ਗੁਰਬਾਣੀ ਸਾਨੂੰ ਰਸਤਾ ਹੀ ਇਹ ਵਿਖਾਇਆ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜਦੋਂ ਨਿਰੰਕਾਰ ਦੀਆਂ ਦਾਤਾਂ ਜਾਣ ਕੇ ਤੂੰ ਵੰਡੇਗਾ ਨਾ, ਤੇ ਉਹ ਵਾਹਿਗੁਰੂ ਤੇਰੇ ਖਜ਼ਾਨੇ ਵਿੱਚ ਕਦੇ ਵੀ ਕਮੀ ਨਹੀਂ ਆਉਣ ਦੇਗਾ, ਉਹ ਬਰਕਤਾਂ ਹੀ ਪਾਏਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਜੀਵਨ ਦੇ ਨਾਲ ਸੰਬੰਧਿਤ ਜਿਹੜੇ ਕੀਤੇ ਨੇ, ਉਹਨਾਂ ਦੇ ਬਾਰੇ ਖੁੱਲ੍ਹ ਕੇ ਵਿਚਾਰ ਸਾਡੇ ਸਨਮੁਖ ਰੱਖੀ। ਪਾਤਸ਼ਾਹ ਕਹਿੰਦੇ ਆ, ਤੈਨੂੰ ਭਰਮਣ ਦੀ ਤੇ ਭਟਕਣ ਦੀ ਲੋੜ ਨਹੀਂ, ਜੀਵਨ ਦੀ ਸੇਧ ਗੁਰੂ ਦੇ ਚਰਨਾਂ ਵਿੱਚ ਨੂੰ ਬੈਠ ਕੇ ਮਿਲ ਜਾਏਗੀ। ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਇੱਕ ਵੀ ਉਪਦੇਸ਼ ਸਾਡੇ ਮਨ ਹਿਰਦੇ ਵਿੱਚ ਵਸ ਗਿਆ, ਸਾਡਾ ਜੀਵਨ ਜਿਹੜਾ ਹੈ ਉਹ ਸੁਹੇਲਾ ਬਣ ਜਾਏਗਾ, ਸਾਡਾ ਆਉਣਾ ਸੁਹੇਲਾ ਬਣ ਜਾਏਗਾ। ਗੁਰੂ ਚਰਨਾਂ 'ਚ ਅਰਦਾਸ ਕਰੀਏ, ਪਾਤਸ਼ਾਹ ਸਾਡੇ ਸੁੱਕੇ ਹੋਏ ਹਿਰਦੇ ਜਿਹੜੇ ਹਨ ਉਹ ਪ੍ਰੇਮ ਦੇ ਨਾਲ ਹਰੇ ਭਰੇ ਹੋ ਜਾਣ, ਕਿਉਂਕਿ ਪ੍ਰੇਮ ਤੋਂ ਬਿਨਾਂ ਤੇਰੀ ਭਗਤੀ ਨਹੀਂ ਕੀਤੀ ਜਾ ਸਕਦੀ, ਭਗਤੀ ਤੋਂ ਬਿਨਾਂ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਜੁੜਿਆ ਨਹੀਂ ਜਾ ਸਕਦਾ। ਜੇ ਇਹ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ, ਇਹ ਅਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਕਰੀਏ। ਬਹੁਤ ਜਨਮ ਵਿਸ਼ਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵਨ ਚਿਰ ਭਇਓ ਦਰਸ਼ਨ ਦੇਖੇ। ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਸੁਣਿਆ ਪੇਖਿਆ, ਉਹ ਦੁਆਰੇ ਗਰਭਵਾਸ ਵਿੱਚ ਨਹੀਂ ਆਏ। ਗੁਰੂ ਨਾਨਕ ਦੇ ਮਹਾਰਾਜ ਸਮੂਹ ਪਰਿਵਾਰਾਂ, ਸਮੂਹ ਸਾਧ ਸੰਗਤ ਦੇ ਮਿਹਰ ਭਰਿਆ ਹੱਥ ਰੱਖਣ। ਗੁਰੂ ਸਿੱਖੀ ਜੀਵਨ, ਤੰਦਰੁਸਤੀ, ਚੜ੍ਹਦੀ ਕਲਾ, ਨਾਮ ਬਾਣੀ ਦੀਆਂ ਦਾਤਾਂ ਸਤਿਗੁਰੂ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਆਪ ਜੀ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਬੁਲਾਓ ਗੁਰ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਹੀ ਪਿਆਰ ਦੇ ਨਾਲ ਆਪ ਜੀ ਨੂੰ ਦੱਸਿਆ ਕਿ ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਉ ਦੂਜਾ ਲਾਇਆ। ਮਾਇਆ ਕਿਹੜੀ ਹੈ? ਮਾਇਆ ਇਹ ਨਹੀਂ ਵੀ ਜਿਹੜੇ ਪੈਸਾ ਧਨ ਦੌਲਤ, ਮਾਇਆ ਉਹ ਹੈ ਜਿਹੜੀ ਤੁਹਾਨੂੰ ਗੁਰੂ ਘਰ ਆਉਣ ਤੋਂ ਰੋਕਦੀ ਹੈ। ਮਾਇਆ ਉਹ ਹੈ ਜਿਹੜੇ ਤੁਹਾਡੇ ਸ਼ਬਦ ਕੀਰਤਨ ਕਥਾ ਦੇ ਵਿੱਚ ਅੜਚਨ ਪਾਉਂਦੀ ਹੈ, ਉਸ ਨੂੰ ਹੀ ਮਾਇਆ ਕਹਿੰਦੇ ਹਨ। ਤੇ ਪ੍ਰੇਮ ਕੀ ਹੈ? ਬੜੀ ਛੋਟੀ ਡੈਫੀਨੇਸ਼ਨ, ਪ੍ਰੇਮ ਪਰੇ ਮੈਂ ਦੇ, ਮੈਂ ਨੂੰ ਪਰੇ ਕਰ ਦਿਓ ਤੇ ਪਿਆਰ ਆਪਣੇ ਆਪ ਪੈਦਾ ਹੋ ਜਾਂਦਾ ਹੈ। ਸਾਧ ਸੰਗਤ ਜੀ, ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਨੇ ਇਤਿਹਾਸ ਦੀ ਬਹੁਤ ਹੀ ਖੋਜ ਕੀਤੀ ਹੈ, ਜਿਨ੍ਹਾਂ ਦੇ ਮੁਖਾਰਬਿੰਦ ਤੋਂ ਜੋ ਵੀ ਸ਼ਬਦ ਨਿਕਲਦਾ ਹੈ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਇੱਕ ਇਤਿਹਾਸ ਕਥਾ ਬਣ ਜਾਂਦੀ ਹੈ। ਕਾਫੀ ਦੇਰ ਤੋਂ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ, ਤੇ ਜੋ ਸੰਗਤ ਦੇ ਵਿੱਚ ਆਉਣਾ, ਸੰਗਤ ਦਾ ਲਾਹਾ ਲੈਣਾ। ਭਾਈ ਨੰਦ ਲਾਲ ਜੀ ਇਸ ਵਾਰ ਕਹਿੰਦੇ ਹਨ ਕਿ ਸ਼ਬਦ ਕੁਰਬਾਨ ਖਾਕੇ ਰਾਹੇ ਸੰਗਤ, ਦਿਲ ਗੋਵਾ ਬਸ ਆਰਜੂ ਕਰਦ। ਭਾਈ ਨੰਦ ਲਾਲ ਪੁੱਛੀਏ ਕਿ ਦੁਨੀਆ ਦਾ ਸਭ ਤੋਂ ਉੱਤਮ ਕਰਮ ਕਿਹੜਾ ਹੈ? ਭਾਈ ਸਾਹਿਬ ਕਹਿੰਦੇ ਹਨ, ਜੋ ਗੁਰੂ ਦਾ ਸਿੱਖ ਗੁਰੂ ਦੇ ਦਰਸ਼ਨਾਂ ਲਈ ਆ ਰਿਹਾ ਹੋਵੇ, ਤੇ ਜੋ ਉਹਦੇ ਚਰਨਾਂ ਦੀ ਧੂੜ ਹੈ ਨਾ, ਜੇ ਮੈਂ ਆਪਣੇ ਮਸਤਕ ਤੇ ਲਾ ਲਵਾਂ, ਤੇ ਉਸ ਤੋਂ ਵੱਡਾ ਕੋਈ ਕਰਮ ਨਹੀਂ ਹੈ। ਭਾਵ
ਕਿ ਸੰਗਤ ਦੇ ਵਿੱਚ ਇਹਨਾਂ ਰਸ ਹੈ। ਹੁਣ ਬੇਨਤੀ ਕਰਾਂਗੇ ਸਿੱਖ ਧਰਮ ਦੇ ਮਹਾਨ ਕਥਾਕਾਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਜੀ ਨੂੰ 1 ਘੰਟੇ ਵਾਸਤੇ ਕਥਾ ਦੁਆਰਾ ਨਿਹਾਲ ਕਰਨਗੇ। ਸੰਗਤਾਂ ਚਰਨਾਂ 'ਚ ਬੇਨਤੀ ਹੈ ਕਿ ਬੜੇ ਪਿਆਰ ਸਤਿਕਾਰ ਦੇ ਨਾਲ ਚੁੱਪ ਦਾ ਦਾਨ ਬਖਸ਼ਣ ਤਾਂ ਕਿ ਅਸੀਂ ਵੱਧ ਤੋਂ ਵੱਧ ਲਾਹਾ ਲੈ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣੋ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਹਿਬਾਂ ਦੀ ਗੋਦ ਵਿੱਚ ਬੈਠ ਹਰ ਜਸ ਸਰਵਣ ਕਰ ਰਹੇ ਸਤਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀ ਹੁੰਦੀ ਹੈ ਜਿਹੜੇ ਗੁਰੂ ਘਰ ਤੋਂ ਸਾਜੇ ਨਵਾਜੇ ਬਰਕਤਾਂ ਲੈ ਕੇ ਇੱਥੋਂ ਗਏ ਨੇ ਸਿੰਘ, ਉਹ ਹੁਣ ਵੀ ਕੀਰਤਨ ਕਰਦੇ ਨੇ ਤੇ ਸਤਿਗੁਰੂ ਦਾ ਧੰਨਵਾਦ ਕਰਦੇ ਨੇ। ਕਮੇਟੀ ਦਾ ਵੀ ਸ਼ੁਕਰ ਹੈ ਇਸ ਗੱਲੋਂ ਵੀ ਉਹ ਹਜੇ ਵੀ ਯਾਦ ਰੱਖਦੇ ਨੇ, ਤੇ ਉਹਨਾਂ ਕੀਰਤਨੀਆਂ ਦਾ ਵੀ ਧੰਨਵਾਦ ਹੈ ਜਿਹੜੇ ਬਾਹਰ ਕਿਰਤਕਾਰ ਕਰਦੇ ਆ ਆਪਣੇ ਵਿਰਸੇ ਨਾਲ ਜੁੜੇ ਹੋਏ ਨੇ। ਗਿਆਨੀ ਹਰਵਿੰਦਰ ਸਿੰਘ ਜੀ ਹੋਰਾਂ ਨੇ ਬਹੁਤ ਸੋਹਣੇ ਸ਼ਬਦਾਂ ਵਿੱਚ ਸਾਨੂੰ ਮਾਇਆ ਦੇ 2 ਰੂਪ ਦਿਖਾਏ ਹੈ। ਗੁਰੂ ਕਿਰਪਾ ਕਰੇ ਅਸੀਂ ਸਮਝ ਲਈਏ। ਇੱਕ ਬੇਨਤੀ ਕਰਕੇ ਮੈਂ ਸ਼ੁਰੂਆਤ ਕਰਨੀ ਹੈ। ਕੋਸ਼ਿਸ਼ ਕਰੀਏ ਆਪਾਂ ਵੀ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੀਏ ਤੇ ਸਾਡੇ ਅੰਦਰ ਵੀ ਪ੍ਰਕਾਸ਼ ਹੋ ਜਾਏ ਗੁਰੂ ਦੀ ਸਿੱਖਿਆ ਦਾ। ਤਨ ਕਰਕੇ ਤਾਂ ਗੁਰੂ ਚਰਨਾਂ ਵਿੱਚ ਆ ਗਏ ਹੈ, ਮਨ ਕਰਕੇ ਇੱਕ ਵਾਰੀ ਆਵਾਜ਼ ਮਾਰੀਏ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਆ ਮੈਂ ਤੈਨੂੰ ਆਪਣੇ ਗੁਰੂ ਦੀਆਂ ਬਾਤਾਂ ਸੁਣਾਵਾਂ। ਹੁਣ ਮੈਂ ਸ਼ੁਰੂ ਕਰਨਾ ਚਾਹੁੰਦਾ। ਪਹਿਲੀ ਉਦਾਸੀ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਚਾਰਕ ਦੌਰਾ, ਉਹਦਾ ਆਪਾਂ ਜ਼ਿਕਰ ਕਰਦੇ ਆ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ 4 ਉਦਾਸੀਆਂ ਕੀਤੀਆਂ ਨੇ। ਪਹਿਲੀ ਉਦਾਸੀ 1507 ਤੋਂ ਲੈ ਕੇ 1515 ਤੱਕ ਦੀ ਹੈ। ਫਿਰ ਉਹ ਤੋਂ ਬਾਅਦ ਆ ਕੇ ਕਰਤਾਰਪੁਰ ਸਾਹਿਬ ਵਸਾਇਆ ਸੀ। ਫਿਰ 1517 ਤੋਂ ਲੈ ਕੇ 1518 ਤੱਕ ਦੀ ਦੂਜੀ ਉਦਾਸੀ ਹੈ। ਉਹਦੇ ਵਿੱਚ ਆ ਕੇ ਕੁਝ ਮਹੀਨੇ ਹੀ ਰਹਿ ਕੇ ਤੀਜੀ ਉਦਾਸੀ 1518 ਤੋਂ ਫਿਰ ਸਤਿਗੁਰੂ ਜੀ ਨੇ ਸ਼ੁਰੂ ਕਰ ਦਿੱਤੀ, ਔਰ ਇਹ 1521 ਦੇ ਵਿੱਚ ਵਾਪਸੀ ਹੋ ਗਈ ਤੀਜੀ ਉਦਾਸੀ ਦੀ। ਜਿਹੜੀ ਚੌਥੀ ਉਦਾਸੀ ਹੈ ਉਹ ਛੋਟੇ ਛੋਟੇ ਪਿੰਡਾਂ ਦੀ ਹੈ। ਉਹ ਨੇੜੇ ਤੇੜੇ ਦੀ, ਉਹਦੇ 'ਚ ਮੁੜ ਕਰਤਾਰਪੁਰ ਸਾਹਿਬ ਆਉਂਦੇ ਰਹੇ ਸਨ। ਆਪਾਂ ਪਹਿਲੀ ਉਦਾਸੀ ਦਾ ਜ਼ਿਕਰ ਕਰਦੇ ਆ ਰਹੇ ਹਾਂ। ਜਿੱਥੋਂ ਮੈਂ ਅੱਜ ਦੀ ਗੱਲ ਸ਼ੁਰੂ ਕਰਨੀ ਹੈ, ਉਹ ਅਸਥਾਨ ਗੁਰੂ ਦੀਆਂ ਅਸੀਸਾਂ ਨਾਲ ਨਿਵਾਜਿਆ ਹੋਇਆ ਸੰਗਲਾ ਦੀਪ ਹੈ। ਥੋੜ੍ਹਾ ਜਿਹਾ ਮੈਨੂੰ ਪਿਛੋਕੜ ਦੱਸਣਾ ਪੈਣਾ, ਫਿਰ ਆਪਾਂ ਇਹ ਲੜੀ ਜੁੜ ਜਾਏਗੀ।
ਗੁਰੂ ਨਾਨਕ ਸਾਹਿਬ ਦੇ ਦਰ ਤੋਂ ਰਹਿਮਤਾਂ ਲੈ ਕੇ ਭਾਈ ਭਗੀਰਥ ਗੁਰੂ ਕਾ ਸਿੱਖ ਬਣਿਆ। ਭਾਈ ਭਗੀਰਥ ਦੇ ਜੀਵਨ ਵੱਲ ਦੇਖ ਕੇ ਭਾਈ ਮਨਸੁਖ ਗੁਰੂ ਕਾ ਸਿੱਖ ਬਣਿਆ। ਇਹ ਮਨਸੁਖ ਲਾਹੌਰ ਦਾ ਸੀ ਤੇ ਕਰੀਬ ਏਸ਼ੀਆ ਦੇ ਚੰਗੇ ਵੱਡੇ ਵਪਾਰੀਆਂ 'ਚ ਇਹਦਾ ਨਾਂ ਸੀ। ਇਹ ਜਦੋਂ ਸੰਗਲਾ ਦੀਪ ਗਿਆ ਗੁਰੂ ਦਾ ਆਪਣੇ ਪ੍ਰਚਾਰ ਦੇ ਦਰਮਿਆਨ, ਉਦੋਂ ਇਹ ਪਹਿਲਾਂ ਤਾਂ ਉਹੇ ਜਿਹੀ ਕਰਮ ਕਰਦਾ ਸੀ ਜਿਹੋ ਜਿਹਾ ਰਾਜਾ ਕਰਦਾ ਸੀ ਜਾਂ ਦੁਨੀਆ ਕਰਦੀ ਸੀ, ਪਰ ਜਦੋਂ ਇਹ ਗੁਰੂ ਦਾ ਸਿੱਖ ਬਣ ਕੇ ਦੁਬਾਰੇ ਗਿਆ ਨਾ ਸੰਗਲਾ ਦੀਪ, ਤੇ ਉੱਥੋਂ ਦੇ ਲੋਕ ਵਰਤ ਰੱਖਦੇ ਸਨ, ਕਈ ਤਰ੍ਹਾਂ ਦੀ ਪੂਜਾ ਪਾਠ ਕਰਦੇ ਸਨ। ਇਸ ਵਾਰੀ ਇਹਨੇ ਨਹੀਂ ਕੀਤਾ। ਜਦੋਂ ਇਹਨੇ ਨਾ ਕੀਤਾ ਤੇ ਰਾਜੇ ਨੂੰ ਪਤਾ ਲੱਗਿਆ ਵੀ ਵੱਡਾ ਵਪਾਰੀ ਹੈ ਤੇ ਮੇਰੇ ਨਾਲ ਉਹਦਾ ਨੇੜਦਾ ਹੈ, ਚੰਗਾ ਸਿਆਣਾ ਬੰਦਾ ਹੈ, ਤੇ ਉਹ ਮੇਰੇ ਕਾਨੂੰਨਾਂ ਨੂੰ ਹੀ ਨਹੀਂ ਮੰਨਦਾ, ਮੇਰੇ ਅਸੂਲਾਂ ਨੂੰ ਹੀ ਨਹੀਂ ਮੰਨਦਾ। ਵੱਡਾ ਬੰਦਾ ਗਲਤੀ ਕਰੇ ਤੇ ਸਾਰੇ ਲੋਕਾਂ ਦੀਆਂ ਨਜ਼ਰਾਂ 'ਚ ਆ ਜਾਂਦਾ ਹੈ। ਹੋਰ ਲੋਕ ਵੀ ਬਾਗੀ ਹੋਣਗੇ ਇਸ ਤਰ੍ਹਾਂ ਦਾ। ਰਾਜੇ ਨੇ ਉਹਨੂੰ ਪਕੜ ਕੇ ਜੇਲ੍ਹ ਵਿੱਚ ਪਾ ਦਿੱਤਾ। ਹੁਣ ਜਿੰਨਾ ਨਜ਼ਦੀਕੀ ਰਿਸ਼ਤਾ ਹੋਵੇ ਓਨੇ ਸ਼ਿਕਵਾ ਵੱਧ ਹੁੰਦਾ ਬੰਦੇ ਦਾ। ਬੜਾ ਨੇੜੇ ਦਾ ਰਿਸ਼ਤਾ ਸੀ, ਉਤਨਾ ਹੀ ਇਤਰਾਜ਼ ਵੀ ਵੱਡਾ ਹੈ ਭਈ ਇਹ ਬੰਦਾ ਇਹ ਗਲਤੀ ਕਿਵੇਂ ਕਰ ਲੇਗਾ। ਉਹ ਜਦੋਂ ਉਹਦੀ ਇਤਰਾਜ਼ ਵੀ ਵੱਡਾ ਹੋਇਆ ਤੇ ਉਹਨਾਂ ਨੇ ਕੀ ਕੀਤਾ, ਨਾ ਤਾਂ ਉਹਨੂੰ ਮੰਜਾ ਦਿੱਤਾ, ਨਾ ਬਿਸਤਰਾ ਦਿੱਤਾ, ਨਾ ਖਾਣ ਨੂੰ, ਕੁਛ ਵੀ ਨਹੀਂ, ਜੇਲ੍ਹ 'ਚ ਬੰਦ ਕਰ ਦਿੱਤਾ। ਤੇ ਭਾਈ ਮਨਸੁਖ ਸਾਰੀ ਰਾਤ ਜੇਲ੍ਹ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਗਾਉਂਦਾ ਰਿਹਾ। ਉਹਨੇ ਇੱਕ ਵੀ ਸ਼ਿਕਵਾ ਸ਼ਿਕਾਇਤ ਨਾ ਕੀਤੀ, ਸਾਰੀ ਰਾਤ ਰੱਬ ਦੀ ਬਾਣੀ ਗਾਈ। ਔਰ ਬਾਣੀ ਵੀ ਐਡੇ ਪਿਆਰ ਨਾਲ ਗਾਈ, ਜਿਹੜਾ ਸ਼ਿਵ ਨਾਮ ਰਾਜਾ ਹੈ ਉੱਥੋਂ ਦਾ ਸੰਗਲਾ ਦੀਪ ਦਾ, ਉਹ ਵੀ ਸੁਣ ਕੇ ਪ੍ਰਭਾਵਿਤ ਹੋ ਗਿਆ। ਉਹ ਵੀ ਸਾਰੀ ਰਾਤ ਨਾ ਸੌਂ ਸਕਿਆ ਵੀ ਜਿਹਨੂੰ ਮੈਂ ਦੁੱਖ ਦੇਣਾ ਹੈ ਉਹ ਐਡਾ ਸੁਖੀ, ਉਹ ਤਾਂ ਤਰਾਨੇ ਗਾ ਰਿਹਾ ਹੈ। ਜਿਹਨੂੰ ਮੈਂ ਤਕਲੀਫ ਦੇਣੀ ਚਾਹੁੰਦਾ ਸੀ ਉਹ ਤੇ ਆਪਣੀ ਮੌਜ ਮਸਤੀ ਵਿੱਚ ਹੈ। ਇੱਕ ਗੱਲ ਚੇਤਾ ਰੱਖਿਓ, ਗਰੀਬ ਜਿਹੜਾ ਉਹ ਦੁੱਖਾਂ ਦਾ ਆਦੀ ਹੋ ਜਾਂਦਾ ਹੈ, ਉਹਨੂੰ ਦੁੱਖ ਝੱਲਣੇ ਬਹੁਤੇ ਔਖੇ ਨਹੀਂ ਲੱਗਦੇ। ਪਰ ਜਿਹੜਾ ਅਮੀਰ ਹੋਵੇ, ਸੁੱਖਾਂ ਭਰੀ ਜ਼ਿੰਦਗੀ ਹੋਵੇ, ਤੇ ਉਹਦੇ ਲਈ ਇੱਕ ਦੁੱਖ ਝੱਲਣਾ ਵੀ ਔਖਾ ਹੋ ਜਾਂਦਾ। ਮਨ ਵਿੱਚ ਬੜੀ ਹੈਰਾਨਗੀ ਹੈ ਵੀ ਐਡਾ ਅਮੀਰ ਬੰਦਾ ਹੋਵੇ ਤੇ ਜੇਲ੍ਹ 'ਚ ਵੀ ਬੈਠਾ ਰੱਬੀ ਤਰਾਨੇ ਗਾ ਰਿਹਾ ਹੈ। ਸਵੇਰ ਹੋਈ, ਰਾਜੇ ਨੂੰ ਇਹ ਗੱਲਾਂ ਤਾਂ ਭੁੱਲ ਹੀ ਗਈਆਂ ਵੀ ਇਹਨੂੰ ਮੈਂ ਬੁਲਾ ਕੇ ਪੁੱਛਾਂ, ਤੂੰ ਵਰਤ ਕਿਉਂ ਨਹੀਂ ਰੱਖਿਆ, ਤੂੰ ਦੇਵਤਿਆਂ ਦੀ ਪੂਜਾ ਕਿਉਂ ਨਹੀਂ ਕੀਤੀ, ਤੂੰ ਕਰਮਕਾਂਡ ਕਿਉਂ ਨਹੀਂ ਕਮਾਏ, ਇਹ ਗੱਲਾਂ ਤੇ ਭੁੱਲ ਹੀ ਗਈਆਂ। ਗੱਲ ਸਾਹਮਣੇ ਚੇਤੇ ਰਹਿ ਗਈ ਤੇ ਇੱਕੋ ਹੀ ਗੱਲ ਚੇਤੇ ਰਹਿ ਗਈ, ਭਈ ਮੈਨੂੰ ਦੱਸ, ਰਾਤ ਤੈਨੂੰ ਮੰਜਾ ਨਹੀਂ ਮਿਲਿਆ, ਬਿਸਤਰਾ ਨਹੀਂ ਮਿਲਿਆ, ਖਾਣ ਨੂੰ ਨਹੀਂ ਮਿਲਿਆ, ਪਹਿਨਣ ਨੂੰ ਨਹੀਂ ਮਿਲਿਆ, ਕੁਛ ਵੀ ਨਹੀਂ ਸੀ ਰਾਤ ਤੇਰੇ ਕੋਲ, ਫਿਰ ਵੀ ਤੂੰ ਗਾ ਰਿਹਾ ਸੀ। ਭਾਈ ਮਨਸੁਖ ਹੱਸ ਪਿਆ, ਕਹਿੰਦਾ ਮੈਂ ਵੀ ਐਵੇਂ ਭਟਕਦਾ ਸੀ ਪਹਿਲਾਂ, ਨਿੱਕੀ ਨਿੱਕੀ ਚੀਜ਼ ਪਿੱਛੇ ਤੜਫ ਜਾਂਦਾ ਸਾਂ। ਜਦੋਂ ਦਾ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਨਾ, ਉਹਨਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ, ਉਦੋਂ ਦੇ ਤਾਂ ਦੁੱਖ ਦਾਰੂ ਬਣ ਗਏ ਨੇ ਸਜਣਾ। ਦੁੱਖ ਤਕਲੀਫ ਨਹੀਂ ਦਿੰਦੇ, ਦੁੱਖ ਤੇ ਦਾਰੂ ਬਣ ਗਏ ਨੇ। ਮੈਨੂੰ ਤਾਂ ਦੁੱਖਾਂ ਵਿੱਚੋਂ ਵੀ ਇਉਂ ਪ੍ਰਤੀਤ ਹੁੰਦਾ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਮੈਂ ਤੇ ਆਨੰਦ ਵਿੱਚ ਰਾਤ ਗੁਜ਼ਾਰੀ ਹੈ, ਤਾਂ ਕੀ ਹੋਇਆ, ਚੰਗਾ ਹੋਇਆ ਉਹਦੀ ਮਾਲਕ ਦੀ ਯਾਦ ਵਿੱਚ ਰਾਤ ਗੁਜ਼ਰੀ ਹੈ। ਹੁਣ ਜਦੋਂ ਬੰਦੇ ਦਾ ਅਸਲ ਵਿੱਚ ਦੇਖਣ ਨੂੰ ਮਿਲੇ ਨਾ, ਦੇਖੋ ਦੋ ਚੀਜ਼ਾਂ ਬੜਾ ਅਸਰ ਪਾਉਂਦੀਆਂ ਨੇ, ਕੰਨਾਂ ਨਾਲ ਸੁਣਨਾ ਤੇ ਅੱਖਾਂ ਨਾਲ ਦੇਖਣਾ। ਜਦੋਂ ਉਹਨੇ ਧਰਮੀ ਦੀ ਤਸਵੀਰ ਵੀ ਅੱਖਾਂ ਨਾਲ ਵੇਖ ਲਈ ਤੇ ਕੰਨਾਂ ਨਾਲ ਸੁਣ ਵੀ ਲਿਆ, ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਸਾਰੀ ਰਾਤ ਸੁਣਦਾ ਰਿਹਾ, ਉਹ ਇਤਨਾ ਪ੍ਰਭਾਵਿਤ ਹੋਇਆ, ਉਹ ਕਹਿਣ ਲੱਗਿਆ, ਸੱਜਣਾ ਭਈ ਮੈਨੂੰ ਵੀ ਨਾਲ ਲੈ ਚੱਲ, ਮੈਂ ਵੀ ਤੇਰੇ ਨਾਲ ਜਾਣਾ ਹੈ। ਇੱਕ ਪਲ ਮੈਂ ਰੋਕਣ ਲੱਗਾ, ਇੱਥੋਂ ਹੀ ਗੱਲ ਸ਼ੁਰੂ ਕਰਾਂਗਾ।
ਤੁਸੀਂ ਦੇਖਿਓ ਕਦੇ ਗਰੀਬ ਦੇ ਜ਼ਿੰਦਗੀ 'ਚ ਬਹੁਤੇ ਪਰਦੇ ਨਹੀਂ ਹੁੰਦੇ। ਗਰੀਬ ਦੀ ਜ਼ਿੰਦਗੀ 'ਚ ਬਹੁਤੇ ਪਰਦੇ ਨਹੀਂ ਹੁੰਦੇ। ਬਹੁਤੇ ਅਮੀਰਾਂ ਦੇ ਘਰ ਬਹੁਤੇ ਪਰਦੇ ਹੁੰਦੇ ਨੇ। ਗੱਲ ਗੱਲ ਤੇ ਪਰਦਾ। ਲੜਨਾ ਵੀ ਹੈ ਤਾਂ ਇਵੇਂ ਲੜਨਾ ਵੀ ਲੋਕਾਂ ਨੂੰ ਬਾਹਰ ਪਤਾ ਨਾ ਲੱਗ ਜਾਏ। ਕਿਉਂ ਪਰਦਾ ਪਾਉਂਦਾ ਅਮੀਰ ਇੰਨੇ? ਕਿਉਂਕਿ ਉਹਦਾ ਇੱਕ ਕਾਰਨ ਹੈ ਵੀ ਲੋਕਾਂ ਨੂੰ ਭੁਲੇਖਾ ਹੁੰਦਾ ਵੀ ਅਮੀਰ ਕੋਲ ਤਾਂ ਬਹੁਤ ਕੁਛ ਹੈ ਤਾਂ ਬਹੁਤ ਸੁਖੀ ਹੋਏਗਾ। ਹੁੰਦਾ ਹੈ ਨਹੀਂ ਉਹ ਸੁਖੀ। ਇਹ ਮੇਰਾ ਫੈਸਲਾ ਨਹੀਂ, ਗੁਰਬਾਣੀ ਦਾ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਉਹ ਅਮੀਰ ਬਹੁਤੇ ਪਰਦੇ ਪਾਉਂਦਾ ਵੀ ਲੋਕਾਂ ਨੂੰ ਨਾ ਪਤਾ ਲੱਗੇ ਵੀ ਇਹ ਦੁਖੀ ਹੈ। ਮੈਂ ਆਪਣੀ ਗੱਲ ਵੱਲ ਆ ਜਾ। ਕਈ ਗੱਲਾਂ ਦਿਲ 'ਚੋਂ ਵਾਲੇ ਮਾਰਨ ਲੱਗ ਪੈਂਦੀਆਂ ਨੇ ਵੀ ਆਹ ਵੀ ਕਹਿਦੇ ਆ, ਵੀ ਕਹਿਦੇ ਆ, ਪਰ ਆਪਾਂ ਲੜੀ ਵੱਲ ਰੱਖੀਏ। ਹੁਣ ਉਹ ਜਿਹੜਾ ਰਾਜਾ ਹੈ ਨਾ, ਉਹ ਇੰਨਾ ਕਲਪਿਆ ਪਿਆ ਸੀ। ਉਹ ਕਹਿੰਦਾ ਭਰਾਵਾ ਮੈਂ ਵੀ ਗੁਰੂ ਨਾਨਕ ਸਾਹਿਬ ਨਾਲ ਜਾਣਾ ਹੈ। ਜੇ ਉਹ ਅਮੀਰੀ ਵਿੱਚ ਰਹਿ ਕੇ ਵੀ ਸੁਖੀ ਹੋਣਾ ਸਿਖਾ ਰਿਹਾ ਨਾ, ਤਾਂ ਮੈਂ ਗੁਰੂ ਨਾਨਕ ਸਾਹਿਬ ਨਾਲ ਜਾਣਾ ਹੈ। ਮੈਂ ਉਹਦੇ ਦਰਸ਼ਨ ਕਰਨੇ ਨੇ। ਮੈਂ ਛੱਡ ਦੇਣਾ ਰਾਜ ਭਾਗ। ਭਾਈ ਮਨ ਸਿੰਘ ਕਹਿਣ ਲੱਗਿਆ ਨਹੀਂ ਨਹੀਂ ਫਿਰ ਨਹੀਂ ਤੈਨੂੰ ਮਿਲਣਾ ਉਹਨੇ। ਕਹਿੰਦੇ ਕਿਉਂ? ਕਹਿੰਦੇ ਉਹ ਤਾਂ ਆਪ ਕਿਰਤੀ ਹੈ। ਉਹ ਤਾਂ ਆਪ ਕਮਾਈ ਕਰਦੇ ਨੇ, ਦਸਾਂ ਨੌਂ ਦੀ ਕਿਰਤ ਕਰਦੇ ਨੇ। ਛੱਡ ਕੇ ਨਹੀਂ ਜਾਣਾ ਤੂੰ। ਉਡੀਕ, ਤੈਨੂੰ ਮਿਲਣਗੇ ਜ਼ਰੂਰ। ਮੈਂ ਜਾ ਕੇ ਦੱਸਾਂਗਾ, ਤੂੰ ਉਡੀਕ। ਉਹ ਕਹਿਣ ਲੱਗਿਆ ਠੀਕ ਹੈ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ 'ਤੇ ਚੱਲੇ ਸਨ, ਸਤਿਗੁਰੂ ਦੇ ਚਰਨਾਂ ਵਿੱਚ ਭਾਈ ਮਨਸੁਖ ਨੇ ਬੇਨਤੀ ਕੀਤੀ ਸੀ ਵੀ ਦਾਤਾ ਜੀ, ਸ਼ਿਵਨਾਭ ਰਾਜਾ ਬਹੁਤ ਉਡੀਕਦਾ ਤੁਹਾਨੂੰ, ਬੜਾ ਉਡੀਕਦਾ। ਹੁਣ ਸ਼ਿਵਨਾਭ ਰਾਜੇ ਨੇ ਆਪਣਾ ਬਾਗ ਸ਼ਿੰਗਾਰ ਲਿਆ ਵਧੀਆ ਢੰਗ ਨਾਲ ਵੀ ਜਦੋਂ ਗੁਰੂ ਨਾਨਕ ਸਾਹਿਬ ਆਉਣਗੇ ਮੈਂ ਇੱਥੇ ਟਿਕਾਵਾਂਗਾ। ਤੇ ਲੋਕਾਂ ਵਿੱਚ ਇਹ ਗੱਲ ਫੈਲ ਗਈ ਵੀ ਰਾਜੇ ਨੂੰ ਮਿਲਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ। ਉਹ ਕਿੰਨੇ ਹੀ ਲੋਕ ਚੋਲੇ ਪਾ ਕੇ ਆ ਗਏ। ਹਰ ਰੋਜ਼ ਹੀ 2-3 ਆ ਜਾਇਆ ਕਰਨ ਜੀ ਮੈਂ ਗੁਰੂ ਨਾਨਕ ਹੈ। ਜਿਹੜਾ ਵੀ ਆਵੇ ਉਹੀ ਕਵੇ ਜੀ ਮੈਂ ਗੁਰੂ ਨਾਨਕ ਹੈ। ਹੁਣ ਉਹਨੂੰ ਸ਼ੱਕ ਪੈਦਾ ਹੋ ਗਈ ਵੀ ਇੰਨੇ ਤਾਂ ਗੁਰੂ ਨਾਨਕ ਹੋ ਨਹੀਂ ਸਕਦੇ। ਪਰਖ ਕਿਵੇਂ ਕਰੇ? ਪਰਖ ਕਿਵੇਂ ਕਰੇ? ਉਹਨੂੰ ਮਨਸੁਖ ਤੋਂ ਇੱਕ ਗੱਲ ਪਤਾ ਲੱਗੀ ਸੀ ਵੀ ਗੁਰੂ ਨਾਨਕ ਸਾਹਿਬ ਦੀ ਕਰਨੀ ਬਹੁਤ ਉੱਚੀ ਹੈ। ਉਹਨੂੰ ਇਹ ਗੱਲ ਪਤਾ ਲੱਗੀ ਸੀ। ਉਹਨੇ ਆਖਿਆ ਮੇਰੇ ਕੋਲ ਪਰਖਣ ਦਾ ਸਿਰਫ ਇੱਕ ਹੀ ਢੰਗ ਰਹਿ ਗਿਆ। ਧਾਰਮਿਕ ਗੱਲਾਂ ਨਾਲ ਮੈਂ ਗੁਰੂ ਨਾਨਕ ਸਾਹਿਬ ਨੂੰ ਪਰਖ ਨਹੀਂ ਸਕਦਾ। ਹੁਣ ਉਹਨੇ ਕੀ ਕੀਤਾ? ਉਹਨੇ ਕੁਝ ਆਪਣੇ ਰਾਜ ਦਰਬਾਰ ਦੀਆਂ ਬੁਰੇ ਕਰਮ ਕਰਨ ਵਾਲੀਆਂ ਲੜਕੀਆਂ, ਕਿਉਂਕਿ ਨੇਕ ਘਰ ਦੀਆਂ ਲੜਕੀਆਂ ਐਸਾ ਨਹੀਂ ਕਰਦੀਆਂ, ਉਹਨੇ ਬੁਰੇ ਕਰਮ ਕਮਾਉਣ ਵਾਲੀਆਂ ਕੁਝ ਲੜਕੀਆਂ ਲਿਆਂਦੀਆਂ ਜਿਨ੍ਹਾਂ ਦੇ ਬਹੁਤ ਛੋਟੇ ਕੱਪੜੇ ਪਾ ਕੇ ਤੇ ਉਹਨਾਂ ਫਕੀਰਾਂ ਦੇ ਸਾਹਮਣੇ ਨੱਚਣ ਵਾਸਤੇ ਭੇਜ ਦਿੱਤੀਆਂ। ਹੁਣ ਜਦੋਂ ਲੜਕੀਆਂ ਨੱਚਦੀਆਂ ਨੇ ਤੇ ਪਹਿਲ ਤੇ ਬੰਦਾ ਧਰਮੀ ਬੰਦਾ ਅੱਖਾਂ ਮੀਚ ਕੇ ਬੈਠ ਜਾਂਦਾ ਵੀ ਨਹੀਂ ਲੋਕ ਕੀ ਕਹਿਣਗੇ। ਪਰ ਜਦੋਂ ਪਤਾ ਲੱਗਿਆ ਵੀ ਬਾਗ ਵਿੱਚ ਤੇ ਹੋਰ ਕੋਈ ਵੀ ਨਹੀਂ ਹੈ, ਅਸੀਂ ਹੋਈਆਂ ਇਕੱਲੇ, ਕੋਈ 5 ਮਿੰਟ ਬਾਅਦ ਅੱਖਾਂ ਖੋਲ੍ਹ ਲੈਂਦਾ, ਕੋਈ 15 ਮਿੰਟ ਬਾਅਦ ਖੋਲ੍ਹ ਲੈਂਦਾ, ਕੋਈ ਘੰਟੇ ਬਾਅਦ ਖੋਲ੍ਹ ਲੈਂਦਾ, ਪ੍ਰਭਾਵਿਤ ਹੋ ਜਾਂਦੇ ਨੇ। ਰਾਜੇ ਨੂੰ ਪਤਾ ਲੱਗ ਜਾਂਦਾ ਵੀ ਇਹ ਗੁਰੂ ਨਾਨਕ ਸਾਹਿਬ ਨਹੀਂ ਹੋ ਸਕਦੇ, ਇਹ ਨਹੀਂ ਗੁਰੂ ਨਾਨਕ ਸਾਹਿਬ ਹੋ ਸਕਦੇ। ਆਖਰਕਾਰ ਬਹੁਤਾਤ ਗਿਣਤੀ ਵਿੱਚ ਰਾਜੇ ਕੋਲ ਜਾਂਦੇ ਰਹੇ ਨਕਲੀ, ਪਰ ਰਾਜਾ ਸਭ ਨੂੰ ਨਕਾਰਦਾ ਰਿਹਾ। ਆਖਰ ਉਹ ਵਕਤ ਆ ਗਿਆ ਜਿਹੜਾ ਪਹਿਲੀ ਉਦਾਸੀ ਦਾ ਵਕਤ ਹੈ। ਇਹ ਪਹਿਲੀ ਉਦਾਸੀ ਦਾ ਵਕਤ ਹੈ। ਸਤਿਗੁਰੂ ਜੀ ਹੁਣ ਉਹਦੇ ਕੋਲ ਹੈ ਕਰੀਬ 1512 ਸਨ ਦੀ ਗੱਲ ਹੈ। ਉਦੋਂ ਗੁਰੂ ਨਾਨਕ ਸਾਹਿਬ ਜੀ ਚਲੇ ਗਏ। ਜਦੋਂ ਬਾਗ ਵਿੱਚ ਗਏ ਤੇ ਇਹਨਾਂ ਦਾ ਵੀ ਜੀਵਨ ਦੇਖ ਕੇ, ਕਿਉਂਕਿ ਸਤਿਗੁਰੂ ਜੀ ਨੇ ਭਗਵੇਂ ਕੱਪੜੇ ਪਾਏ ਹੋਏ ਸਨ, ਤੇ ਇਹ ਵੀ ਗੱਲ ਦੇਖ ਕੇ ਹੁਣ ਰਾਜੇ ਨੂੰ ਲੱਗਿਆ ਵੀ ਉਸੇ ਤਰ੍ਹਾਂ ਦਾ ਇਹ ਹੋਣਾ ਹੈ। ਉਹਨੇ ਫਿਰ ਉਹ ਨੌਜਵਾਨ ਬੱਚੀਆਂ ਭੇਜੀਆਂ। ਜਦੋਂ ਬੱਚੀਆਂ ਆਪਣੇ ਉੱਥੇ ਜਾ ਕੇ ਨੱਚਣ ਲੱਗੀਆਂ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਉੱਠ ਕੇ ਜਾ ਕੇ ਉਹਨਾਂ ਬੱਚੀਆਂ ਦੇ ਸਿਰ ਤੇ ਹੱਥ ਰੱਖ ਕੇ ਨਾ ਉਹਨਾਂ ਬੱਚੀਆਂ ਨੂੰ ਕਹਿਣ ਲੱਗੇ, ਧੀਏ
ਬਾਪ ਦੇ ਸਾਹਮਣੇ ਇਹੋ ਜਿਹੇ ਕੱਪੜਿਆਂ 'ਚ ਨਹੀਂ ਆਈਦਾ। ਅੱਖਾਂ 'ਚੋਂ ਪਾਣੀ ਵਹਿ ਤੁਰਿਆ ਉਹਨਾਂ ਬੱਚੀਆਂ ਦੇ। ਸਾਡੇ ਕਰਮ ਇਹੋ ਜਿਹੇ ਨੇ, ਸਾਨੂੰ ਤਾਂ ਜੰਮਣ ਵਾਲੇ ਧੀ ਨਹੀਂ ਕਹਿੰਦੇ, ਜਿਨ੍ਹਾਂ ਨੇ ਸਾਨੂੰ ਜੰਮਿਆ ਪਾਲਿਆ। ਸਾਡੇ ਕਰਮ ਐਸੇ ਨੇ, ਇਹਨਾਂ ਦੇ ਕਾਰਨ ਕਰਕੇ ਸਾਨੂੰ ਤਾਂ ਸਾਡਾ ਪਿਓ ਵੀ ਧੀ ਨਹੀਂ ਕਹਿੰਦਾ, ਸਾਨੂੰ ਤਾਂ ਸਾਡੀ ਮਾਂ ਵੀ ਧੀ ਨਹੀਂ ਕਹਿੰਦੀ। ਤੂੰ ਕੌਣ ਹੈ ਧੀ ਕਹਿਣ ਵਾਲਿਆ? ਸਤਿਗੁਰੂ ਨੇ ਉਹਨਾਂ ਦੇ ਪਰਦੇ ਕੱਜੇ, ਮਾਲਕ ਨੇ ਰਹਿਮਤ ਕੀਤੀ ਤੇ ਯਕੀਨ ਕਰਕੇ ਜਾਣਿਓ ਉਹ ਵਾਪਸ ਭੱਜੀਆਂ ਗਈਆਂ ਸ਼ਿਵ ਨਵ ਰਾਜੇ ਨੂੰ ਜਾ ਕੇ ਦੁਹਾਈ ਪਾ ਦਿੱਤੀ, ਉਹ ਜਿਹੜੇ ਗੁਰੂ ਨਾਨਕ ਦੀ ਆਸ ਵਿੱਚ ਬੈਠਾ ਹੈ ਨਾ, ਉਹ ਗੁਰੂ ਨਾਨਕ ਆ ਗਿਆ ਹੈ। ਹੁਣ ਜਾ ਕੇ ਦੇਖ, ਜਿਨ੍ਹਾਂ ਕੋਲ ਅੱਜ ਤੱਕ ਗਈਆਂ, ਅਸੀਂ ਵੀ ਡੋਲੀਆਂ ਸੀ ਤੇ ਉਹ ਵੀ ਡੋਲੇ ਸਨ, ਪਰ ਜਿਹਦੇ ਕੋਲ ਅੱਜ ਗਈਆਂ ਨਾ, ਉਹ ਆਪ ਵੀ ਟਿਕਿਆ ਹੋਇਆ, ਉਹਨੇ ਸਾਨੂੰ ਵੀ ਜੀਵਨ ਵਿੱਚ ਟਿਕਾ ਦਿੱਤਾ, ਉਹਨੇ ਸਾਨੂੰ ਧੀਆਂ ਕਹਿ ਕੇ ਸਨਮਾਨ ਕੀਤਾ ਹੈ। ਰਾਜਨ, ਸਾਡੇ ਅੰਦਰ ਇੱਕ ਗੱਲ ਚੇਤਾ ਰੱਖਿਓ, ਕਿਸੇ ਨੂੰ ਅੱਗ ਲਾਉਣ ਵਾਸਤੇ ਹਰ ਤੀਲੀ ਪਹਿਲਾਂ ਆਪਣਾ ਮੂੰਹ ਸਾੜਦੀ ਹੈ। ਆਪਣਾ ਮੂੰਹ ਸਾੜੇ ਤੋਂ ਬਿਨਾਂ ਤੀਲੀ ਕਦੇ ਦੂਜੇ ਨੂੰ ਅੱਗ ਨਹੀਂ ਲਾ ਸਕਦੀ। ਤੁਸੀਂ ਲਾਈਟਰ ਨਾਲ ਜਗਾਉਂਦੇ ਹੋ ਚੁੱਲ੍ਹੇ ਰੋਜ਼ ਦਿਹਾੜੇ, ਪਹਿਲਾਂ ਲਾਈਟਰ ਨੂੰ ਅੱਗ ਲਾਉਂਦੇ ਹੋ, ਉਹਦੇ ਵਿੱਚਲੀ ਅੱਗ ਜਿਹੜੀ ਉਹ ਅੱਗੇ ਚੁੱਲ੍ਹਾ ਜਗਾਉਂਦੀ ਹੈ। ਜਿਹੜਾ ਆਪਣਾ ਮਨ ਸੜਿਆ ਹੋਵੇ ਨਾ ਵਿਕਾਰਾਂ 'ਚ, ਉਹੀਓ ਦੂਜੇ ਨੂੰ ਅੱਗ ਲਾ ਸਕਦਾ ਹੈ। ਕਹਿਣ ਲੱਗੇ ਉਹਨੇ ਸਾਡਾ ਵੀ ਜੀਵਨ ਇਹੋ ਜਿਹਾ ਸ਼ਾਂਤ ਕਰ ਦਿੱਤਾ। ਉਹ ਗੁਰੂ ਦਰ 'ਤੇ ਪ੍ਰਵਾਨ ਹੋਈ, ਰੱਬ ਦੇ ਦਰ 'ਤੇ ਪ੍ਰਵਾਨ ਹੋਈ ਰੱਬੀ ਰੂਹ ਹੈ। ਸ਼ਿਵ ਨਾਭ ਰਾਜਾ ਆਇਆ। ਕੁਝ ਲੜਕੀਆਂ ਦੀ ਗੱਲ ਸੁਣ ਕੇ ਸ਼ਿਵ ਨਾਭ ਰਾਜਾ ਆਇਆ ਤੇ ਆ ਕੇ ਗੁਰੂ ਚਰਨਾਂ 'ਚ ਮੱਥਾ ਟੇਕਿਆ। ਪਾਤਸ਼ਾਹ, ਮੈਨੂੰ ਅੱਜ ਪਤਾ ਲੱਗਿਆ ਵੀ ਧਰਮੀ ਮਨੁੱਖ ਦੀ ਅਸਲ ਵਿੱਚ ਕਰਨੀ ਕਿਹੋ ਜਿਹੀ ਹੁੰਦੀ ਹੈ, ਉਹ ਕਿਹੋ ਜਿਹੇ ਸੁਭਾਅ ਦਾ ਮਾਲਕ ਹੁੰਦਾ ਹੈ। ਕਰੀਬ ਗੁਰੂ ਨਾਨਕ ਸਾਹਿਬ ਜੀ ਇਹਨਾਂ ਥਾਵਾਂ ਦੇ ਉੱਤੇ ਲੰਮੇਰਾ ਸਮਾਂ ਵਿਚਰਦਿਆਂ, ਰਹਿਮਤਾਂ ਬਰਸਾਉਂਦਿਆਂ, ਆਖਰ ਸੰਗਲਾ ਦੀਪ ਤੋਂ ਵਾਪਸ ਪਰਤੇ ਨੇ ਸਮੁੰਦਰੀ ਜਹਾਜ਼ ਦੇ ਰਾਹੀਂ। ਕੋਚੀਨ ਉਸ ਥਾਂ ਦਾ ਬੰਦਰਗਾਹ ਦਾ ਨਾਂ ਹੈ ਜਿੱਥੋਂ ਹਜ਼ੂਰ ਵਾਪਸ ਪਰਤੇ ਨੇ। ਮੈਂ ਬੇਨਤੀ ਕਰਨੀ ਚਾਹੁੰਦਾ, ਪਿਛਲੇ ਦਿਨਾਂ 'ਚ ਇੱਕ ਅਰਜ਼ ਕੀਤੀ ਸੀ, ਸ਼ਾਇਦ ਕੱਲ੍ਹ ਹੀ ਮੈਂ ਇਸ ਗੱਲ 'ਤੇ ਛੱਡ ਕੇ ਗਿਆ ਸਾਂ। 3 ਕਮਜ਼ੋਰੀਆਂ ਨੇ ਮਨੁੱਖ ਦੀਆਂ। ਮੈਂ ਗੱਲ ਮਨੁੱਖ ਦੀ ਕਰ ਰਿਹਾ, ਨਾ ਹਿੰਦੂ ਦੀ, ਨਾ ਸਿੱਖ ਦੀ, ਨਾ ਜੈਨੀ ਦੀ, ਨਾ ਬੋਧੀ ਦੀ, ਮਨੁੱਖ ਦੀ। 3 ਕਮਜ਼ੋਰੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਮਨੁੱਖ ਦੀ ਸ਼ਖਸੀਅਤ ਨੂੰ ਦਾਗੀ ਕਰ ਦਿੰਦੀਆਂ ਨੇ। ਜਾਂ ਤਾਂ ਮਨੁੱਖ ਦੇ ਜੀਵਨ ਵਿੱਚ ਕਾਮ ਦੀ ਭਟਕਣਾ ਹੈ, ਜਾਂ ਮਨੁੱਖ ਦੇ ਜੀਵਨ ਵਿੱਚ ਦਾਮ ਦੀ ਭਟਕਣਾ ਹੈ, ਦਾਮ ਮਤਲਬ ਪੈਸਾ, ਜਾਂ ਮਨੁੱਖ ਦੇ ਜੀਵਨ ਵਿੱਚ ਨਾਮ ਦੀ ਭਟਕਣਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਦੋਂ ਕੋਈ ਸਹਿਜ ਪਾਠ ਕਰਦਾ ਹੈ ਨਾ, ਤਾਂ ਇਹ 3 ਤੋਹਫੇ ਉਹਦੀ ਝੋਲੀ ਵਿੱਚ ਪੈ ਜਾਂਦੇ ਨੇ। ਉਹ ਕਾਮ ਕਰਕੇ ਵੀ ਨਹੀਂ ਭਟਕਦਾ, ਕਿਉਂਕਿ ਉਹਦੇ ਜੀਵਨ ਵਿੱਚ ਸੱਤ ਪੈਦਾ ਹੋ ਜਾਂਦਾ ਹੈ, ਆਚਰਣ ਪੈਦਾ ਹੋ ਜਾਂਦਾ। ਹੁਣ ਜਦੋਂ ਗੁਰੂ ਬਾਰ-ਬਾਰ ਸਮਝਾਉਂਦਾ, ਪਰ ਤੇਰੇ ਰੂਪ ਨਾ ਪੇਖੈ ਨੇਤਰ, ਜਦੋਂ ਗੁਰੂ ਬਾਰ-ਬਾਰ ਸਮਝਾਉਂਦਾ ਅੱਖੀਂ ਸੂਤਕ ਵੇਖਣਾ, ਪਰ ਤੇਰੇ ਭਰਤਨ ਰੂਪ, ਉਹ ਕਿਵੇਂ ਭਟਕ ਜਾਏਗਾ ਜਿਹਨੇ ਬਾਣੀ ਨੂੰ ਗੁਰੂ ਮੰਨ ਲਿਆ। ਦੂਜੀ ਗੱਲ ਹੈ, ਦਾਮ ਲਈ ਨਹੀਂ ਸਿੱਖ ਭਟਕਦਾ, ਕਿਉਂਕਿ ਇਹਦੇ ਜੀਵਨ ਵਿੱਚ ਗੁਰੂ ਸੰਤੋਖ ਪੈਦਾ ਕਰ ਦਿੰਦਾ ਹੈ। ਨਾਮ ਲਈ ਨਹੀਂ ਸਿੱਖ ਭਟਕਦਾ, ਕਿਉਂਕਿ ਉਹਨੂੰ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਉਹ ਵੀ ਪ੍ਰਾਪਤ ਹੋ ਜਾਂਦਾ ਹੈ। ਮੇਰੇ ਮਾਲਕ ਨੇ ਕਿਰਪਾ ਕੀਤੀ। ਹੁਣ ਇਹ ਬਹੁਤ ਵੱਡੀ ਕਮਜ਼ੋਰੀ ਸੀ ਦੁਨੀਆ ਦੀ, ਮੈਂ ਅੱਜ ਸਾਂਝੀ ਨਹੀਂ ਕਰਨੀ ਚਾਹੁੰਦਾ। ਇੱਕ ਲੰਮੀ ਲੜੀ ਹੈ ਪੀਰਾਂ ਫਕੀਰਾਂ ਦੀ। ਦੇਵੀ ਦੇਵਤੇ ਸਭ ਇਸ ਕਾਮ ਦੇ ਦਾਗੀ ਨੇ। ਸਿੱਖਾਂ ਮਾਣ ਕਰੋਏ, ਜਦੋਂ ਕੋਈ ਕ੍ਰਿਸ਼ਨ ਦੀਆਂ ਗੱਲਾਂ ਸੁਣਾਉਂਦਾ ਤੇ ਕਿਸੇ ਜਗ੍ਹਾ 'ਤੇ ਆ ਕੇ ਮੂੰਹ ਨੀਵਾਂ ਕਰ ਲੈਂਦਾ। ਜਦੋਂ ਕੋਈ ਰਾਮ ਦੀਆਂ ਗੱਲਾਂ ਸੁਣਾਉਂਦਾ, ਕਿਸੇ ਜਗ੍ਹਾ 'ਤੇ ਆ ਕੇ ਉਹਨੂੰ ਵੀ ਸਿਰ ਨੀਵਾਂ ਕਰਨਾ ਪੈਂਦਾ। ਬਹੁਤਾਤ ਐਸੇ ਨੇ। ਹਜ਼ਰਤ ਮੁਹੰਮਦ ਸਾਹਿਬ ਦੀਆਂ ਕਿੰਨੀਆਂ ਸ਼ਾਦੀਆਂ ਨੇ। ਹਜ਼ਰਤ ਮੁਹੰਮਦ ਸਾਹਿਬ ਦੇ 2 ਸਹੁਰੇ, ਹਜ਼ਰਤ ਮੁਹੰਮਦ ਸਾਹਿਬ ਦੇ 2 ਸਹੁਰੇ
ਹਜ਼ਰਤ ਮੁਹੰਮਦ ਸਾਹਿਬ ਤੋਂ 2 ਸਾਲ ਉਮਰ 'ਚ ਘੱਟ ਨੇ। ਤੇ ਹਿਸਾਬ ਲਾ ਲਓ ਜਿਹਦੀ ਲੜਕੀ ਵਿਆਹੀ ਹੈ ਨਾ, ਉਹ ਖੁਦ 2 ਸਾਲ ਉਮਰ ਵਿੱਚ ਛੋਟਾ ਹੈ ਆਪਣੇ ਜਵਾਈ ਤੋਂ, ਤੇ ਉਹਨਾਂ ਦੀਆਂ ਲੜਕੀਆਂ ਦੀ ਸ਼ਾਦੀ ਹੋਈ। ਪਰ ਜਿੱਥੇ ਸਿੱਖ ਗੁਰੂ ਨਾਨਕ ਦੀ ਗੱਲ ਕਰਦਾ ਹੈ ਨਾ, ਹਿੱਕ ਠੋਕ ਕੇ ਕਰ ਸਕਦਾ, ਸਿਰ ਉੱਚਾ ਕਰਕੇ ਕਰ ਸਕਦਾ, ਕਿਉਂਕਿ ਕਹਿ ਮਨਾ ਬੜੇ ਮਾਣ ਨਾਲ ਕਹਿ, ਗੱਲ ਨੂੰ ਦ੍ਰਿੜਤਾ ਨਾਲ ਕਹਿ, ਗੁਰੂ ਦੀ ਐਡੀ ਵੱਡੀ ਕਰਨੀ ਹੈ, ਦ੍ਰਿੜਤਾ ਨਾਲ ਕਹਿ, ਤੈਨੂੰ ਕਿਤੇ ਸਿਰ ਨੀਵਾਂ ਨਹੀਂ ਕਰਨਾ ਪਵੇਗਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਉਹ ਕਿਰਦਾਰ ਪੱਖੋਂ ਸਭ ਤੋਂ ਵੱਡਾ ਹੈ। ਗੁਰੂ ਨਾਨਕ ਸਾਹਿਬ ਜੀ ਇਸ ਜਗ੍ਹਾ ਤੋਂ ਅਗਲੇਰੇ ਪੰਧ ਤੇ ਤੁਰ ਪਏ ਨੇ। ਕਈ ਥਾਵਾਂ ਤੋਂ ਹੁੰਦਿਆਂ ਮੈਂ ਮੇਨ ਥਾਵਾਂ ਦੀ ਗੱਲ ਕਰਦਾ। ਹੁਣ ਪਾਂਧਰਪੁਰ ਆਏ ਨੇ। ਪਾਂਧਰਪੁਰ ਮਹਾਰਾਸ਼ਟਰ ਵਿੱਚ ਹੈ। ਭਗਤ ਨਾਮਦੇਵ ਜੀ ਦਾ ਇਹ ਅਸਥਾਨ ਹੈ। ਭਗਤ ਨਾਮਦੇਵ ਜੀ ਨੇ ਜਿਹੜੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਦਰਜ ਹੈ। ਉਹਨਾਂ ਦਾ ਪਿੰਡ ਸੀ ਨਰਸੀ ਬਾਹਮਣੀ। ਨਰਸੀ ਬਾਹਮਣੀ 'ਚ ਬੜੀ ਈਰਖਾ ਲੋਕ ਕਰਦੇ ਸਨ, ਤੇ ਉਹ ਛੱਡ ਕੇ ਪਾਂਧਰਪੁਰ ਆ ਗਏ ਸਨ। ਇੱਥੇ ਲੰਮਾ ਸਮਾਂ ਰਹੇ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਅੰਮ੍ਰਿਤ ਬੋਲ ਲਏ। ਇੱਕ ਪਲ ਮੈਂ ਰੁਕਣ ਲੱਗਾ, ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ। ਮੈਂ ਜਦੋਂ ਵੀ ਕਿਤੇ ਆਸੇ-ਪਾਸੇ ਦੀ ਉਦਾਹਰਨ ਦਿੰਦਾ, ਉਹ ਮੈਂ ਦੱਸ ਕੇ ਜਾਣਾ ਤੁਹਾਨੂੰ, ਤਾਂ ਕਿ ਆਪਣੀ ਗੱਲ ਪਕੜ ਵਿੱਚ ਰਵੇ। ਸਿੱਧਾ ਨੇ ਗੁਰੂ ਨਾਨਕ ਸਾਹਿਬ ਨੇ ਇੱਕ ਸਵਾਲ ਕੀਤਾ ਸੀ ਵੀ ਤੁਸੀਂ ਨਾ ਸਾਡੇ ਵਾਂਗੂ ਚੇਲੇ ਬਣਾਉਂਦੇ ਹੋ, ਨਾ ਸਾਡੇ ਵਾਂਗੂ ਡੇਰੇ ਬਣਾਉਂਦੇ ਹੋ, ਨਾ ਸਾਡੇ ਵਾਂਗੂ ਧੂਣੇ ਲਾਉਂਦੇ ਹੋ, ਸਾਡੇ ਵਰਗਾ ਤੁਸੀਂ ਕੁਛ ਵੀ ਨਹੀਂ ਕਰਦੇ। ਜੇ ਤੁਸੀਂ ਅਜਿਹਾ ਕੁਛ ਵੀ ਨਹੀਂ ਸੀ ਕਰਨਾ, ਤੇ ਫਿਰ ਘਰ ਕਿਉਂ ਛੱਡਿਆ? ਸਤਿਗੁਰੂ ਨੇ ਜਿਹੜਾ ਆਪਣੀ ਜ਼ਿੰਦਗੀ ਦਾ ਏਮ ਦੱਸਿਆ ਸੀ ਨਾ, ਨਿਸ਼ਾਨਾ ਦੱਸਿਆ ਸੀ, ਉਹ ਬੜੇ ਕਮਾਲ ਦਾ ਸੀ। ਸਤਿਗੁਰੂ ਕਹਿਣ ਲੱਗੇ, ਮੈਂ ਵੱਖਰੇ ਡੇਰੇ ਬਣਾਉਣ ਨਹੀਂ ਆਇਆ, ਮੈਂ ਐਵੇਂ ਚੇਲੇ ਬਣਾਉਣ ਨਹੀਂ ਆਇਆ, ਮੈਂ ਕੋਈ ਧੂਣੇ ਤਪਾਉਣ ਨਹੀਂ ਆਇਆ। ਫਿਰ ਘਰ ਕਿਉਂ ਛੱਡਿਆ? ਹਜ਼ੂਰ ਕਹਿੰਦੇ ਸਨ, ਗੁਰਮੁਖ ਖੋਜਤ ਭਏ ਉਦਾਸੀ। ਸਿੱਧਾਂ ਦਾ ਸਵਾਲ ਸੀ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਬਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਜਿਹੜੇ ਨਾਲ ਲਈ ਫਿਰਦੇ ਉਹਨਾਂ ਨੂੰ ਕਿਵੇਂ ਪਾਰ ਕਰੋਗੇ? ਸਤਿਗੁਰੂ ਦਾ ਹੁਣ ਜਵਾਬ ਸੀ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਮੈਂ ਤਾਂ ਗੁਰਮੁਖਾਂ ਦੀ ਖੋਜ ਕਰਦਾ ਫਿਰਦਾ ਵੀ ਕਿਤੇ ਗੁਰਮੁਖ ਲੱਭ ਜਾਣ। ਮੈਂ ਹੈਰਾਨ ਹੁੰਦਾ ਭਈ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਚੁਣ ਕੇ ਆਪ ਸਾਨੂੰ ਸੰਤ ਦੇ ਦਿੱਤੇ, ਭਗਤ ਦੇ ਦਿੱਤੇ। ਪੁੱਤ ਜੇ ਗੁਰਬਾਣੀ ਵਿੱਚੋਂ ਪੜ੍ਹੇਗਾ ਨਾ ਵੀ ਸੰਤ ਜਨਾ ਮੇਰੇ ਹਰ ਜਸ ਗਾਇਓ, ਕਿਤੇ ਇਹ ਨਾ ਹੋਵੇ ਤੈਨੂੰ ਸੰਤ ਪਛਾਣਨਾ ਔਖਾ ਹੋ ਜਾਏ, ਕਿਉਂਕਿ ਇੱਥੇ ਤਾਂ ਬਹੁਤ ਹੁੰਦੇ ਨੇ, ਤੈਨੂੰ ਭੁਲੇਖਾ ਲੱਗ ਜਾਣਾ। ਪੁੱਤ ਮੈਂ ਚੁਣ ਕੇ ਰੱਖ ਚੱਲਿਆ। ਦੇਖੋ ਜਦੋਂ ਪਰਖ ਕਰਨੀ ਹੁੰਦੀ ਹੈ ਨਾ, ਸਿਆਣੇ ਬੰਦੇ ਕਿਸੇ ਦੂਜੇ ਦੀ ਸਲਾਹ ਲੈ ਲੈਂਦੇ ਨੇ, ਪੁੱਤ ਤੈਨੂੰ ਪਰਖ ਨਹੀਂ ਕਰਨੀ ਆਉਣੀ, ਮੈਂ ਤੈਨੂੰ ਵਿੱਚ ਰੱਖ ਚੱਲਿਆ। ਤੇ ਉਹ ਸੰਤ ਜਿਨ੍ਹਾਂ ਦੀ ਵਿਚਾਰਧਾਰਾ ਬਹੁਤ ਨਵੀਕਲੀ ਹੈ। ਹੁਣ ਥੋੜ੍ਹਾ ਜਿਹਾ ਇੱਥੇ ਸਮਝਿਓ। ਭਗਤ ਨਾਮਦੇਵ ਜੀ ਸ਼ਿੰਬਾ ਜਾਤੀ ਵਿੱਚੋਂ ਸਨ। ਮੈਂ ਜ਼ਿਕਰ ਕੀਤਾ ਸੀ, ਸ਼ਿੰਬਾ ਸ਼ਬਦ ਬਣਿਆ ਛਾਪੇ ਤੋਂ, ਜਿਹੜੇ ਕੱਪੜੇ ਛਾਪਦੇ ਨੇ। ਅੱਜ ਜਿਹੜੇ ਕੱਪੜੇ ਮਿਲਦੇ ਨੇ ਉਹ ਤੁਹਾਡੀ ਮਰਜ਼ੀ ਦਾ ਪ੍ਰਿੰਟ ਮਿਲ ਜਾਂਦਾ ਹੈ। ਪੁਰਾਣੇ ਸਮੇਂ 'ਚ ਇਵੇਂ ਨਹੀਂ ਸੀ ਹੁੰਦਾ। ਕੱਪੜਾ ਇੱਕੋ ਸਾਦਾ ਬੁਣਿਆ ਜਾਂਦਾ ਸੀ, ਉਹਨੂੰ ਬਾਅਦ ਵਿੱਚ ਠੱਪੇ ਲਾ ਕੇ ਉਹਨੂੰ ਉਹ ਜਿਹੇ ਰੰਗ ਜਾਂ ਉਹੀ ਜਿਹੀ ਚਿੱਤਰਕਾਰੀ ਦਿੱਤੀ ਜਾਂਦੀ ਸੀ। ਪਹਿਲਾਂ ਕੱਪੜੇ ਇਵੇਂ ਆਪਣੀ ਮਰਜ਼ੀ ਦਾ ਪ੍ਰਿੰਟ ਨਹੀਂ ਸੀ ਆਉਂਦਾ। ਤੇ ਸ਼ਿੰਬੇ ਜਿਹੜੇ ਹੁੰਦੇ ਸਨ ਉਹ ਕੱਪੜਿਆਂ ਨੂੰ ਰੰਗਣ ਦਾ ਕੰਮ ਕਰਦੇ ਨੇ, ਤੇ ਉਹਨੂੰ ਲੋਕ ਛੋਟੀ ਜਾਤ ਵਾਲਾ ਸਮਝਦੇ ਸਨ। ਹੁਣ ਭਗਤ ਨਾਮਦੇਵ ਜੀ ਨੇ ਰੱਬ ਨੂੰ ਦੇਖਿਆ। ਬਹੁਤ ਧਿਆਨ ਨਾਲ ਸੁਣਿਓ ਜੋ, ਮੈਂ ਤਾਂ ਹੈਰਾਨ ਹੁੰਦਾ ਵੀ ਉਹਨਾਂ ਕਿਵੇਂ ਜਾਨ ਤਲੀ ਤੇ ਰੱਖ ਕੇ ਸੱਚ ਬੋਲਿਆ। ਉਹਨਾਂ ਨੇ ਰੱਬ ਨੂੰ ਦੇਖਿਆ, ਰੱਬ ਨੂੰ ਮਾਣਿਆ, ਰੱਬ ਨੂੰ ਵਿਚਾਰਿਆ, ਸਮਝਿਆ।
ਹੁਣ ਜਦੋਂ ਰੱਬ ਨੂੰ ਦੇਖਿਆ, ਉਹਨਾਂ ਦਾ ਜੀ ਕੀਤਾ ਵੀ ਮੈਂ ਜਾ ਕੇ ਉਹਨਾਂ ਨੂੰ ਦੱਸਾਂ ਜਿਹੜੇ ਰੱਬ ਦੇ ਨਾਂ ਤੇ ਝੂਠ ਬੋਲੀ ਜਾਂਦੇ ਨੇ। ਉਹ ਹੁਣ ਮੰਦਿਰ 'ਚ ਆਏ ਨੇ। ਮੰਦਿਰ ਵਾਲੇ ਉਹਨੂੰ ਕਿਉਂ ਧੱਕੇ ਮਾਰ ਰਹੇ ਨੇ? ਛੋਟੀ ਜਾਤ ਦਾ ਤਾਂ ਬਹਾਨਾ ਬਣਾ ਲਿਆ ਉਹਨਾਂ ਨੇ। ਉਹ ਧੱਕੇ ਕਿਉਂ ਮਾਰ ਰਹੇ ਨੇ? ਦੇਖੋ ਹੁਣ ਸ਼ਬਦ ਪੜ੍ਹਿਓ ਜੇ ਨਾਲ ਨਾਲ। ਹਸਤ ਖੇਲਤ ਤੇਰੇ ਦਿਹੁਰੇ ਆਇਆ। ਹਸਤ ਖੇਲਤ ਇਹ ਬਾਹਰ ਦੀ ਗੱਲ ਹੈ। ਬਾਹਰੋਂ ਮੈਂ ਹੱਸਦਾ ਖੇਡਦਾ ਆਇਆ ਸੀ, ਪਰ ਜਦੋਂ ਮੈਨੂੰ ਅੰਦਰੋਂ ਉਠਾਇਆ ਉਦੋਂ ਮੈਂ ਹੱਸਦਾ ਖੇਡਦਾ ਨਹੀਂ ਸੀ। ਉਦੋਂ ਮੈਂ ਕੀ ਕਰਦਾ ਸੀ? ਭਗਤ ਕਰਤ ਨਾਮਾ ਪਕੜ ਉਠਾਇਆ। ਉਦੋਂ ਤਾਂ ਮੈਂ ਬੈਠਾ ਰੱਬ ਦੀਆਂ ਗੱਲਾਂ ਕਰ ਰਿਹਾ ਸੀ। ਤੇ ਮੈਨੂੰ ਦੋਸ਼ ਕੀ ਲਾਇਆ? ਖੀਨੜੀ ਜਾਤ ਮੇਰੀ ਜਾਦ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਲੈ ਕੰਬਲੀ ਚਲਿਓ ਪਲਟਾਏ, ਦਿਉਰੇ ਪਾਛੇ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦਿਉਰਾ ਫਿਰੈ। ਉਹ ਭਗਤ ਨਾਮਦੇਵ ਜੀ ਗਾਇਆ ਕਰਦੇ ਸਨ। ਸ਼ਬਦ ਹੈ ਬੜਾ ਪਿਆਰਾ, ਬਹੁਤ ਧਿਆਨ ਨਾਲ ਸੁਣਿਓ। ਉਹ ਕਹਿੰਦੇ ਨੇ ਆਜ ਨਾਮੇ ਬੀਠਲ ਦੇਖਿਆ। ਅੱਜ ਨਾਮਦੇਵ ਨੇ ਰੱਬ ਨੂੰ ਦੇਖਿਆ। ਹੁਣ ਜਿਹਨੂੰ ਲੋਕ ਕਹਿੰਦੇ ਸੀ ਵੀ ਇਹ ਤਾਂ ਗੁਰੂ ਹੈ ਸਾਡਾ ਬ੍ਰਾਹਮਣ, ਭਗਤ ਜੀ ਕਹਿੰਦੇ ਨੇ ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉਂ ਰੇ। ਮੈਂ ਮੂਰਖ ਨੂੰ ਸਮਝਾਉਣ ਲੱਗਿਆ। ਹੁਣ ਕੀ ਸਮਝਾ ਰਹੇ ਨੇ? पांडे तुमरी गायत्री लोधे का खेत खाती थी, लेकर ठेंगा टंगरी तोरी लांगत लांगत जाती थी। पांडे तुमरा महादेव धौले बल्द चढ़िया आबद देखा था। मोदी के कारखाना पाका बांका लड़का मारिया था। पांडे तुमरा रामचंद शोभी आबद देखा था। रावण सेठी सरबर होई घर की जोई गवाई थी। हिंदू अन्ना तुरकू काना दोहां ते ज्ञानी सियाणा। हिंदू पूजै देहुरा मुसलमान मसीत, नामै सोई सेविया जै देहुरा ना मसीत। कहने मैं तो उसकी इबादत करना है। हुण जदों ये गल्लां सच दियां कईयां भी पांडे तू आप कहना भी गायत्री लोगों के काम कर देंदी है, गायत्री मंत्र पढ़ो तो लोगों के काम रास आ जाते हैं, तो तू आप ही ये कहानी सुनाना भी गायत्री जिहड़ी एक गां हुंदी सी, वो लोधे नां दे खेत विच वड़ गई किसान दे, ते उहने डंडा मारिया ते डंडा मारिया ते उहदी एक लत्त लंगड़ी हो गई। आशा की वार पढ़न वाले जानते होणगे त्रेपाल। त्रेपाल त्रेपाल दा हुंदा तीन, पाल दा मतलब लाइनां। तू गायत्री दियां तीन लाइनां पढ़दा, चौथी नहीं पढ़दा। क्यों नहीं पढ़दा? क्योंकि उन्होंने तू कहना भी ये लंगड़ी हो गई सी, लंगड़ी वाली लाइन नहीं पढ़नी। त्रेपाल तिहाल विचारंग, मुख झूठ विभूखन सारंग। कहते तू झूठ इन्ने वधिया ढंग नाल बोलदा है, लोकां नूं पता नहीं लगदा। ते तू जिहड़ी गायत्री की गल करदा है उहदी तू कहानी सुणाउणा भी उहदी लत्त टुट गई सी। जिहदी अपनी लत्त लोधा तोड़ देवे, किसान तोड़ देवे, लोगों के की काम करेगी। दूजी उदाहरण, तू कहना महादेव गया सी किसी के घर खाना खाण वास्ते ते उदा ही लड़का मार दिता सी शराप दे के। एक लम्मियां कहानियां मैं संखेप विच बेनती कर रहा भी गुरु नानक साहब उन्हां दी बाणी क्यों लैण लगे ने। सतगुरु ने कृपा की जिहड़ी अगली उदाहरण दिती, पांडे तुमरा रामचंद सोपी आबद देखा समय देखिया। रावण सेठी सरबर होई घर की जोई खवाई थी। रावण नाल लड़ाई हुई थी, घर वाली गुआ बैठा है। हुण जदों ये गल्लां उत्थे जाके सच दियां कईयां ते उन्हां ने मंदिरां विचों धक्के मार के बाहर कढ दिता। कहण लगे तू इत्थे नहीं रह सकदा। हुण सतगुरु कहण लगे भी बामण मैनूं भी रास नहीं आउंदा ते तैनूं भी रास नहीं आउंदा, आपां इकट्ठे होईए। दूजी गल, सच नूं सच कहण वालियां नूं कोई मंदिरां चों धक्के मारे ये बर्दाश्त नहीं हुंदा। मैं तैनूं इहो जी थां ते बिठा दिआंगा, यकीन करके जाणिओ। अज भगत नामदेव जी की बाणी गुरु नानक साहब ने पादरपुर तो लिआंदी होई अज वो दरबार साहब तो बोलदी है। दरबार साहब तो भगत नामदेव जी बोलते ने। जिहड़ा उहनूं मंदिरां चों धक्के मार रिहा सी ना, हुण वो थल्ले बैठ के सुणदा है जदों हुक्मनामा आउंदा है।
ਥੋੜ੍ਹਾ ਜਿਹਾ ਪਕੜ ਵਿੱਚ ਰੱਖਿਓ। ਜਦੋਂ ਹੁਣ 400 ਸਾਲਾ ਸਿੱਖ ਕੌਮ ਨੇ ਮਨਾਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ 2004 ਦੇ ਵਿੱਚ, ਕਿਉਂਕਿ 1604 ਵਿੱਚ ਪ੍ਰਕਾਸ਼ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ, 1604 ਤੋਂ ਬਾਅਦ ਵਿੱਚ ਤੇ 400 ਸਾਲ ਬੀਤ ਗਿਆ, ਤੇ ਫਿਰ ਹੁਣ 2004 ਦੇ ਵਿੱਚ ਉਹ 400 ਸਾਲਾ ਆਇਆ, ਤੇ ਉਦੋਂ ਭਗਤ ਨਾਮਦੇਵ ਜੀ ਦਾ ਹੀ ਹੁਕਮਨਾਮਾ 400 ਸਾਲੇ ਤੇ ਆਇਆ ਸੀ। ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ। ਇਹ ਉਹ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਨੇ ਜਿਨ੍ਹਾਂ ਨੇ ਪਾਦਰਪੁਰ ਤੋਂ ਭਗਤ ਨਾਮਦੇਵ ਜੀ ਦੇ ਅੰਮ੍ਰਿਤ ਬੋਲ ਆਪਣੇ ਨਾਲ ਲਿਆਂਦੇ ਸੀ। ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਉਹਨੂੰ ਵੀ ਧਿਆਨ ਨਾਲ ਸੁਣਿਓ। ਲੋਕਾਂ ਨੇ ਦੋ ਚੀਜ਼ਾਂ ਵੱਖੋ ਵੱਖਰੀਆਂ ਕਰ ਦਿੱਤੀਆਂ ਸੀ। ਜਿਹੜਾ ਦੁਨੀ ਦੇ ਰਾਹ ਤੇ ਤੁਰਿਆ ਹੈ ਉਹਨੇ ਦੀਨ ਛੱਡ ਦਿੱਤਾ, ਜਿਹੜਾ ਦੀਨ ਦੇ ਰਾਹ ਤੇ ਤੁਰਿਆ ਉਹਨੇ ਦੁਨੀ ਛੱਡ ਦਿੱਤੀ, ਉਹਨੇ ਛੱਡ ਦਿੱਤਾ ਇਹ ਕੰਮ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਦੋਵੇਂ ਰਾਹ ਚੁਣੇ ਨੇ, ਤੇ ਉਹ ਭਗਤ ਇਕੱਠੇ ਕੀਤੇ, ਉਹਨਾਂ ਭਗਤਾਂ ਦੀ ਬਾਣੀ ਇਕੱਠੀ ਕੀਤੀ ਜਿਨ੍ਹਾਂ ਨੇ ਦੋਏ ਰਾਹ ਫੜੇ ਹੋਏ ਸਨ। ਉਹਨਾਂ ਨੇ ਦੀਨ ਵੀ ਰੱਖਿਆ, ਉਹਨਾਂ ਨੇ ਦੁਨੀ ਵੀ ਰੱਖੀ। ਹੁਣ ਦੇਖੋ ਜੀ, ਬੜੇ ਧਿਆਨ ਨਾਲ ਸੁਣਿਓ, ਮੈਂ ਇੱਕ ਬੇਨਤੀ ਕਰਨ ਲੱਗਾ। ਭਗਤ ਨਾਮਦੇਵ ਜੀ ਜਿਹੜੇ ਰੱਬ ਦਾ ਸਿਮਰਨ ਕਰਨ ਦੀ ਗੱਲ ਕਰਦੇ ਨੇ ਨਾ, ਉਹ ਨਾਲ ਕਿਰਤਕਾਰ ਕਰਦਿਆਂ ਰੱਬ ਦੀ ਬੰਦਗੀ ਦੀ ਗੱਲ ਕਰਦੇ ਨੇ। ਹਾਲੇ ਤੱਕ ਅਸੀਂ ਇਹ ਚੀਜ਼ਾਂ ਇਕੱਠੀਆਂ ਨਹੀਂ ਕਰ ਸਕੇ। ਆ ਮੇਰਾ ਖਿਆਲ ਹੈ ਬਾਹਰ ਪਾਲਕੀ ਤਿਆਰ ਹੋ ਰਹੀ ਹੈ, ਜਿਹਦੇ 'ਚ ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਹੋਣਾ, ਤੇ ਕਿੰਨਾ ਸਮਾਂ ਲੋਕਾਂ ਦੀਆਂ ਅੱਖਾਂ ਅੱਗੇ ਰਹਿਣੀ ਹੈ। ਤੇ ਉਹਦੇ 'ਤੇ 3 ਗੱਲਾਂ ਲਿਖੀਆਂ ਹੋਈਆਂ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਅਸੀਂ ਉਹਨਾਂ ਨੂੰ ਕੱਲੇ ਕੱਲੇ ਕਰ ਦਿੱਤਾ ਹੈ। ਕਿਰਤ ਕਰਨਾ ਵੱਖਰਾ ਕੰਮ ਕਰ ਲਿਆ, ਨਾਮ ਜਪਣਾ ਵੱਖਰਾ ਕਰ ਲਿਆ, ਨਹੀਂ ਉਹ ਇਕੱਠਾ ਹੈ। ਮੈਂ ਬੇਨਤੀ ਕਰਨ ਲੱਗਾ ਸਾਂ, ਭਗਤ ਨਾਮਦੇਵ ਜੀ ਉਹ ਜਦੋਂ ਕੱਪੜੇ ਰੰਗ ਰਹੇ ਸਨ, ਤੇ ਉਹਨਾਂ ਦਾ ਇੱਕ ਦੋਸਤ ਭਗਤ ਲੋਚਨ ਉਹਨਾਂ ਨੂੰ ਆ ਕੇ ਉਲਾਮੇ ਦਿੰਦਾ ਹੈ ਵੀ ਨਾਮਦੇਵ ਤੂੰ ਤਾਂ ਰੱਬੀ ਰਾਹ ਤੋਂ ਥਿੜਕ ਗਿਆ ਲੱਗਦਾ। ਉਹ ਪੁੱਛਣ ਲੱਗੇ ਕਿਉਂ? ਕਹਿਣ ਲੱਗੇ ਦੁਨਿਆਵੀ ਕੰਮ ਕਾਰ ਕਰਦਿਆਂ ਤੂੰ ਰੱਬ ਦੀ ਇਬਾਦਤ ਕਿਵੇਂ ਕਰ ਸਕਣਾ? ਉਹ ਕਹਿੰਦੇ ਨਹੀਂ ਮੈਂ ਤੈਨੂੰ ਦੱਸਦਾ, ਇੱਕ ਬੰਦਾ ਦੋਏ ਕੰਮ ਵੀ ਕਰ ਸਕਦਾ। ਕਹਿੰਦੇ ਉਹ ਕਿਵੇਂ? ਹੁਣ ਦੇਖੋ ਉਦਾਹਰਨਾਂ ਨੇ ਕਿੱਡੀਆਂ ਪਿਆਰੀਆਂ। ਆਨੀਲੇ ਕਾਗਦ ਕਾਟੀਲੇ ਗੁੱਡੀ, ਅੱਗੇ ਤਾਂ ਪਤੰਗ ਆਪ ਬਣਾਉਣੇ ਪੈਂਦੇ ਸੀ ਬੱਚਿਆਂ ਨੂੰ, ਹੁਣ ਤੇ ਬਣੇ ਬਣਾਏ ਮਿਲ ਜਾਂਦੇ ਨੇ ਨਾ। ਕਹਿੰਦੇ ਬੱਚੇ ਨੇ ਕਾਗਜ਼ ਲਿਆ ਤੇ ਇੱਕ ਪਤੰਗ ਬਣਾਈ। ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮੀਆਂ ਲੈ, 5 ਜਨਾਂ ਸਿਓ ਬਾਤ ਬਤਊਗਾ, ਚੀਤ ਸੋ ਡੋਰੀ ਰਾਖੀ ਵਾਲੇ। ਪਤੰਗ ਕਿੱਥੇ ਉੱਪਰ ਉੱਡਦਾ ਆਕਾਸ਼ਾਂ ਦੇ, ਪਰ ਉਹ ਥੱਲੇ ਖਲੋਤਾ ਡੋਰੀ ਵਿੱਚ ਧਿਆਨ ਰੱਖਦਾ ਤੇ ਨਾਲ ਦੇ ਸਾਥੀਆਂ ਨੂੰ ਜਵਾਬ ਵੀ ਸਹੀ ਦਿੰਦਾ। ਉਹ ਧਿਆਨ ਰੱਖਦਾ ਮੇਰਾ ਕਿਤੇ ਪਤੰਗ ਫਸ ਨਾ ਜਾਵੇ, ਕਿਤੇ ਕੋਈ ਕਾਰਨ ਨਾ ਬਣ ਜਾਏ। ਕਹਿਣ ਲੱਗੇ ਇਵੇਂ ਮੈਂ ਕੱਪੜੇ ਵੀ ਰੰਗਦਾ ਤੇ ਰੱਬ ਦਾ ਨਾਮ ਵੀ ਜਪਦਾ, ਮੈਂ ਦੋਏ ਕੰਮ ਇਕੱਠੇ ਕਰਦਾ। ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮੀਆਂ ਲੈ, 5 ਜਨਾਂ ਸਿਓ ਬਾਤ ਬਤਊਗਾ, ਚੀਜ਼ ਸੋ ਡੋਰੀ ਰਾਖੀ ਵਾਲੇ। ਮਨ ਰਾਮ ਨਾਮਾ ਬੇਦੀ ਵਾਲੇ, ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ। ਆਨੀਲੇ ਕੁੰਭ ਭਰਾਈ ਲੈ ਉਦਕ, ਰਾਜ ਕੁਆਰ ਪੁਰੰਦਰੀਏ। ਹਸਟ ਵਿਨੋਦ ਵਿਚਾਰ ਕਰਤੀ ਹੈ, ਚੀਜ਼ ਸੋ ਗਾਗਰ ਰਾਖੀ ਵਾਲੇ। ਇੱਕ ਲੰਮੀ ਗੱਲ ਹੋ ਜਾਏਗੀ, ਮੈਂ ਸੰਖੇਪ ਵਿੱਚ ਕਰਨੀ ਚਾਹੁੰਦਾ। ਉਹਨਾਂ ਨੇ ਇੱਕ ਲੜਕੀ ਦੀ ਉਦਾਹਰਨ ਦਿੱਤੀ ਵੀ ਲੜਕੀ ਇੱਕ ਘੜਾ ਸਿਰ ਤੇ ਚੁੱਕ ਲੈਂਦੀ ਹੈ, 2 ਘੜੇ ਆਪਣੇ ਬਗਲ ਵਿੱਚ ਚੁੱਕ ਲੈਂਦੀ ਹੈ, ਸਿਰ ਵਾਲੇ ਘੜੇ ਨੂੰ ਕੋਈ ਹੱਥ ਨਹੀਂ ਲਾਉਂਦੀ। ਹੱਸਦੀਆਂ ਵੀ ਖੇਡਦੀਆਂ ਵੀ ਨੇ ਬੱਚੀਆਂ, ਰਸਤਾ ਵੀ ਦੇਖਦੀਆਂ ਨੇ ਪਹਾੜੀ ਰਸਤਾ, ਪਰ ਸਿਰ ਵਾਲਾ ਘੜਾ ਕਿਉਂ ਨਹੀਂ ਡਿੱਗਦਾ? ਕਿਉਂਕਿ ਉਹਦੀ ਸੁਰਤ ਸਿਰ ਵਿੱਚ ਹੈ। ਜਿੱਦਣ ਨੂੰ ਘੜਾ ਟੇਢਾ ਹੁੰਦਾ ਗਰਦਨ ਟੇਢੀ ਕਰ ਲੈਂਦੀ, ਕਹਿੰਦੇ ਡਿੱਗਣ ਨਹੀਂ ਦਿੰਦੀ। ਇਸੇ ਤਰ੍ਹਾਂ ਰੱਬ ਦੇ ਪਿਆਰੇ ਦੁਨੀਆ ਦੀ ਕਿਰਤਕਾਰ ਕਰਦਿਆਂ ਆਪਣੀ ਕਦੇ ਸੁਰਤ ਨਹੀਂ ਟੁੱਟਣ ਦਿੰਦੇ। ਹੁਣ ਇਹ ਗੱਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਮਿਲਦੇ ਸਨ। ਸਤਿਗੁਰੂ ਨੇ ਭਗਤ ਨਾਮਦੇਵ ਜੀ ਦੇ ਬੋਲ ਲਿਆਂਦੇ, ਲਿਖ ਕੇ
ਵੀ ਮੈਨੂੰ ਇਹਨਾਂ ਦੀ ਲੋੜ ਪਏਗੀ। ਉਹਦੇ ਨਾਲ ਹੀ ਇੱਕ ਪਿੰਡ ਬਾਰਸੀ ਹੈ ਜਿੱਥੋਂ ਦਾ ਭਗਤ ਰੋਚਨ ਜੀ ਸੀ, ਤੇ ਉਹਨਾਂ ਦੇ ਅੰਮ੍ਰਿਤ ਬੋਲ ਵੀ ਅੱਜ ਸਾਡੇ ਕੋਲ ਨੇ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿੰਦੇ ਮਰੈ, ਸਰਪ ਜਨਮ ਬਲ ਬਲ ਅਵਤਰੈ, ਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਇਤਿਹਾਦਕ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਇਹ ਗੁਰੂ ਨਾਨਕ ਸਾਹਿਬ ਜੀ ਪਹਿਲੀ ਉਦਾਸੀ ਵੇਲੇ ਉੱਥੋਂ ਸੰਗਲਾ ਦੀਪ ਤੋਂ ਮੁੜਦਿਆਂ ਹੁੰਦਿਆਂ ਇਹ ਪਾਵਨ ਬਚਨ ਲੈ ਕੇ ਆਏ ਨੇ। ਉਸ ਤੋਂ ਅੱਗੇ ਚੱਲੀਏ। ਇਹਨਾਂ ਥਾਵਾਂ 'ਤੇ ਕਿਸੇ ਖਾਸ ਬੰਦੇ ਨਾਲ ਚਰਚਾ ਤਾਂ ਨਹੀਂ ਹੋਣੀ, ਪਰ ਗੁਰੂ ਜੀ ਇੱਥੋਂ ਹੋ ਕੇ ਆਏ ਨੇ, ਕਿਉਂਕਿ ਇਹ ਸਥਾਨ ਬਹੁਤ ਉੱਘੇ ਸਨ। ਇਹਨਾਂ ਦਾ ਜ਼ਿਕਰ ਕਿਉਂ ਕੀਤਾ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਨਾ। ਹੁਣ ਇੱਥੋਂ ਸਤਿਗੁਰੂ ਜੀ ਆਏ ਦੁਆਰਕਾ। ਦੁਆਰਕਾ ਵੀ ਕ੍ਰਿਸ਼ਨ ਨਾਲ ਸੰਬੰਧਿਤ ਨਗਰੀ ਹੈ। ਇੱਥੇ ਮਥੁਰਾ ਦੇ ਵਿੱਚ ਜੰਗ ਲੜਿਆ ਜਾ ਰਿਹਾ ਸੀ। ਜੰਗ ਨੂੰ ਵਿੱਚੋਂ ਹੀ ਛੱਡ ਕੇ ਕ੍ਰਿਸ਼ਨ ਭੱਜ ਕੇ ਜਾ ਕੇ ਇਸ ਦੁਆਰਕਾ ਵਿੱਚ ਲੁਕ ਗਿਆ ਸੀ। ਦੁਆਰਕਾ ਦੇ ਵਿੱਚ ਲੁਕ ਗਿਆ ਸੀ ਉਹ। ਇਸ ਦੁਆਰਕਾ ਦੇ ਵਿੱਚ ਇੱਕ ਜਗ੍ਹਾ ਬਣੀ ਹੋਈ ਹੈ ਜਿਹਨੂੰ ਕਹਿੰਦੇ ਰਣ ਛੋੜ। ਬਕਾਇਦਾ ਉਹ ਜਗ੍ਹਾ ਬਣੀ ਹੋਈ ਹੈ ਜਿੱਥੇ ਜਾ ਕੇ ਮਥੁਰਾ ਦੇ ਵਿੱਚ ਅੱਧ ਵਿਚਾਲੇ ਜੰਗ ਛੱਡ ਕੇ ਤੇ ਇਹ ਜਾ ਕੇ ਇੱਥੇ ਲੁਕ ਗਿਆ ਸੀ ਦੁਆਰਕਾ ਦੇ ਵਿੱਚ। ਉਹਨੂੰ ਰਣ ਛੋੜ ਜਗ੍ਹਾ ਕਹਿੰਦੇ ਆ। ਉਸ ਤੋਂ ਅੱਗੇ ਸਤਿਗੁਰੂ ਜੀ ਹੁਣ ਦੁਆਰਕਾ ਵੀ ਗਏ ਨੇ। ਮੈਂ ਜ਼ਿਕਰ ਕਰਦਿਆਂ ਇੱਕ ਵਾਰੀ ਵੀ ਇਹਨਾਂ ਥਾਵਾਂ 'ਤੇ ਭਾਵੇਂ ਚਰਚਾ ਨਹੀਂ ਹੋਈ, ਪਰ ਮੈਂ ਇਹ ਕਿਉਂ ਜ਼ਿਕਰ ਕਰ ਰਿਹਾ ਤੁਹਾਡੇ ਨਾਲ, ਬਹੁਤ ਧਿਆਨ ਨਾਲ ਸੁਣਿਓ। ਇਸ ਲਈ ਜਿਹੜਾ 10ਵੇਂ ਪਾਤਸ਼ਾਹ ਦੇ ਵੇਲੇ ਖਾਲਸਾ ਤਿਆਰ ਹੋਇਆ ਨਾ, ਉਹਦਾ ਬੀਜ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਵੇਲੇ ਬੀਜਿਆ ਸੀ। ਇਹ ਉਹੀ ਬੀਜ ਹੈ ਜਿਵੇਂ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ। ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਉਹ ਲਾਹੌਰ ਤੋਂ ਨੇ। ਲਾਹੌਰ ਗੁਰੂ ਨਾਨਕ ਸਾਹਿਬ ਗਏ ਤੇ ਉਹੀ ਬੀਜ ਬੀਜਿਆ ਹੋਇਆ 10ਵੇਂ ਪਾਤਸ਼ਾਹ ਦੇ ਵੇਲੇ ਭਾਈ ਦਇਆ ਸਿੰਘ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ। ਤੇ ਗੁਰੂ ਨਾਨਕ ਸਾਹਿਬ ਜੀ ਦਿੱਲੀ ਇਸੇ ਉਦਾਸੀ ਦੇ ਦਰਮਿਆਨ ਉਹਨਾਂ ਨੇ ਵਾਪਸ ਪਰਤਣਾ। ਦਿੱਲੀ ਦੇ ਵਿੱਚ ਹਸਤਨਾਪੁਰ ਦੇ ਵਿੱਚ ਉੱਥੋਂ ਦੇ ਭਾਈ ਧਰਮ ਸਿੰਘ ਸਨ। ਯਾਦ ਰੱਖਿਓ ਜੇ, ਭਾਈ ਹਿੰਮਤ ਸਿੰਘ ਇਸੇ ਦੁਆਰਕਾ ਨਗਰੀ ਤੋਂ ਸਨ ਜਿਹਦਾ ਮੈਂ ਹੁਣ ਜ਼ਿਕਰ ਕਰਨ ਲੱਗਿਆ। ਇਹ ਗੁਰੂ ਨਾਨਕ ਸਾਹਿਬ ਨੇ ਬੀਜ ਬੀਜਿਆ ਹੋਇਆ, ਉਹਦਾ 10ਵੇਂ ਪਾਤਸ਼ਾਹ ਦੇ ਵੇਲੇ ਜਾ ਕੇ ਉਹ ਪ੍ਰਫੁੱਲਤ ਹੋਇਆ। ਯਾਦ ਰੱਖਿਓ ਜੇ, ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਜੀ ਦੁਆਰਕਾ ਦੇ ਵਿੱਚੋਂ ਜਾ ਕੇ ਉੱਥੇ ਬਹੁਤਾਤ ਲੋਕਾਂ ਨੂੰ ਉਪਦੇਸ਼ ਕਰਕੇ ਇੱਥੇ ਅੱਗੇ ਬਿੰਦਰਾ ਬਣ ਆ ਗਏ। ਬਿੰਦਰਾ ਸ਼ਬਦ ਦਾ ਅਰਥ ਹੁੰਦਾ ਤੁਲਸੀ, ਬਣ ਦਾ ਅਰਥ ਹੁੰਦਾ ਜੰਗਲ। ਇਹ ਸਾਰਾ ਤੁਲਸੀ ਦਾ ਜੰਗਲ ਹੈ। ਇਹ ਬਿੰਦਰਾ ਬਣ ਵੀ ਕ੍ਰਿਸ਼ਨ ਨਾਲ ਸੰਬੰਧਿਤ ਹੈ। ਮੈਂ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਕਿਉਂਕਿ ਮੇਰੀਆਂ ਧੀਆਂ ਬੱਚੀਆਂ ਬੈਠੀਆਂ ਨੇ, ਪਰ ਆਸਾ ਕੀ ਵਾਰ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਉਹ ਤੁਹਾਨੂੰ ਵਕਤ ਮਿਲਿਆ ਤਾਂ ਜ਼ਰੂਰ ਪੜ੍ਹਿਓ ਜੇ। ਉਹਨੂੰ ਪੜ੍ਹਦੇ ਤਾਂ ਤੁਸੀਂ ਰੋਜ਼ ਹੀ ਹੋਵੋਗੇ, ਪਰ ਉਹਦੇ ਅਰਥ ਦੇਖਿਓ ਕੀ ਹੈ। ਮੈਂ ਕਰ ਨਹੀਂ ਸਕਦਾ ਕਿਉਂਕਿ ਨਾ ਮੇਰੇ ਕੋਲ ਵਕਤ ਹੈ। ਜੁਜ ਮੈਂ ਜੋਰ ਛਲੀ ਚੰਦਰਾਵਲ। ਛਲੀ ਦਾ ਮਤਲਬ ਹੁੰਦਾ ਧੋਖਾ ਦੇਣਾ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਸਤਿਗੁਰੂ ਨੇ ਕੈਸੇ ਲੋਕ ਲਾਏ ਨੇ ਗੁਰਬਾਣੀ ਨੂੰ। ਜੇ ਯਾਦਵ ਨਾ ਲਿਖਦੇ ਤੇ ਇਹਨਾਂ ਨੇ ਕਹਾਣੀ ਕੋਈ ਨਾ ਕੋਈ ਘੜ ਲੈਣੀ ਸੀ। ਹੁਣ ਯਾਦਵਾਂ ਦੇ ਵਿੱਚੋਂ ਹੈ ਵੀ ਯਾਦਵਾਂ ਦੀ ਕੁੱਲ ਵਿੱਚੋਂ ਜਿਹੜਾ ਕ੍ਰਿਸ਼ਨ ਪੈਦਾ ਹੋਇਆ, ਉਹ ਵਾਲੀ ਦੀ ਗੱਲ ਕਰਦਾ ਮੈਂ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਕ ਕੀਆ। ਇਹਦੇ ਵਿੱਚੋਂ ਚੰਦਰਾਵਲ ਦੀ ਕਹਾਣੀ ਤੇ ਪਾਰਜਾਤ ਗੋਪੀ ਦੀ ਕਹਾਣੀ ਉਹ ਬਿੰਦਰਾ ਬਣਦੀ ਹੈ। ਰੋ ਵਿਚਾਰ ਕਦੇ ਫਿਰ ਸਹੀ। ਸਤਿਗੁਰੂ ਜੀ ਬਿੰਦਰਾ ਬਣ ਤੋਂ ਅੱਗੇ ਤੁਰ ਕੇ ਕਈ ਥਾਵਾਂ ਨੂੰ ਨਿਕਲ ਕੇ ਆਏ ਨੇ। ਜੂਨਾਗੜ੍ਹ ਨੇ, ਸੁਦਾਮਾਪੁਰੀ ਹੈ। ਇਹਦੇ ਦਰਮਿਆਨ ਇੱਕ ਹੋਰ ਸਥਾਨ ਬਹੁਤ ਜ਼ਿਆਦਾ ਜਿਹੜਾ ਸੋਮਨਾਥ ਮੰਦਰ ਹੈ। ਇਹ ਸਾਰੀਆਂ ਥਾਵਾਂ 'ਤੇ ਨੂੰ ਸਤਿਗੁਰੂ ਮੂਰਤੀ ਪੂਜਾ ਤੋਂ ਹਟਾਉਂਦਿਆਂ ਹੋਇਆਂ ਸੱਚ ਦਾ ਸਬਕ ਸਿਖਾਉਂਦਿਆਂ ਹੋਇਆਂ ਆ ਰਹੇ ਨੇ। ਇੱਕ ਗੱਲ ਮੈਨੂੰ ਹੋਰ ਚੇਤੇ ਆ ਗਈ, ਮੈਂ ਉਹ ਵੀ ਕਹਿ ਕੇ ਅੱਗੇ ਤੋਰਾਂਗਾ। ਬਹੁਤ ਧਿਆਨ ਨਾਲ ਸੁਣੋ ਇਸ ਗੱਲ ਨੂੰ, ਮੈਂ ਬੇਨਤੀ ਕਰਾਂ।
ਸਿੱਖਾਂ ਨੂੰ ਅੱਜ ਤੱਕ ਨਹੀਂ ਇਸ ਗੱਲ ਦਾ ਅਹਿਸਾਸ ਹੁੰਦਾ। ਮੈਂ ਹੈਰਾਨ ਹੁੰਦਾ ਕਈ ਵਾਰੀ, ਉਹ ਕਹੀ ਜਾਣਗੇ ਜੀ ਸੋਮਨਾਥ ਵਾਲੇ ਦਰਵਾਜ਼ੇ ਜਿਹੜੇ ਮੰਦਿਰ ਦੇ ਨੇ ਨਾ, ਉਹ ਦਰਬਾਰ ਸਾਹਿਬ ਲੱਗੇ ਹੋਏ ਨੇ। ਤੁਸੀਂ ਸੋਚੋ ਜਿਹੜਾ ਉਹ ਸੋਮਨਾਥ ਮੰਦਿਰ ਲੁੱਟਿਆ ਗਿਆ ਸੀ ਨਾ, ਮਹਿਮੂਦ ਗਜ਼ਨਵੀ ਲੁੱਟ ਕੇ ਲੈ ਗਿਆ ਸੀ। ਉਹ 1024 ਚ ਲੁੱਟ ਕੇ ਗਿਆ ਸੀ। ਮੈਨੂੰ ਆਸ ਹੈ ਵੀ 1024 ਤਾਂ ਸਾਰੇ ਸਮਝਦੇ ਹੋਣਗੇ ਨਾ, 1024 ਤਾਂ ਸਾਰਿਆਂ ਨੂੰ ਸਮਝ ਵਿੱਚ ਆਉਂਦਾ ਹੀ ਹੋਏਗਾ ਨਾ। 1024 ਵਿੱਚ ਮਹਿਮੂਦ ਗਜ਼ਨਵੀ ਉਹ ਸੋਮਨਾਥ ਮੰਦਿਰ ਲੁੱਟ ਕੇ ਲੈ ਕੇ ਗਿਆ, ਉਹ ਦਰਵਾਜ਼ੇ ਲੈ ਕੇ ਗਿਆ। ਹੁਣ ਸਿੱਖੀ ਦਾ ਜਨਮ ਹੀ 1469 ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। 1469 ਵਿੱਚ ਤਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ। 1577 ਵਿੱਚ ਅੰਮ੍ਰਿਤਸਰ ਦੀ ਨੀਂਹ ਰੱਖੀ ਹੋਈ ਹੈ। 1587 ਵਿੱਚ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੋਈ ਹੈ। 1601 ਵਿੱਚ ਦਰਬਾਰ ਸਾਹਿਬ ਤਿਆਰ ਹੁੰਦਾ ਹੈ। 1601 ਤੋਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਉਹ ਦਰਵਾਜ਼ੇ ਲਵਾਉਂਦਾ ਹੈ। ਉਹ ਸੋਮਨਾਥ ਮੰਦਿਰ ਦੇ ਦਰਵਾਜ਼ੇ ਕਿੱਥੇ ਆ ਗਏ? 1024 ਚ ਮਹਿਮੂਦ ਗਜ਼ਨਵੀ ਲੁੱਟ ਕੇ ਲੈ ਗਏ। 1024 ਤੇ 500 ਸਾਲ ਦਾ ਫਰਕ ਹੈ। ਰੋ ਵਿਚਾਰ ਕਿਧਰੇ ਆਪਾਂ ਦੂਜੇ ਪਾਸੇ ਚਲੇ ਗਏ, ਪਰ ਗੁਰੂ ਨਾਨਕ ਸਾਹਿਬ ਜੀ ਸੋਮਨਾਥ ਮੰਦਿਰ ਵਿੱਚੋਂ ਹੋ ਕੇ ਆਏ ਨੇ। ਸੋਮਨਾਥ ਮੰਦਿਰ ਵਿੱਚੋਂ ਆਏ ਨੇ, ਜੂਨਾਗੜ੍ਹ ਤੋਂ ਆਏ ਨੇ, ਸੁਦਾਮਾਪੁਰੀ ਤੋਂ ਆਏ ਨੇ। ਸੁਦਾਮਾਪੁਰੀ ਉਹ ਹੈ ਜਿੱਥੋਂ ਸੁਦਾਮਾ ਸੱਤੂ ਲੈ ਕੇ ਕ੍ਰਿਸ਼ਨ ਜੀ ਨੂੰ ਮਿਲਣ ਗਿਆ ਸੀ ਦਵਾਰਕਾ। ਰੋ ਵਿਚਾਰ। ਹੁਣ ਸਤਿਗੁਰੂ ਜੀ ਇੱਕ ਥਾਂ ਤੇ ਆਏ ਨੇ, ਉਹਦਾ ਨਾਂ ਹੈ ਪਾਲੀ ਟਾਣਾ। ਪਾਲੀ ਟਾਣਾ। ਇੱਥੇ ਇੱਕ ਜੈਨੀ ਸਾਧੂ ਮਿਲਿਆ, ਉਹਦਾ ਨਾਂ ਸੀ ਅਨਪੀ। ਉਹ ਸਾਧੂ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਨ ਲੱਗ ਗਿਆ। ਜੈਨੀ ਤੁਸੀਂ ਜਾਣਦੇ ਹੋਵੋਗੇ ਮਹਾਵੀਰ ਜੈਨ ਤੋਂ ਸ਼ੁਰੂ ਹੋਇਆ। ਇਹ ਬੁੱਧ ਧਰਮ ਤੋਂ ਪਹਿਲਾਂ ਹੈ। ਮਹਾਵੀਰ ਜੈਨ ਜਿਹੜਾ ਉਹ ਬੁੱਧ ਧਰਮ ਤੋਂ ਪਹਿਲਾਂ ਹੈ। ਇਹ BC ਹੈ, AC ਨਹੀਂ, BC ਹੈ। BC ਮਤਲਬ ਜਿਹੜੀ 2023 ਸਨ ਚੱਲਦਾ, ਇਸ ਤੋਂ ਪਿੱਛੇ ਨੂੰ ਚਲੇ ਜਾਈਏ, ਉਹ BC ਵਿੱਚ ਪੈਦਾ ਹੋਏ ਨੇ ਮਹਾਵੀਰ ਜੈਨ। ਹੁਣ ਜੈਨੀਆਂ 'ਚ ਕੀ ਹੈ? ਜੈਨੀ ਹੱਤਿਆ ਤੋਂ ਡਰਦੇ ਹੋਏ ਪੈਰਾਂ ਵਿੱਚ ਕੋਈ ਜੁੱਤੀ ਨਹੀਂ ਪਾਉਂਦੇ, ਤੇ ਮੂੰਹ 'ਤੇ ਵੀ ਪੱਟੀ ਬੰਨ੍ਹਦੇ ਨੇ, ਹੱਥ ਵਿੱਚ ਇੱਕ ਉਹ ਚੌਰ ਵਾਂਗੂ ਰੱਖਦੇ ਆ ਉਹ ਕਾਟਨ ਦਾ, ਵੀ ਉਹਦੇ ਨਾਲ ਰਾਹ ਸਾਫ਼ ਕਰਕੇ ਤੁਰਦੇ ਨੇ। ਕਈ ਕੁਛ ਐਸਾ ਕਰਦੇ ਨੇ ਉਹ। ਹੁਣ ਉਹ ਸਾਧੂ ਮਿਲਿਆ ਗੁਰੂ ਨਾਨਕ ਸਾਹਿਬ ਜੀ ਨੂੰ, ਉਹ ਕਹਿਣ ਲੱਗਿਆ ਵੀ ਅਸੀਂ ਤਾਂ ਕਿੱਡਾ ਧਰਮ ਕਮਾਉਂਦੇ ਹਾਂ, ਜਿਹੜਾ ਧਰਮ ਤੁਸੀਂ ਦੇ ਰਹੇ ਹੋ, ਤੁਸੀਂ ਮੈਨੂੰ ਸਮਝ ਨਹੀਂ ਲੱਗਦੀ ਵੀ ਕਿਹੋ ਜਿਹਾ ਤੁਹਾਡਾ ਉਪਦੇਸ਼ ਹੈ। ਹਿੰਦੂਆਂ ਨੂੰ ਵੀ ਦੇਈ ਜਾਂਦੇ ਹੋ, ਸਿੱਖਾਂ ਨੂੰ ਵੀ ਉਪਦੇਸ਼ ਦੇਈ ਜਾਂਦੇ ਹੋ, ਮੁਸਲਮਾਨਾਂ ਨੂੰ ਵੀ ਦੇਈ ਜਾਂਦੇ ਹੋ, ਇਹ ਕਿਹੋ ਜਿਹਾ ਉਪਦੇਸ਼ ਹੈ? ਅਸੀਂ ਦੇਖੋ ਜੈਨੀ ਹੈ ਤਾਂ ਪੱਕੇ ਜੈਨੀ ਹੈ, ਸਾਡਾ ਬਾਕੀ ਕਿਸੇ ਨਾਲ ਵਾਸਤਾ ਨਹੀਂ। ਸਤਿਗੁਰੂ ਨੇ ਬੜੀ ਗਜਬ ਦੀ ਗੱਲ ਕਹੀ, ਬਹੁਤ ਗਜਬ ਦੀ ਗੱਲ ਕਹੀ। ਹੁਣ ਉਹ ਜੈਨੀ ਸਾਧੂ ਅਨਪੀ ਸਾਹਮਣੇ ਬੈਠਾ ਹੈ। ਗੁਰੂ ਨਾਨਕ ਸਾਹਿਬ ਜੀ ਉਹਦੇ ਸਾਹਮਣੇ ਬੈਠ ਗਏ ਤੇ ਰਬਾਬ ਲੈ ਕੇ ਸ਼ਬਦ ਗਾਵੇ ਆ। ਗੁਰੂ ਗ੍ਰੰਥ ਸਾਹਿਬ 'ਚ ਲੱਭੇ ਜੀ ਜ਼ਰੂਰ, ਮੈਂ 2-3 ਪੰਕਤੀਆਂ ਬੋਲਣੀਆਂ ਨੇ, ਜ਼ਿਆਦਾ ਨਹੀਂ ਕਹਿ ਸਕਣਾ। ਸਾਹਿਬ ਕਹਿਣ ਲੱਗੇ ਸਿਰ ਖੁਆਏ, ਅੱਗੇ ਜਾ ਕੇ ਅਰਥ ਕਰਦਾ ਹੈ, ਸਿਰ ਖੁਆਏ ਪੀਵੇ ਮਲਬਾਣੀ। ਮਲਬਾਣੀ ਦਾ ਅਰਥ ਹੁੰਦਾ ਮੈਲਾ ਪਾਣੀ। ਉਹ ਆਮ ਪਾਣੀ ਨਹੀਂ ਵਰਤਦੇ, ਉਹ ਮੈਲਾ ਪਾਣੀ ਲੈ ਕੇ ਉਹਨੂੰ ਛਾਣ ਕੇ ਪੁਣ ਕੇ ਉਹ ਵਰਤਦੇ ਨੇ। ਸਿਰ ਖੁਆਏ ਪੀਵੇ ਮਲਬਾਣੀ, ਝੂਠਾ ਮੰਗ ਮੰਗ ਖਾਈ। ਅਗਲੀ ਪੰਕਤੀ ਦੇ ਅਰਥ ਕਰਨੇ ਔਖੇ ਨੇ ਥੋੜੇ ਜਿਹੇ। ਫੋਲ ਫਦੀਹਤ, ਮੂੰਹ ਲੈਣ ਪੜਾਸਾਂ, ਪਾਣੀ ਦੇਖ ਸੰਗਾਹੀ। ਉਹ ਕੀ ਕਰਦੇ ਨੇ? ਜਿਹੜੀਆਂ ਟੋਇਲਟ ਸੀਟਾਂ ਆਈਆਂ ਨੇ ਤਾਂ ਉਹ ਤਾਂ ਹੁਣ ਨਵੇਂ ਜ਼ਮਾਨੇ ਦੀਆਂ ਨੇ, ਪਹਿਲਾਂ ਨਹੀਂ ਸੀ ਹੁੰਦੀਆਂ। ਪਹਿਲਾਂ ਲੋਕ ਆਪਣੇ ਸਰੀਰਕ ਕਿਰਿਆ ਕਰਨ ਵਾਸਤੇ ਖੇਤਾਂ 'ਚ ਜਾਇਆ ਕਰਦੇ। ਸਾਡੇ ਬਜ਼ੁਰਗ ਵੀ ਜਾਂਦੇ ਰਹੇ, ਸਾਡੇ 'ਚੋਂ ਬਹੁਤਿਆਂ ਦਾ ਪਿੰਡਾਂ ਨਾਲ ਸੰਬੰਧ ਹੋਏਗਾ ਤੇ ਪਿੰਡਾਂ 'ਚ ਜਾਂਦੇ ਰਹੇ। ਹੁਣ ਉਹ ਕੀ ਕਰਦੇ ਸਨ? ਉਹ ਫਿਰ ਇਵੇਂ ਖੇਤ ਵਿੱਚ ਜੰਗਲ ਪਾਣੀ ਬੈਠਦੇ ਨੇ, ਖੇਤ ਵਿੱਚ ਜੰਗਲ ਪਾਣੀ ਬੈਠ ਕੇ ਉਹਨੂੰ ਡੱਕੇ ਨਾਲ ਫੋਲ ਦਿੰਦੇ ਨੇ ਵੀ ਇਹਦੇ 'ਚ ਜੀਵ ਨਾ ਪੈਦਾ ਹੋਣ। ਸਾਹਿਬ ਕਹਿਣ ਲੱਗੇ ਤੁਸੀਂ ਕਿੰਨਾ ਗੰਦਾ ਕੰਮ ਕਰਦੇ ਹੋ। ਫੋਲ ਫਦੀਹਤ, ਫਦੀਹਤ ਮਤਲਬ ਗੰਦਗੀ। ਫੋਲ ਫਦੀਹਤ, ਮੂੰਹ ਲੈਣ ਪੜਾਸਾਂ, ਮੂੰਹ ਨਾਲ ਗੰਦੀ ਸਮੈਲ ਲੈਂਦੇ ਹੋ।
ਤੇ ਫਿਰ ਅਗਲੀ ਗੱਲ, ਚਲੋ ਜੇ ਇਹ ਕੰਮ ਕਰਦੇ ਹੋ ਤੁਸੀਂ ਨਹਾ ਧੋ ਲਵੋ, ਚੰਗੇ ਸਾਫ ਸੁਥਰੇ ਹੋ ਜਾਓ। ਅਗਲਾ ਕੰਮ ਕੀ ਹੈ? ਪਾਣੀ ਦੇਖ ਸੰਗਾਹੀ। ਕਹਿੰਦੇ ਨਹਾਉਣਾ ਤਾਂ ਇੱਕ ਪਾਸੇ, ਤੁਸੀਂ ਤਾਂ ਪਾਣੀ ਨੂੰ ਦੇਖ ਕੇ ਸੰਗਦੇ ਹੋ। ਫੋਲ ਫਦੀਅਤ ਮੂੰਹ ਲੈਣ ਭੜਾਸਾਂ, ਪਾਣੀ ਦੇਖ ਸੰਗਾਹੀ। ਭੇਡਾਂ ਵਾਂਗੂ ਸਿਰ ਖੁਆਇਨ। ਜਦੋਂ ਜੈਨ ਧਰਮ ਧਾਰਨ ਕੀਤਾ ਜਾਂਦਾ ਨਾ, ਉਦੋਂ ਜਿਹੜਾ ਗੁਰੂ ਉਹਨਾਂ ਨੂੰ ਧਰਮ ਦੇ ਵਿੱਚ ਪ੍ਰਵੇਸ਼ ਕਰਵਾਉਂਦਾ ਹੈ, ਉਹ ਇੱਕ ਬਾਟਾ ਸਵਾਹ ਦਾ ਭਰ ਕੇ ਰੱਖਦਾ ਹੈ। ਸਵਾਹ ਮਤਲਬ ਜਿਹੜੀ ਘਰਾਂ 'ਚ ਵਰਤੀ ਜਾਂਦੀ ਸੀ ਗੋਹਿਆਂ ਦੀ, ਉਹ ਸਵਾਹ ਰੱਖ ਕੇ ਨਾ ਕੋਲ, ਤੇ ਉਹ ਸਵਾਹ ਨਾਲ ਆਪਣੀਆਂ ਉਂਗਲੀਆਂ ਲਪੇਟਦਾ। ਫਿਰ ਉਹਦੇ ਇੱਕ ਬਾਲ ਨੂੰ ਲੈ ਕੇ ਉਹਨੂੰ ਕਈ ਵਾਰੀ ਆਪਣੀ ਉਂਗਲ 'ਤੇ ਲਪੇਟਦਾ, ਫਿਰ ਉਹਨੂੰ ਖਿੱਚਦਾ ਝੂਟਾ ਮਾਰ ਕੇ। ਜਦੋਂ ਖਿੱਚਦਾ ਤੇ ਉਹਦੇ ਦੁੱਖ ਲੱਗਦਾ ਜਿਹਦਾ ਵਾਲ ਪੁੱਟਿਆ ਜਾਂਦਾ, ਤੇ ਫਿਰ ਉਹ ਮੂੰਹੋਂ ਕਹਿੰਦਾ ਵੀ ਅਬ ਦੁੱਖ। ਚੇਲਾ ਕਹਿੰਦਾ ਪਾਛੈ ਸੁੱਖ। ਉਹ ਕਹਿੰਦਾ ਅਬ ਦੁੱਖ, ਉਹ ਕਹਿੰਦਾ ਪਾਛੈ ਸੁੱਖ। ਇੱਕ ਇੱਕ ਵਾਲ ਉਹਦੇ ਸਰੀਰ ਦਾ ਪੁੱਟਿਆ ਜਾਂਦਾ ਹੈ, ਫਿਰ ਉਹ ਧਰਮ ਧਾਰਨ ਕਰਦਾ। ਸਾਹਿਬ ਕਹਿੰਦੇ ਵੀ ਭਲਿਆ ਮੈਂ ਤੈਨੂੰ ਪੁੱਛਣਾ ਚਾਹੁੰਦਾ, ਭੇਡਾਂ ਵਾਂਗੂ ਸਿਰ ਖੁਆਇਨ, ਭਰੀਆਂ ਹੱਥ ਸੁਆਹੀ। ਸੁਆਹ ਨਾਲ ਹੱਥ ਭਰੇ ਹੁੰਦੇ ਨੇ। ਪਿਓ ਮਾਉ ਪਿਓ ਕੀ ਕਿਰਤ ਗਵਾਇਨ, ਮਾਉ ਪਿਓ ਕਿਰਤ ਗਵਾਇਨ, ਟੱਬਨ ਰੋਬਨ ਤਾਹੀਂ। ਕਹਿੰਦੇ ਤੁਸੀਂ ਤਾਂ ਆਪਣੇ ਮਾਪਿਆਂ ਦੀ ਕਿਰਤ ਨੂੰ ਵੀ ਗਵਾ ਲਿਆ, ਜਿਵੇਂ ਉਹਨਾਂ ਤੁਹਾਨੂੰ ਪਾਲਿਆ ਸੀ ਤੁਸੀਂ ਭੁੱਲ ਹੀ ਗਏ ਉਹ ਗੱਲਾਂ। ਟੱਬਰ ਰੋਬਨ ਤਾਹੀਂ, ਸਾਰਾ ਟੱਬਰ ਤੁਹਾਡੀ ਜਾਨ ਨੂੰ ਰੋਂਦਾ, ਤੁਸੀਂ ਛੱਡ ਕੇ ਆ ਜਾਂਦੇ ਹੋ। ਜੈਨੀ ਨੇ ਜਦੇ ਮੱਥਾ ਟੇਕ ਦਿੱਤਾ, ਕਹਿਣ ਲੱਗਿਆ ਪਾਤਸ਼ਾਹ ਬਸ ਇੰਨਾ ਹੀ ਬਹੁਤ ਹੈ, ਇੱਕ ਸ਼ਬਦ ਹੀ ਬਹੁਤ ਹੈ। ਸਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਉਪਦੇਸ਼ ਕੀ ਹੈ, ਸਾਡਾ ਉਪਦੇਸ਼ ਕੀ ਹੈ। ਤੇ ਮੈਂ ਫਿਰ ਦੁਬਾਰੇ ਤੁਹਾਨੂੰ ਦੁਹਰਾਉਣਾ ਚਾਹੁੰਦਾ, ਵਾਰ-ਵਾਰ ਮਾਣ ਕਰਿਆ ਕਰੋ ਸਿੱਖੋ, ਸਾਨੂੰ ਗੁਰੂ ਨਾਨਕ ਦੀ ਗੋਦ ਵਿੱਚ ਧਰਮ ਬੈਠਣ ਦਾ ਮੌਕਾ ਮਿਲਿਆ। ਐਡਾ ਵਧੀਆ ਧਰਮ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਾਡੇ 'ਤੇ ਰਹਿਮਤਾਂ ਕਰਕੇ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਦਿੱਲੀ ਵਾਲੇ ਪਾਸੇ ਨੂੰ ਆ ਰਹੇ ਨੇ। ਯਾਦ ਰੱਖਿਓ ਜੇ, ਇੱਧਰਲੇ ਪਾਸੇ ਆਉਂਦੇ ਆ ਸਤਿਗੁਰੂ ਨੇ, ਜਿੱਥੇ ਅੱਜ ਗੁਰਦੁਆਰਾ ਮਜਨੂ ਟਿੱਲਾ ਹੈ, ਇੱਥੇ ਇੱਕ ਫਕੀਰ ਰਹਿੰਦਾ ਸੀ, ਬੜੀ ਰੱਬ ਦੀ ਮਸਤੀ ਵਿੱਚ ਜਿਉਣ ਵਾਲਾ। ਹਜ਼ੂਰ ਸੱਚੇ ਪਾਤਸ਼ਾਹ ਨੇ ਇੱਥੇ ਮਜਨੂ ਟਿੱਲੇ ਵਿੱਚ ਇੱਕ ਮੁਹਾਬਤ, ਉਹਦਾ ਹਾਥੀ ਮਰ ਗਿਆ ਸੀ, ਉਹ ਬੈਠਾ ਰੋ ਰਿਹਾ ਸੀ ਵੀ ਮੇਰੀ ਰੋਜੀ ਰੋਟੀ ਦਾ ਕੀ ਬਣੇਗਾ। ਗੁਰੂ ਨਾਨਕ ਸਾਹਿਬ ਨੇ ਬਚਨ ਆਖਿਆ ਸੀ, ਕਹਿਣ ਲੱਗੇ ਗੁਰਾ ਇੱਕ ਦੇਹ ਬੁਝਾਈ, ਸਭ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੇਰੇ 5 ਮਿੰਟ ਬਾਕੀ ਨੇ, ਮੈਂ ਉਹਨਾਂ 'ਚ ਗੱਲ ਸਮਾਪਤ ਕਰ ਲੈਣੀ, ਪਰ ਮੈਂ ਇੱਕ ਗੱਲ ਅੱਜ ਤੁਹਾਨੂੰ ਕਹਿਣ ਲੱਗਾ ਹੈ। ਪਹਿਲੀ ਗੱਲ ਤੇ ਗੁਰੂ ਕੇ ਸਿੱਖੋ, ਤੁਸੀਂ ਮੈਂ ਬਾਰ-ਬਾਰ ਦੁਹਰਾਉਂਦਾ ਆ ਰਿਹਾ, ਜਿੱਦਣ ਤੁਸੀਂ ਸਿੱਖੀ ਸਮਝ ਲਈ ਨਾ, ਦੇਖੋ ਤੁਸੀਂ ਕਿਸੇ ਵੀ ਬੱਚੇ ਨੂੰ $10 ਪਕੜਾ ਕੇ ਉਹਨੂੰ ਕਹੋ ਵੀ ਮੈਨੂੰ ਦੇ ਦੇ, ਉਹ ਨਹੀਂ ਦੇਗਾ, ਨਹੀਂ ਦੇਗਾ। ਪਰ ਜੇ ਤੁਸੀਂ ਉਹਨੂੰ $100 ਦੇ ਕੇ ਕਹੋਗੇ ਵੀ 10 ਮੈਨੂੰ ਦੇ ਦੇ, ਉਹਨੇ 1 ਸਕਿੰਟ ਲਾਉਣਾ, ਕਿਉਂਕਿ ਉਹਨੂੰ 100 ਦੀ ਵੈਲਿਊ ਦਾ ਪਤਾ ਹੈ। ਜਿਸ ਦਿਨ ਤੁਹਾਨੂੰ ਗੁਰੂ ਨਾਨਕ ਦੀ ਸਿੱਖੀ ਦਾ ਪਤਾ ਲੱਗ ਗਿਆ ਨਾ ਕੀ ਹੈ, ਤੁਹਾਨੂੰ ਕੋਈ ਡੇਰੇਦਾਰ, ਕੋਈ ਚਮਤਕਾਰ, ਕੋਈ ਕੁਛ ਵੀ ਕਵੇ, ਤੁਸੀਂ ਛੱਡ ਕੇ ਨਹੀਂ ਜਾਣਾ। ਕਿਉਂ ਨਹੀਂ ਛੱਡ ਕੇ ਜਾਣਾ? ਕਿਉਂਕਿ ਤੁਹਾਨੂੰ ਸਿੱਖੀ ਦੀ ਵੈਲਿਊ ਦਾ ਪਤਾ ਲੱਗ ਜਾਣਾ, ਅਹਿਸਾਸ ਹੋ ਜਾਣਾ। ਐਵੇਂ ਨਾ ਡੋਲਿਆ ਕਰੋ। ਨਿੱਕੀ ਜਿਹੀ ਗੱਲ ਤੋਂ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ, ਜਿਹੜੀ ਬੇਨਤੀ ਕਰਨ ਲੱਗਾ ਸਾਂ। ਇੱਕ ਬੱਚਾ ਪੜ੍ਹਨ ਚੱਲਿਆ ਕਿਸੇ ਹੋਸਟਲ ਵਿੱਚ। ਮੈਂ ਅਕਸਰ ਸੁਨੇਹਾ ਦਿੰਦਾ, ਕਿਉਂਕਿ ਸਭਨਾਂ ਦੇ ਜੀਵਨ ਵਿੱਚ ਉਤਰਾਅ ਚੜ੍ਹਾਅ ਆਉਂਦੇ ਨੇ। ਉਹਨਾਂ ਦਾ ਇੱਕੋ ਇੱਕ ਬੱਚਾ ਹੈ। ਮਾਂ ਤੇ ਬਾਪ ਦੋਵੇਂ ਕਹਿਣ ਲੱਗੇ, ਪੁੱਤ ਅਸੀਂ ਤੇਰੇ ਨਾਲ ਚੱਲਦੇ ਹਾਂ, ਜਿਹੜੇ ਸ਼ਹਿਰ ਤੂੰ ਪੜ੍ਹਨਾ ਅਸੀਂ ਉੱਥੇ ਕਿਰਾਏ 'ਤੇ ਮਕਾਨ ਲੈ ਲਾਂਗੇ, ਅਸੀਂ ਬਾਹਰ ਰਹਿ ਲਾਂਗੇ, ਤੂੰ ਹੋਸਟਲ ਵਿੱਚ ਰਹਿ ਲਈ। ਉਹ ਕਹਿੰਦਾ ਨਹੀਂ, ਮੈਂ ਤੁਹਾਨੂੰ ਲੈ ਕੇ ਨਹੀਂ ਜਾਣਾ। ਇੱਕ ਉਮਰ ਆਉਂਦੀ ਹੈ ਜਦੋਂ ਹਰੇਕ ਬੱਚੇ ਨੂੰ ਆਪਣੇ ਮਾਂ-ਬਾਪ ਨਲਾਇਕ ਹੀ ਲੱਗਦੇ ਨੇ। ਇੱਕ ਉਮਰ ਆਉਂਦੀ ਹੈ, ਸਭ ਨੂੰ ਲੱਗਦਾ। ਉਹ ਨਾਲ ਨਾ ਲੈ ਕੇ ਚੱਲਿਆ ਤੇ ਪਿਤਾ ਕਹਿਣ ਲੱਗਾ, ਪੁੱਤ ਫਿਰ ਇੱਕ ਕੰਮ ਕਰ, ਅਸੀਂ ਤੇਰੇ ਨਾਲ ਨਹੀਂ ਜਾ ਸਕਦੇ, ਤੂੰ ਸਮਾਨ ਧਿਆਨ ਨਾਲ ਪਾ ਲਈ, ਕੋਈ ਚੀਜ਼ ਭੁੱਲ ਨਾ ਜਾਵੇ। ਹੁਣ ਪੁੱਤ ਕਹਿਣ ਲੱਗਿਆ ਵੀ ਇਹ ਤੁਹਾਡੇ ਵਰਗਾ ਸਮਾਂ ਨਹੀਂ ਰਿਹਾ, ਸਾਡਾ ਸਮਾਂ ਹੁਣ ਪੜ੍ਹਿਆ ਲਿਖਿਆਂ ਦਾ।
ਮੈਂ ਅਸੀਂ ਤਾਂ ਪਹਿਲਾਂ ਲਿਸਟ ਬਣਾ ਲੈਂਦੇ ਆ, ਫਿਰ ਉਵੇਂ ਸਮਾਨ ਪੈਕ ਕਰ ਲੈਂਦੇ। ਮੈਂ ਤਾਂ ਲਿਸਟ ਬਣਾ ਕੇ ਸਮਾਨ ਪੈਕ ਕੀਤਾ ਹੈ। ਪਿਓ ਕਹਿਣ ਲੱਗਿਆ ਤਾਂ ਹੋਰ ਵੀ ਸੌਖਾ ਹੋ ਗਿਆ, ਮੈਨੂੰ ਤੂੰ ਦਿਖਾ ਸਕਦਾ ਲਿਸਟ ਵੀ ਕੀ ਹੈ, ਕੋਈ ਭੁੱਲ ਨਾ ਗਿਆ ਉਵੇਂ। ਉਹਨੇ ਲਿਸਟ ਦਿਖਾਈ, ਪਿਓ ਨੇ ਪੜ੍ਹੀ, ਕਹਿਣ ਲੱਗਿਆ ਪੁੱਤ ਉਹੀ ਗਲਤੀ ਕੀਤੀ ਨਾ, ਜ਼ਰੂਰੀ ਚੀਜ਼ ਤਾਂ ਭੁੱਲ ਹੀ ਚੱਲੇ ਆ। ਪੁੱਤ ਨੇ ਲਿਸਟ ਪੜ੍ਹੀ, ਹੈਰਾਨ ਹੋਇਆ, ਕਹਿੰਦਾ ਨਹੀਂ ਕੋਈ ਨਹੀਂ ਭੁੱਲਿਆ। ਕਹਿਣ ਲੱਗੇ ਪੁੱਤ ਭੁੱਲ ਚੱਲੇ ਆ। ਕਹਿੰਦੇ ਕੀ? ਕਹਿੰਦੇ ਜਪਜੀ ਸਾਹਿਬ ਦਾ ਗੁਟਕਾ ਤਾਂ ਪਾਇਆ ਹੀ ਨਹੀਂ, ਉਹ ਤਾਂ ਬਹੁਤ ਜ਼ਰੂਰੀ ਹੈ। ਹੁਣ ਪੁੱਤ ਕਹਿਣ ਲੱਗਾ ਵੀ ਪਿਤਾ ਜੀ ਮੈਂ ਡਾਕਟਰ ਬਣਨਾ, ਸਿਲੇਬਸ ਬੜਾ ਟਫ ਹੁੰਦਾ ਹੈ, ਉੱਥੇ ਬੜੀ ਔਖੀ ਪੜ੍ਹਾਈ ਹੈ, ਮੈਂ ਕੋਈ ਪਾਠੀ ਬਣਨਾ, ਮੈਂ ਜਪਜੀ ਸਾਹਿਬ ਦਾ ਗੁਟਕਾ ਕੀ ਕਰਨਾ ਉੱਥੇ ਜਾ ਕੇ, ਮੇਰੇ ਕੋਲ ਵਕਤ ਨਹੀਂ ਹੋਣਾ ਪੜ੍ਹਨ ਦਾ। ਉਹ ਕਹਿੰਦੇ ਪੁੱਤ ਪੜ੍ਹਨਾ ਨਹੀਂ ਹੈ, ਬਿਲਕੁਲ ਨਹੀਂ ਪੜ੍ਹਨਾ। ਤੇ ਹੈਰਾਨੀ ਦੀ ਗੱਲ ਹੈ, ਜੇ ਪੜ੍ਹਨਾ ਨਹੀਂ ਤੇ ਨਾਲ ਕਿਸ ਵਾਸਤੇ ਲੈ ਜਾਣਾ? ਉਹ ਕਹਿੰਦੇ ਨਾਲ ਤਾਂ ਲੈ ਕੇ ਜਾਣਾ ਹੈ ਜਦੋਂ ਤੈਨੂੰ ਲੱਗੇ, ਆਹ ਹੁਣ ਧਿਆਨ ਨਾਲ ਸੁਣਿਓ ਜੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਰਹੇ ਹੋ, ਕਹਿਣ ਲੱਗੇ ਜਦੋਂ ਤੈਨੂੰ ਲੱਗੇ ਵੀ ਦੁਨੀਆ ਦੇ ਸਭ ਦਰਵਾਜ਼ੇ ਮੇਰੇ ਲਈ ਬੰਦ ਹੋ ਗਏ, ਉਦੋਂ ਜਪਜੀ ਸਾਹਿਬ ਨੂੰ ਪੜ੍ਹੀ ਵੀ ਹੁਣ ਵੀ ਕੋਈ ਖੁੱਲ੍ਹਾ ਹੈ ਮੇਰੇ ਜੋਗਾ, ਉਦੋਂ ਤੈਨੂੰ ਗੁਰੂ ਨਾਨਕ ਦੱਸੇਗਾ ਪੁੱਤ ਮੈਂ ਜਪਜੀ ਸਾਹਿਬ ਤੇਰੇ ਨਾਲ ਤਾਂ ਭੇਜਣ ਲੱਗਾ, ਤੇਰੇ ਨਾਲ ਤੇਰੀ ਮਾਂ ਨਹੀਂ ਜਾ ਸਕਦੀ, ਤੇਰੇ ਨਾਲ ਤੇਰਾ ਬਾਪ ਨਹੀਂ ਜਾ ਸਕਦਾ, ਪਰ ਤੇਰੇ ਨਾਲ ਗੁਰੂ ਨਾਨਕ ਤਾਂ ਜਾ ਸਕਦਾ ਹੈ ਨਾ। ਮੈਂ ਗੁਰੂ ਨਾਨਕ ਨੂੰ ਭੇਜਣ ਲੱਗਾ ਜਪਜੀ ਸਾਹਿਬ ਦੇ ਰੂਪ ਵਿੱਚ, ਜਿੱਥੇ ਮੇਰਾ ਬੱਚਾ ਡਾਮਾਡੋਲ ਹੋਵੇ ਗੁਰੂ ਨਾਨਕੇ ਦੀ ਬਾਂਹ ਫੜ ਲਈ ਹੋਏ। ਗੁਟਕਾ ਲੈ ਕੇ ਚਲਾ ਗਿਆ, ਪਿਓ ਨਾਲ ਆਰਗੂ ਕਰਨਾ ਚੰਗਾ ਨਾ ਸਮਝਿਆ। ਜਿਹੜਾ ਜਾ ਕੇ ਕਮਰਾ ਮਿਲਿਆ, ਪਹਿਲਾਂ ਤਾਂ ਅਲਮਾਰੀ ਉੱਤੇ ਜਾ ਕੇ ਗੁਟਕਾ ਰੱਖ ਦਿੱਤਾ ਵੀ ਹੁਣ ਇਹਦੀ ਤਾਂ ਕੋਈ ਲੋੜ ਨਹੀਂ ਨਾ, ਜਾਂਦਿਆਂ ਹੋਏ ਚੁੱਕ ਲੈ ਚੱਲਾਂਗੇ। ਗੁਟਕਾ ਉੱਤੇ ਪਿਆ, ਹੋਸਟਲ ਵਿੱਚ ਰਹਿੰਦਾ ਰਿਹਾ। ਹੌਲੀ ਹੌਲੀ ਮਾਪਿਆਂ ਦਾ ਅਸਰ ਘਟਦਾ, ਸੰਗਤ ਦਾ ਅਸਰ ਵੱਧਦਾ, ਇਹੋ ਜਿਹਾ ਵੱਧ ਗਿਆ, ਵਿਕਾਰਾਂ 'ਚ ਪੈ ਗਿਆ, ਬੁਰੇ ਕੰਮਾਂ 'ਚ ਪੈ ਗਿਆ, ਨਸ਼ਿਆਂ 'ਚ ਪੈ ਗਿਆ। ਉਹਨਾਂ ਨੇ ਕਾਲਜ ਵਿੱਚੋਂ ਕੱਢ ਦਿੱਤਾ। ਤੇਰੇ ਕੋਲ ਅੱਜ ਦਾ ਦਿਨ ਹੈ, ਆਪਣਾ ਸਮਾਨ ਚੁੱਕ ਕੇ ਚਲਾ ਜਾ। ਉਹ ਹੁਣ ਜਿਹੜੇ ਵੀ ਸੱਜਣ ਮਿੱਤਰ ਨੂੰ ਕਹਿੰਦਾ ਕੋਈ ਸਾਥੀ ਨਹੀਂ ਬਣਦਾ, ਕੋਈ ਨਾ ਬਣਿਆ। ਰਾਤ ਨੂੰ ਹੁਣ ਸੋਚਦਾ ਵੀ ਕੀ ਕਰਾਂ, ਕਿੱਥੇ ਜਾਵਾਂ। ਜੇ ਇਸ ਹਾਲਾਤ ਵਿੱਚ ਮਾਪਿਆਂ ਕੋਲ ਗਿਆ, ਮਰ ਜਾਣਗੇ ਜਿਉਂਦਿਆਂ। ਜੇ ਮੈਂ ਮਰ ਗਿਆ 4 ਦਿਨ ਰੋਕ ਕੇ ਸਬਰ ਕਰ ਲੈਣਗੇ, ਜ਼ਿੰਦਗੀ ਤਾਂ ਜਿਉ ਲੈਣਗੇ ਨਾ। ਸੋਚਿਆ ਮੈਂ ਮਰ ਜਾਵਾਂ। ਹੁਣ ਜਿਹੜੀ ਪੱਗ ਬੰਨ੍ਹ ਕੇ ਆਇਆ ਸੀ, ਉਹ ਕਦੋਂ ਦੀ ਲਾ ਕੇ ਰੱਖੀ ਹੋਈ ਸੀ ਨਾ, ਉਹ ਪੱਗ ਚੁੱਕੀ, ਉਹਦਾ ਇੱਕ ਲੜ ਇਵੇਂ ਦਾ ਤਿਆਰ ਕੀਤਾ ਵੀ ਗਲ 'ਚ ਪਾਉਣਾ ਹੈ, ਦੂਜਾ ਲੜ ਤਿਆਰ ਕੀਤਾ ਵੀ ਉੱਤੇ ਪੱਖੇ ਦੇ ਬੰਨ੍ਹਣਾ ਹੈ। ਟੇਬਲ ਰੱਖ ਕੇ ਜਦੋਂ ਉੱਤੇ ਪੱਖੇ ਦੇ ਬੰਨ੍ਹਣ ਲੱਗਿਆ ਨਾ, ਸਾਹਮਣੇ ਪਿਆ ਉਹਨੂੰ ਗੁਟਕਾ ਯਾਦ ਆ ਗਿਆ। ਸਾਹਮਣੇ ਪਿਆ ਗੁਟਕਾ ਨਜ਼ਰ ਪੈ ਗਿਆ। ਗੱਲ ਯਾਦ ਆ ਗਈ ਬਾਪੂ ਦੀ ਵੀ, ਜਦੋਂ ਉਹਨੇ ਕਿਹਾ ਸੀ ਸਭ ਦਰਵਾਜ਼ੇ ਬੰਦ ਹੋ ਜਾਣ ਤੇ ਇੱਕ ਵਾਰੀ ਦੇਖ ਲਈ। ਉਹਨੇ ਉਸ ਵੇਲੇ ਗੁਟਕਾ ਹੱਥ ਧੋਤੇ, ਗੁਟਕਾ ਚੁੱਕਿਆ, ਗੁਟਕਾ ਚੁੱਕ ਕੇ ਪਾਠ ਕੀਤਾ। ਜਿੱਥੋਂ ਪ੍ਰਕਾਸ਼ ਕੀਤਾ ਉੱਥੇ ਸ਼ਬਦ ਸਾਹਮਣੇ ਆ ਗਏ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਕਈ ਵਾਰੀ ਅਰਥ ਟੀਕਾਕਾਰ ਕਰਦੇ ਨੇ, ਗਿਆਨੀ ਕਰਦੇ ਨੇ, ਕਈ ਵਾਰੀ ਜ਼ਿੰਦਗੀ ਆਪਣੇ ਅਰਥ ਆਪੇ ਕਰ ਲੈਂਦੀ ਹੈ। ਮਨ ਵਿੱਚ ਵਿਚਾਰ ਬਣੀ, ਉਹ ਹੁਕਮ ਰਜ਼ਾਈ ਤੁਰ ਪਏ, ਸਾਰੇ ਬੰਧਨ ਟੁੱਟ ਜਾਣੇ। ਰੱਜ ਕੇ ਸੌਂ ਗਿਆ, ਅੱਜ ਵਰਗੀ ਨੀਂਦ ਨਹੀਂ ਕਦੇ ਆਈ। ਸਵੇਰੇ ਉੱਠਿਆ, ਇਸ਼ਨਾਨ ਪਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਕੱਪੜੇ 'ਚ ਲਪੇਟਿਆ, ਮੁਖੀਏ ਕੋਲ ਚਲਾ ਗਿਆ, ਕਾਲਜ ਦੇ ਪ੍ਰਿੰਸੀਪਲ ਕੋਲ ਚਲਾ ਗਿਆ। ਉਹ ਦੇਖਦਿਆਂ ਸਾਰ ਕਲਪ ਗਿਆ, ਕਹਿਣ ਲੱਗਿਆ ਤੂੰ ਹਾਲੇ ਤੱਕ ਇੱਥੇ, ਮੈਂ ਪੁਲਿਸ ਨੂੰ ਕਾਲ ਕਰਦਾ। ਉਹ ਕਹਿੰਦੀ ਪੁਲਿਸ ਨੂੰ ਕਾਲ ਕਰਨ ਦੀ ਲੋੜ ਨਹੀਂ, ਮੈਂ ਚਲੇ ਜਾਣਾ, ਪਰ ਜਾਣ ਤੋਂ ਪਹਿਲਾਂ ਮੈਂ ਗੱਲ ਦੱਸਣੀ ਚਾਹੁੰਦਾ ਸੀ। ਮੈਂ ਇੱਕ ਸਿਫਾਰਿਸ਼ ਲੈ ਕੇ ਆਇਆ, ਜੇ ਤੁਸੀਂ ਮੰਨ ਲਓ। ਉਹ ਕਹਿੰਦੇ ਕਿਸੇ ਦੀ ਨਹੀਂ ਮੰਨਣੀ, ਤੂੰ ਕਿੰਨੀਆਂ ਸਿਫਾਰਿਸ਼ਾਂ ਲਵਾ ਰਹੀਆਂ। ਉਹ ਕਹਿੰਦੇ ਤੁਹਾਨੂੰ ਵੀ ਪਛਤਾਵਾ ਰਹਿ ਜਾਏਗਾ, ਮੈਨੂੰ ਵੀ ਰਹਿ ਜਾਏਗਾ, ਇੱਕ ਵਾਰੀ ਸੁਣ ਤੇ ਲਓ। ਕਹਿੰਦੇ ਚੰਗਾ ਦੱਸ। ਉਹਨੇ ਗੁਟਕਾ ਕੱਢਿਆ, ਕਹਿਣ ਲੱਗੇ ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਰ ਰਾਖੀ ਮੇਰੀ, ਮੇਰੀ ਕੋਈ ਬਾਂਹ ਨਹੀਂ ਫੜਦਾ, ਗੁਰੂ ਨਾਨਕ ਹੀ ਮੇਰੇ ਨਾਲ ਆਇਆ, ਇਹਦੀ ਸਿਫਾਰਿਸ਼ ਲੈ ਕੇ ਆਇਆ, ਤੁਸੀਂ ਇੱਕ ਮੌਕਾ ਮੈਨੂੰ ਦੇ ਦਿਓ।
ਪ੍ਰਿੰਸੀਪਲ ਖੜੇ ਹੋ ਗਏ, ਕਹਿੰਦੇ ਤੂੰ ਕਮਲਿਆ ਪਤਾ ਹੈ ਤੂੰ ਜਿਹੜੀ ਗੱਲ ਕਹਿ ਰਿਹਾ ਤੂੰ ਇਹਨੂੰ ਸੰਭਾਲ ਲਏਂਗਾ? ਕਹਿਣ ਲੱਗਿਆ ਇਹੋ ਤਾਂ ਭੁੱਲ ਹੋ ਗਈ, ਇਹੋ ਤਾਂ ਭੁੱਲ ਹੋ ਗਈ, ਮੈਂ ਨਹੀਂ ਸੰਭਾਲਣਾ, ਹੁਣ ਗੁਰੂ ਨਾਨਕ ਨੇ ਮੈਨੂੰ ਸੰਭਾਲਣਾ, ਤੁਸੀਂ ਇੱਕ ਮੌਕਾ ਦੇ ਦਿਓ। ਮੌਕਾ ਦੇ ਦਿੱਤਾ, ਪੜ੍ਹਦਾ ਰਿਹਾ, ਚੰਗੇ ਨੰਬਰ ਲੈ ਕੇ ਟੌਪਰ ਬਣਿਆ। ਅੱਜ ਉਹਦਾ ਨਾਂ ਅਨਾਉਂਸ ਹੋ ਰਿਹਾ ਵੀ ਉਹਨੂੰ 골ਡ ਮੈਡਲ ਮਿਲਣਾ ਹੈ, ਤੇ ਪਿੱਛੇ ਬੈਠਾ ਰੋਈ ਜਾਂਦਾ ਹੈ, ਅੱਗੇ ਨਹੀਂ ਆਉਂਦਾ। ਸਾਥੀ ਵਾਰ-ਵਾਰ ਕਹਿੰਦੇ ਨੇ ਅੱਗੇ ਆ, ਉੱਠ ਤੇਰਾ ਨਾਂ ਅਨਾਉਂਸ ਹੋ ਰਿਹਾ, ਉੱਥੇ ਬੈਠਾ ਰੋਂਦਾ, ਮੈਂ ਇਹਦਾ 골ਡ ਮੈਡਲ ਦਾ ਹੱਕਦਾਰ ਨਹੀਂ ਹੈ, ਇਹਦਾ ਹੱਕਦਾਰ ਤਾਂ ਮੇਰਾ ਬਾਪ ਹੈ ਜਿਹਨੇ ਜਪਜੀ ਸਾਹਿਬ ਨੂੰ ਨਾਲ ਭੇਜਿਆ, ਇਹਦਾ ਹੱਕਦਾਰ ਤੇ ਗੁਰੂ ਨਾਨਕ ਹੈ ਜਿਹਨੇ ਮੈਨੂੰ ਪੱਤਤ ਪੁਣੇ ਦੇ ਖੂਹ ਵਿੱਚੋਂ ਕੱਢ ਕੇ ਅੱਜ ਇੱਥੇ ਤੱਕ ਪਹੁੰਚਾ ਦਿੱਤਾ। ਮੈਨੂੰ ਨਹੀਂ ਮੈਡਲ ਚਾਹੀਦਾ, ਮੈਡਲ ਮੇਰੇ ਗੁਰੂ ਨਾਨਕ ਨੂੰ ਦੇ ਦਿਓ। ਮੈਂ ਬੇਨਤੀ ਕਰਨੀ ਚਾਹੁੰਦਾ, ਆਓ ਸਾਰੇ ਜਪਜੀ ਸਾਹਿਬ ਦਾ ਸਹਾਰਾ ਤੱਕੀਏ। ਜਦੋਂ ਕਦੇ ਡੋਲ ਜਾਵਾਂਗੇ ਨਾ, ਦੁੱਖ ਸੁੱਖ ਤਾਂ ਆਉਂਦੇ ਹੀ ਨੇ, ਜਦੋਂ ਡੋਲ ਜਾਵਾਂਗੇ ਜਪਜੀ ਸਾਹਿਬ ਸਾਨੂੰ ਸੰਭਾਲ ਲਏਗੀ। ਇੰਨੀਆਂ ਹੀ ਬੇਨਤੀਆਂ ਕਬੂਲ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ। ਅਗਲੀ ਲੜੀ ਜਿਵੇਂ ਜਿਵੇਂ ਵਕਤ ਹੋਏਗਾ ਕੱਲ੍ਹ ਤੁਹਾਡੇ ਨਾਲ ਸਾਂਝੀ ਕਰਾਂਗਾ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਫਤਿਹ ਪਾਉਣ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਆਨੰਦ ਆ ਰਿਹਾ ਸੀ। ਭਾਈ ਸਾਹਿਬ ਜੀ ਆਪ ਜੀ ਨੂੰ ਵਿਸਥਾਰਪੂਰਵਕ ਦੱਸ ਰਹੇ ਸਨ। ਇੱਕ ਹਫ਼ਤੇ ਤੋਂ ਲਗਾਤਾਰ ਕੀਰਤਨ, ਕਥਾ, ਢਾਡੀ ਵਾਰਾਂ ਠੀਕ ਹੈ, ਠੀਕ ਹੈ, ਸਰਦਾਰ ਐਡਮਿਰਲ ਗੁਰਨੀਤ ਸਿੰਘ ਓਕੇ ਓਕੇ। ਇੱਕ ਹਫ਼ਤੇ ਤੋਂ ਆਪ ਜੀ ਕੀਰਤਨ, ਕਥਾ, ਢਾਡੀ ਵਾਰਾਂ ਪ੍ਰਸੰਗ ਸਰਵਣ ਕਰ ਰਹੇ ਹੋ। ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਬਚਨ ਹੈ ਕਿ ਜੋਏ ਕੂਪ ਸੰਚਨ ਕੋ ਬਸਦਾ, ਉੱਠ ਬੈਲ ਗਏ ਚਰ ਬੇਲ। ਕਿ ਇੱਕ ਕਿਸਾਨ ਬੈਲ ਨੂੰ ਖੂਹ ਦੇ ਨਾਲ ਜੋੜਦਾ ਹੈ ਤੇ ਉਸ ਵਿੱਚੋਂ ਪਾਣੀ ਕੱਢਦਾ ਹੈ, ਪਰ ਸ਼ਾਮ ਦੇ ਵਕਤ ਜਦੋਂ ਬੈਲ ਥੱਕ ਜਾਂਦਾ ਹੈ, ਕਿਸਾਨ ਉਸ ਬੈਲ ਨੂੰ ਖੁੱਲ੍ਹਾ ਛੱਡ ਦਿੰਦਾ ਹੈ। ਜਿਸ ਬੈਲ ਨੇ ਸਾਰਾ ਦਿਨ ਸਖਤ ਮਿਹਨਤ ਕਰਕੇ ਉਸ ਫਸਲ ਨੂੰ ਹਰਾ ਭਰਾ ਕੀਤਾ, ਉਹੀ ਬੈਲ ਉਹ ਫਸਲ ਨੂੰ ਖਾ ਗਿਆ। ਸੋ ਸਾਧ ਸੰਗਤ ਜੀ, ਜਿਹੜੀਆਂ ਵਿਚਾਰਾਂ ਤੁਸੀਂ ਸੁਣੀਆਂ ਹਨ ਨਾ, ਕੋਈ ਨਾ ਕੋਈ ਨਾਲ ਲੈ ਕੇ ਜਾਣੀ ਹੈ। ਕੁਝ ਕਹਿਣ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ, ਵਿਲਸਨ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਅੱਗੇ ਬੇਨਤੀ ਹੈ ਕੋਈ ਇੱਕ ਸ਼ਬਦ ਦੀ ਹਾਰਜੀ ਭਰਨਗੇ। ਉਸ ਤੋਂ ਬਾਅਦ ਇੰਦਰਜੀਤ ਸਿੰਘ ਸ਼ੇਰਗਿੱਲ ਤੇ ਸਕੇ ਭਰਾਵਾਂ ਦਾ ਜੱਥਾ ਆਪ ਜੀ ਨੂੰ ਢਾਡੀ ਪ੍ਰਸੰਗ ਵਾਰਾਂ ਦੁਆਰਾ ਨਿਹਾਲ ਕਰੇਗਾ। ਕੱਲ੍ਹ ਦਾ ਜੋ ਪ੍ਰੋਗਰਾਮ ਹੈ ਉਹ 8:30 ਵਜੇ ਭੋਗ ਪਵੇਗਾ ਤੇ ਉਸ ਤੋਂ ਬਾਅਦ ਆਸਾ ਜੀ ਦੀ ਵਾਰ, ਕੀਰਤਨ, ਕਥਾ, ਢਾਡੀ ਵਾਰਾਂ ਪ੍ਰਸੰਗ ਤੇ ਡਿਗਨਟਰੀਜ਼ ਵੀ ਆ ਰਹੇ ਹਨ। ਉਹ ਜੋ ਵੀ ਵਿਸਥਾਰਪੂਰਵਕ ਆਪ ਨੂੰ ਦੱਸ ਦਿੱਤਾ ਜਾਵੇਗਾ। ਹੁਣੇ ਭਾਈ ਸਾਹਿਬ ਉਹਨਾਂ ਦੱਸਿਆ ਕਰਦਾਰ ਏ ਸਰਦਾਰ ਦਸਤਾਰ ਅਕੈਡਮੀ, ਬਹੁਤ ਸੋਹਣਾ ਨਾਂ ਜੀ। ਫਰੀ ਦਸਤਾਰ ਸੇਵਾ
ਉਹਨਾਂ ਵੱਲੋਂ ਬੇਨਤੀ ਹੈ ਕਿ ਉਹ ਪੱਗਾਂ ਵੀ ਆਪ ਲੈ ਕੇ ਆਉਣਗੇ। ਜਿਨ੍ਹਾਂ ਨੇ ਪੱਗ ਸਜਾਉਣੀ ਹੋਵੇ, ਪੱਗ ਬੰਨ੍ਹਣੀ ਹੋਵੇ, ਤੇ ਉਹ ਆਪ ਜੀ ਦੀ ਸੇਵਾ ਕਰਨਗੇ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਦ ਇਨਸਾਨ ਪੱਗ ਬੰਨ੍ਹਦਾ ਹੈ ਨਾ, ਉਹਦੀ ਪਰਸਨੈਲਿਟੀ ਹੀ ਚੇਂਜ ਹੋ ਜਾਂਦੀ ਹੈ। ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਕਿ ਇਹ ਭਾਈ ਗੁਰਨੀਤ ਸਿੰਘ ਜੀ ਜਿਨ੍ਹਾਂ ਨੇ ਕੱਲ੍ਹ ਨੂੰ ਇਹ ਸੇਵਾ ਕਰਨੀ ਹੈ। ਅਸੀਂ ਫਿਰ ਵੀ ਅਨਾਉਂਸਮੈਂਟ ਲਗਾਤਾਰ ਕਰਦੇ ਰਵਾਂਗੇ। ਜਿਨ੍ਹਾਂ ਨੇ ਪੱਗ ਬੰਨ੍ਹਣੀ ਹੋਵੇ ਜਾਂ ਪੱਗ ਬੰਨ੍ਹਣੀ ਜਾ ਸਿੱਖਣੀ ਹੋਵੇ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਨ। ਜਿਹੜਾ ਇਹਨਾਂ ਦਾ ਨੰਬਰ ਹੈ ਇੱਥੇ ਲਿਖਿਆ ਹੋਇਆ ਹੈ, ਅਤੇ ਇੱਥੇ ਆ ਕੇ ਤੁਸੀਂ ਇਹਨਾਂ ਕੋਲ ਨੰਬਰ ਲੈ ਸਕਦੇ ਹੋ। ਭਾਈ ਸਾਹਿਬ ਜੀ ਇੱਕ ਵਾਰੀ ਖੜੇ ਹੋ ਜਾਓਗੇ ਮਾੜਾ ਜਿਹਾ। ਭਾਈ ਗੁਰਨੀਤ ਸਿੰਘ ਜੀ, ਭਾਈ ਗੁਰਨੀਤ ਸਿੰਘ ਜੀ, ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਦੱਸਿਆ ਕਿ ਅਸੀਂ ਸਾਰਿਆਂ ਨੂੰ ਪੱਗ ਬਣਾਵਾਂਗੇ ਤੇ ਜਾ ਸਿਖਾਵਾਂਗੇ। ਸੋ ਸੰਗਤਾਂ ਚਰਨਾਂ 'ਚ ਬੇਨਤੀ ਹੈ ਕਿ ਇਹ ਬਹੁਤ ਹੀ ਜ਼ਰੂਰੀ ਹੈ ਇਹਨੀਆਂ ਵਿਚਾਰਾਂ ਪਾਲਣ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं मूर्ख की केतक बात है, कोट परादी तरिया रे, गुरु नानक जिन सुनिया पिखिया, से फिर गरबासना परिया रे। कोई बोले राम राम, कोई खुदा, कोई बोले राम राम, कोई खुदा, कोई सेवे गोसैया, कोई सेवे गोसैया, कोई अलाय, कोई बोले राम राम, कोई खुदा, कोई बोले राम राम, कोई खुदा। कारण करण करीम, कृपा धार रहीम, कारण करण करीम, कृपा तार रहीम, कृपा तार रहीम, कृपा तार रहीम। कोई बोले राम राम, कोई खुदा, कोई बोले राम राम, कोई खुदा, कोई सेवे
गोसैया, कोई सेवे गोसैया, कोई अलाए, कोई बोले राम राम, कोई खुदाए, कोई बोले राम राम, कोई खुदाए। कोई नावे तीरथ, कोई हद जाए, कोई नावे तीरथ, कोई हद जाए, कोई करे पूजा, कोई सिर निवाए, कोई करे पूजा, कोई सिर निवाए, कोई करे पूजा, कोई करे पूजा, कोई सिर निवाए, कोई बोले राम राम, कोई खुदा, कोई बोले राम राम, कोई खुदाए। कोई पढ़े वेद, कोई कतेब, कोई पढ़े वेद, कोई कतेब, कोई ओढ़े नील, कोई सफेद, कोई ओढ़े नील, कोई सफेद, कोई ओढ़े नील, कोई ओढ़े नील, कोई सफेद, कोई बोले राम राम, कोई खुदा, कोई बोले राम राम, कोई खुदा। कोई कहे तुर्क, कोई कहे हिंदू, कोई कहे तुर्क, कोई कहे हिंदू, कोई बाछे पिसत, कोई सुर्गिंदू, कोई बाछे पिसत, कोई सुर्गिंदू, कोई बाछे पिसत, कोई बाछे पिसत, कोई सुर्गिंदू, कोई बोले राम राम, कोई खुदा, कोई बोले राम राम, कोई खुदा।
अलाए। कोई बोले राम राम, कोई खुदाए। कोई बोले राम राम, कोई खुदाए। कहो नानक जिन हुक्म पचाता। कहो नानक जिन हुक्म पचाता। प्रभु साहिब का तिन भेद जाता। प्रभु साहिब का तिन भेद जाता। प्रभु साहिब का, प्रभु साहिब का तिन भेद जाता। कोई बोले राम राम, कोई खुदा। कोई बोले राम राम, कोई खुदाए। कोई सेवे गोसैया, कोई सेवे गोसैया, कोई अलाए। कोई बोले राम राम, कोई खुदा। कोई खुदा, कोई बोले राम राम, कोई खुदाए। कोई बोले राम राम, कोई खुदाए। कोई बोले राम राम, कोई खुदाए। कोई खुदाए। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬਾਹਰ ਸੰਗਤਾਂ ਨੇ ਲੰਗਰ ਛਕ ਲਿਆ ਹੈ, ਉਹਨਾਂ ਅੱਗੇ ਬੇਨਤੀ ਹੈ ਕਿ ਉਹ ਦਰਬਾਰ ਸਾਹਿਬ ਦੇ ਅੰਦਰ ਆਉਣ ਦੀ ਕਿਰਪਾਲਤਾ ਕਰਨ। ਹੁਣ ਸਿੱਖ ਕੌਮ ਦਾ ਮਹਾਨ ਢਾਡੀ ਜਥਾ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਸ਼ੇਰਗਿੱਲ ਤੇ ਸਕੇ ਭਰਾਵਾਂ ਦਾ ਜਥਾ ਆਪ ਜੀ ਨੂੰ ਢਾਡੀ ਕੀਰਤਨ ਵਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦ ਕਰ ਦਿਆ ਕਰੋ ਕੁਛ। ਵਾਹਿਗੁਰੂ ਵਾਹਿਗੁਰੂ
ਜਿਨ੍ਹਾਂ ਢਾਡੀਆਂ ਨੂੰ ਦਿੱਤਾ ਸਨਮਾਨ। ਸੋਹਣੇ ਮੀਰ ਪੀਰੀ ਵਾਲੇ ਛੇਵੇਂ ਪਾਤਸ਼ਾਹ ਜਿਨ੍ਹਾਂ ਢਾਡੀਆਂ ਨੂੰ ਦਿੱਤਾ ਸਨਮਾਨ। ਫੌਜੀ ਦੇ ਗਲ ਵਿੱਚ ਸੋਹਣੀ ਸੋਹਣੀ ਰੇਸ਼ਮੀ ਪੋਸ਼ਾਕ, ਮੱਥੇ ਉੱਤੇ ਲਾਵਾਂ ਉਹਦੇ ਚਰਨਾਂ ਦੀ ਖਾਕ। ਫੌਜੀ ਦੇ ਗਲ ਵਿੱਚ ਸੋਹਣੀ ਸੋਹਣੀ ਰੇਸ਼ਮੀ ਪੋਸ਼ਾਕ, ਮੱਥੇ ਉੱਤੇ ਲਾਵਾਂ ਉਹਦੇ ਚਰਨਾਂ ਦੀ ਖਾਕ। ਜਿਹਦੇ ਪੱਥੇ ਤੋਂ ਸੁਨਹਿਰੀ ਤੀਰ ਝਾਕਦੇ, ਜਿਹਦੇ ਪੱਥੇ ਤੋਂ ਸੁਨਹਿਰੀ ਤੀਰ ਝਾਕਦੇ, ਸੱਜੀ ਖੱਬੀ ਡਾਕ ਸੋਹੇ ਕਿਰਪਾਨ। ਸੋਹਣੇ ਮੀਰੀ ਪੀਰੀ ਵਾਲੇ, ਸੋਹਣੇ ਮੀਰੀ ਪੀਰੀ ਵਾਲੇ ਛੇਵੇਂ ਪਾਤਸ਼ਾਹ ਜਿਨ੍ਹਾਂ ਢਾਡੀਆਂ ਨੂੰ ਦਿੱਤਾ ਸਨਮਾਨ। ਸੋਹਣੇ ਮੀਰੀ ਪੀਰੀ ਵਾਲੇ ਛੇਵੇਂ ਪਾਤਸ਼ਾਹ ਜਿਨ੍ਹਾਂ ਢਾਡੀਆਂ ਨੂੰ ਦਿੱਤਾ ਸਨਮਾਨ। ਪਰਮ ਸਨਮਾਨਯੋਗ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਮਨੋਬਿਰਤੀਆਂ ਇਕਾਗਰ ਕਰੋ। ਮੈਂ ਗੁਰੂ ਕੀ ਸਨਮਾਨਿਆਵਰ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਇਕਾਗਰਤਾ ਬਖਸ਼ਿਸ਼ ਕਰੋ, ਕਿਉਂਕਿ ਹੋ ਸਕਦਾ ਕੋਈ ਜਾਂ ਤਾਂ ਸਾਡੇ ਨਿਤਨੇਮ ਦੇ ਵਿੱਚ ਕੋਈ ਕਮੀ ਹੋਵੇਗੀ ਤੇ ਜਾਂ ਫਿਰ ਆ ਜਿਹੜਾ ਸਾਊਂਡ ਦਾ ਸਿਸਟਮ ਹੈ ਇਹਦਾ ਕੋਈ ਸਾਡੇ ਨਾਲ ਹੀ ਵੈਰ ਹੋਵੇਗਾ। ਆਓ ਪਹਿਲਾਂ ਫਤਿਹ ਦੀ ਸਾਂਝ ਪਾਓ, ਮਹਾਰਾਜ ਨੂੰ ਝੁਕਾਓ ਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਬਿਰਤੀ ਹੈ ਨਾ ਉਹ ਕਾਂ ਬਿਰਤੀ ਤੋਂ ਹੀ ਨਿਰਮਲ ਬਿਰਤੀ ਬਣਦੀ ਹੈ। ਜਿਹੜਾ ਬੰਦਾ ਲੱਗਾ ਰਵੇ ਨਾ ਉਹ ਫਿਰ ਦ੍ਰਿੜ ਇਰਾਦੇ ਨਾਲ ਲੱਗਾ ਰਵੇ। ਇੱਕ ਵਿਦਵਾਨ ਕਹਿੰਦਾ ਵੀ ਜੇ ਧੁੰਦ ਹੋਵੇ ਨਾ ਤੇ ਤੁਸੀਂ ਧੁੰਦ ਦੇ ਵਿੱਚ ਵੀ ਤੁਰੇ ਜਾਓ ਤੇ ਰਾਹ ਸਾਫ਼ ਹੋ ਜਾਂਦਾ ਹੈ। ਤੇ ਆ ਪਿਆਰੇ ਬੱਚੇ ਬੈਠੇ ਨੇ, ਇਹ ਸਾਡੇ ਵਿਹੜਿਆਂ ਦੀ ਘਰਾਂ ਦੀ ਰੌਣਕ ਹੈ। ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਆਪਾਂ ਅਰਦਾਸਾਂ ਬੇਨਤੀਆਂ ਜੋੜੜੀਆਂ ਕਰਦੇ ਆਂ ਵੀ ਹੇ ਵਾਹਿਗੁਰੂ ਸਾਡੇ ਘਰ ਦੇ ਵਿੱਚ ਇੱਕ ਲਾਲ ਦੇਈ। ਕਹਿੰਦੇ ਜਿਸ ਘਰ ਦੀਵਾ ਨਾ ਬਲੇ ਨਾ ਘਰ ਖੇਡੇ ਬਾਲ, ਭਾਵੇਂ ਹੋਵੇ ਛਤਰਪਤੀ ਉਸ ਤੋਂ ਭਲਾ ਚੰਡਾਲ। ਇਹ ਬੱਚਿਆਂ ਦੀਆਂ ਦਾਤਾਂ ਲੈਣ ਲਈ ਅਸੀਂ ਅਰਦਾਸਾਂ ਬੇਨਤੀਆਂ ਕਰਦੇ ਆਂ। ਇਹ ਬੜੇ ਪਿਆਰੇ ਨੇ, ਗੁਰੂ ਪਾਤਸ਼ਾਹ ਕਿਰਪਾ ਕਰਨ। ਮੈਂ ਸਤਿਕਾਰਯੋਗ ਮਾਤਾਵਾਂ ਭੈਣਾਂ ਦੇ ਚਰਨਾਂ 'ਚ ਸਨਿਮਰ ਬੇਨਤੀ ਕਰਾਂਗਾ ਵੀ ਪਿਆਰ ਜੇ ਨਾਲ ਇਹਨਾਂ ਨੂੰ ਚੁੱਪ ਕਰਾ ਲਓ। ਅੱਧਾ ਕੁ ਘੰਟਾ ਜਿੰਨਾ ਕੁ ਸਮਾਂ ਹੋਇਆ। ਇੱਕ ਅਸੀਂ ਦੁਆਬੇ ਨੂੰ ਬਿਲੋਂਗ ਕਰਦੇ ਹਾਂ, ਆਪਾਂ ਬਹੁਤੇ ਮਾਲਵਾ ਦੁਆਬਾ ਮਾਝੇ ਤੋਂ ਪੰਜਾਬ ਤੋਂ ਆਏ ਹੋਏ ਲੋਕ ਆ, ਉੱਤਰ ਨਾਰਥ ਇੰਡੀਆ ਤੋਂ। ਤੇ ਸਾਡੇ ਇੱਕ ਨਿਆਣੇ ਖੇਡਦੇ ਹੁੰਦੇ ਸੀ ਬੰਟੇ, ਤੇ ਉਹਨਾਂ ਨੇ ਕਹਿਣਾ ਮਿੱਦੀ ਦੁੱਗੀ ਢਿੱਡ ਵਜਾਉਣ ਤੇ ਫਾਡੀਆਂ ਨੂੰ ਗੱਫੇ ਆਉਣ। ਤੇ ਸਾਡੇ ਫਾਡੀਆਂ ਦੀ ਸਾਊਂਡ ਹੀ ਨਹੀਂ ਸੈੱਟ ਆਉਂਦੀ। ਗੁਰੂ ਪਾਤਸ਼ਾਹ ਕਿਰਪਾ ਕਰੇ। 6ਵਾਂ ਦਿਨ ਹੈ, ਕ੍ਰਿਕਟ ਦੀ ਭਾਸ਼ਾ 'ਚ ਕਹਿੰਦੇ ਸੈਕਿੰਡ ਲਾਸਟ, ਤੇ ਉੱਦਾਂ 6 ਬਾਲਾਂ ਹੁੰਦੀਆਂ 'ਚ 5ਵੀਂ ਬਾਲ ਸੈਕਿੰਡ ਲਾਸਟ ਹੁੰਦੀ ਹੈ। ਤੇ ਹਫ਼ਤੇ ਵਿੱਚ 6ਵਾਂ ਦਿਨ ਸੈਕਿੰਡ ਲਾਸਟ ਹੁੰਦਾ ਹੈ, ਤੇ ਸਾਡਾ 6ਵਾਂ ਦਿਨ ਸੈਕਿੰਡ ਲਾਸਟ ਹੈ। ਕੱਲ ਨੂੰ ਨਗਰ ਕੀਰਤਨ ਵਿੱਚ ਹਾਜ਼ਰੀ ਭਰਨੀ ਹੈ। ਆਓ ਇਹ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ। ਜਿਨਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ, ਜਿਨਕਾ ਦਿਨ ਮਨਾਤੇ ਹੋ ਉਨਕਾ ਅਰਸ਼ਦਾਤ ਵੀ ਸਮਝੋ। ਆਓ ਇੱਕ ਵਾਰ ਕਰੋ ਕਿਰਪਾ, ਆਪਾਂ ਸਾਰੇ ਰਲ ਮਿਲ ਕੇ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੀ ਬੇਨਤੀ ਹੈ ਜੇ ਕਿਸੇ ਦਾ ਸਤਨਾਮ ਵਾਹਿਗੁਰੂ ਕਹਿਣ ਨਾਲ ਨੁਕਸਾਨ ਹੋ ਗਿਆ ਨਾ, ਆਈ ਐਮ ਰਿਸਪੌਂਸਿਬਲ ਫॉर दैट, ਮੈਂ ਉਹਦੇ ਲਈ ਜ਼ਿੰਮੇਵਾਰ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ ਇਹਦੇ ਵਿੱਚ ਬੜੀ ਤਕੜੀ ਪਾਵਰ ਹੈ। ਫਰਮਾਨ ਦਸਮੇਸ਼ ਜੀ ਦਾ ਵਿਸ਼ਨੂੰ ਪਦ ਪੁਨਿਆਕੀ ਕਨਿਸ਼ਟ ਖੰਭਾ ਜਤ ਕਲਪ ਕਲਪ ਪਰਤ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਪਿਓ ਸਹੀ, ਸਾ ਮੰਤਰ ਪ੍ਰਭ ਖਾਲਸ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਆਓ ਸਨਾਤਨੀ ਮਤ ਮੁਤਾਬਕ ਦੀਪਾਵਲੀ ਦੀਵਾਲੀ ਦੀ ਰਾਤ ਦੀਵੇ ਬਾਲੀਨ ਸ੍ਰੀ ਰਾਮਚੰਦਰ ਜੀ ਔਰ ਉਹਨਾਂ ਦੇ ਨਾਲ ਇਹ ਰਿਲੇਟਡ ਦਿਹਾੜਾ ਸਨਾਤਨੀ ਮਤ ਮੁਤਾਬਕ ਮਨਾਇਆ ਜਾਂਦਾ ਹੈ। ਸਿੱਖ ਇਤਿਹਾਸ ਮੁਤਾਬਕ ਗੁਰੂ 6ਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਜ਼ਿਲ੍ਹੇ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਉਹਨਾਂ ਨੇ ਰਿਹਾ ਕਰਵਾਇਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਦਿਹਾੜਾ ਮਨਾਇਆ ਜਾ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੀ ਜੇਲ੍ਹ ਦੇ ਵਿੱਚੋਂ ਕੈਦੀ ਰਿਹਾ ਕਰਾਏ। ਇਹ ਬੰਦੀ ਛੁਡਵਾਉਣ ਦੀ ਰਵਾਇਤ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਸ਼ੁਰੂ ਹੋ ਗਈ। ਮਹਾਰਾਜ ਜੀ ਨੇ ਬਹੁਤੇ ਕੈਦੀਆਂ ਨੂੰ ਜਿਹੜੇ ਗੁਲਾਮੀ ਦੀ ਜ਼ਿੰਦਗੀ ਕੱਟ ਰਹੇ ਨੇ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਦਿੱਤੀ। ਗੁਰੂ 6ਵੇਂ ਪਾਤਸ਼ਾਹ ਨੇ ਔਰ 52 ਰਾਜਿਆਂ ਨੂੰ ਰਿਹਾ ਕਰਵਾਇਆ। ਔਰ ਫਿਰ ਉਸ ਤੋਂ ਉਪਰੰਤ ਭਾਈ ਮਨੀ ਸਿੰਘ ਜੀ ਜਿਹਨਾਂ ਦਾ ਬੰਦ ਕੱਟਿਆ ਗਿਆ, ਉਹਨਾਂ ਦਾ ਵੀ ਦੀਵਾਲੀ ਦੇ ਇਤਿਹਾਸ ਦੇ ਨਾਲ ਬੜਾ ਸਿੱਖ ਇਤਿਹਾਸ ਵਿੱਚ ਬੜਾ ਗਹਿਰਾ ਸੰਬੰਧ ਹੈ। ਸੋ ਗੁਰੂ 6ਵੇਂ ਪਾਤਸ਼ਾਹ 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਜੁਗ ਜੁਗ ਸਤਿਗੁਰ
ਧਰੇ ਅਵਤਾਰੀ। ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਸਵਾਏਮਾਨ ਹੋਏ ਤੇ ਪੰਜਾਬੀ ਦਾ ਵਿਦਵਾਨ ਸ਼ਾਇਰ ਕਹਿੰਦਾ ਕਿ ਨਾਲ ਨਾਲ ਗੁਰਬਾਣੀ ਦੇ ਸਤਿਗੁਰਾਂ ਨੇ ਗੱਲਾਂ ਤੋਰੀਆਂ ਤੀਰਾਂ ਤਲਵਾਰਾਂ ਦੀਆਂ, ਉਹ ਧੁੰਮਾਂ ਖੈਬਰੋਂ ਪਾਰ ਤੱਕ ਜਾ ਪੁੱਜੀਆਂ, ਬਿਧੀ ਚੰਦ ਦੇ ਘੋੜ ਸਵਾਰਾਂ ਦੀਆਂ ਮਣ ਕੇ ਮਾਲਾ ਦੇ ਗੋਲੀ ਦਾ ਰੂਪ ਬਣ ਗਏ। ਉਹ ਧੌਣਾ ਫੁੱਲਾਂ ਨੇ ਤੋੜੀਆਂ ਖਾਰਾਂ ਦੀਆਂ, ਉਹ ਚੜਤਲ ਵੇਖ ਕੇ ਸਿੱਖਾਂ ਦੇ ਚਿਹਰਿਆਂ ਵੀ ਰਾਵੀ ਵਿੱਚ ਦੁਗਿਆਨੀਆਂ ਆ ਗਈਆਂ। ਭਾਰਤ ਵਰਸ਼ ਦੇ ਬੁੱਢੇ ਸਮਾਜ ਤੇ ਮੁੜ ਕੇ ਫੇਰ ਜਵਾਨੀਆਂ ਆ ਗਈਆਂ। ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 4 ਯੁੱਧ ਕੀਤੇ, 4 ਧਰਮ ਯੁੱਧ ਲੜੇ, ਔਰ ਮਹਾਰਾਜ ਸਾਹਿਬ ਜੰਗ ਮਹਿਰਾਜ, ਜੰਗ ਕਰਤਾਰਪੁਰ ਦੀ, ਜੰਗ ਸੰਗਰਾਣਾ ਸਾਹਿਬ, ਜੰਗ ਸ਼੍ਰੀ ਹਰਗੋਬਿੰਦਪੁਰਾ, 4 ਜੰਗ ਮਹਾਰਾਜ ਨੇ ਲੜੇ। ਔਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਜੰਗ ਹਰਗੋਬਿੰਦਪੁਰਾ ਜਿੱਤਿਆ, ਇੱਥੇ ਮਹਾਰਾਜ ਉਪਰੰਤ ਮਹਾਰਾਜ ਪਾਤਸ਼ਾਹ ਨੇ ਨਗਰ ਤਿਆਰ ਕਰਨਾ ਸ਼ੁਰੂ ਕੀਤਾ ਤੇ ਇੱਕ ਚੰਦੂ ਦਾ ਰਿਸ਼ਤੇਦਾਰ ਆਇਆ ਔਰ ਇਹ ਅਣਖ ਭਗਵਾਨ ਦਾ ਘੇਰੜ, ਇਹ ਲੱਗਾ ਵੱਡੇ ਗੁਰੂ ਸਾਹਿਬਾਨਾਂ ਦੀ ਸ਼ਾਨ ਦੇ ਖਿਲਾਫ ਅਬਾ ਤਬਾ ਬੋਲਣ। ਮਹਾਰਾਜ ਕਹਿੰਦੇ ਜਾ ਤੁਰਿਆ ਜਾ, ਆਪਣਾ ਕੰਮ ਕਰ, ਤੂੰ ਹੋਵੇਗਾ ਆਪਣੇ ਆਪ ਨੂੰ ਕੁਝ ਆਸੇ-ਪਾਸੇ ਸਮਝਦਾ। ਦੂਜੇ ਦਿਨ ਇਹ ਆਪਣੇ ਨਾਲ ਧਾੜਵੀ ਬਦਮਾਸ਼ ਲੈ ਆਇਆ, ਗੁੰਡੇ ਲੈ ਆਇਆ, ਔਰ ਜਦੋਂ ਵੱਡੇ ਗੁਰੂ ਸਾਹਿਬਾਨਾਂ ਦੀ ਸ਼ਾਨ ਦੇ ਖਿਲਾਫ ਇਹਨੇ ਆਪਣੇ ਮੂੰਹ ਚੋਂ ਬੱਕ ਕੀਤੀ ਤੇ ਬਾਬਾ ਬਿਧੀ ਚੰਦ ਨੇ ਮੋਹਰੇ ਜਾ ਕੇ ਇਹਦੇ ਇੱਕ ਮਾਰੀ ਘੁਮਾ ਕੇ ਉਹ ਕਿੱਡੀ ਦੂਰ ਡਿੱਗਾ ਜਾ ਕੇ, ਔਰ ਜਦੋਂ ਦੇਖਿਆ ਤੇ ਇਹ ਹਿੱਲਿਆ ਹੀ ਨਹੀਂ, ਬੋਲਿਆ ਹੀ ਨਹੀਂ। ਮਹਾਰਾਜ ਕਹਿੰਦੇ ਦੇਖੋ, ਜਦੋਂ ਉਹਨੂੰ ਦੇਖਿਆ ਤੇ ਮਹਾਰਾਜ ਕੂੰਦਾ ਹੀ ਨਹੀਂ। ਅਸੀਂ ਕਹਿੰਦੇ ਦੁਆਬੇ ਵਾਲੇ ਕਹਿੰਦੇ ਬੋਲਦਾ ਨਹੀਂ, ਤੇ ਮਾਝੇ ਵਾਲੇ ਵੀਰ ਕਹਿੰਦੇ ਕੂੰਦਾ ਨਹੀਂ, ਬੋਲਦਾ ਨਹੀਂ। ਮਹਾਰਾਜ ਕੂੰਦਾ ਨਹੀਂ, ਮਹਾਰਾਜ ਤੇ ਚਾਲਾ ਹੀ ਮਾਰ ਗਿਆ। ਸੱਚੇ ਪਾਤਸ਼ਾਹ ਕਹਿੰਦੇ ਹੌਲੀ ਮਾਰਨੀ ਸੀ, ਹੁਣ ਐਡੇ ਜ਼ਬਾਨ ਦੀ ਹੌਲੀ ਮਾਰੀ ਵੀ ਉਹ ਤਕੜੀ ਹੁੰਦੀ ਹੈ। ਕਹਿੰਦੇ ਮਹਾਰਾਜ ਤੇ ਚਾਲਾ ਮਾਰ ਗਿਆ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਸੱਟੋ ਦਰਿਆ ਬਿਆਸਾ 4 ਦਿਨ ਮੱਛੀਆਂ ਮੌਜ ਕਰਨਗੀਆਂ। ਇਹਨੂੰ ਸੱਟਿਆ ਘੁਮਾ ਕੇ ਦਰਿਆ ਬਿਆਸਾ ਦੇ ਵਿੱਚ, ਦਰਿਆ ਬਿਆਸਾ ਦੇ ਕਿਨਾਰੇ ਸ੍ਰੀ ਹਰਗੋਬਿੰਦਪੁਰਾ, ਜਿੱਥੋਂ ਦਾ ਇਹ ਪ੍ਰਸੰਗ ਮੈਂ ਤੁਹਾਡੇ ਚਰਨਾਂ 'ਚ ਕਹਿਣ ਜਾ ਰਿਹਾ। ਇੱਥੇ ਨਿੱਤਾ ਪ੍ਰਤੀ ਸਤਸੰਗ ਹੁੰਦਾ ਹੈ, ਔਰ ਮਹਾਰਾਜ ਜੀ ਨੇ ਇੱਕ ਦਿਨ ਸਜੇ ਹੋਏ ਦੀਵਾਨ ਵਿੱਚ ਦੁਨੀਆ ਭਰ ਦੀਆਂ ਬਰਕਤਾਂ ਗੁਰੂ 6ਵੇਂ ਪਾਤਸ਼ਾਹ ਦੇ ਮੁਬਾਰਕ ਚਰਨ ਪਰਸ ਰਹੀਆਂ ਨੇ। ਜਿਵੇਂ ਹੁਣ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋ ਰਹੇ ਆ, ਉਸ ਵੇਲੇ ਸੱਚੇ ਪਾਤਸ਼ਾਹ ਨੂੰ ਸਾਰੇ ਨਤਮਸਤਕ ਹੋ ਰਹੇ ਨੇ। ਇੱਕਦਮ ਸਜੇ ਹੋਏ ਦੀਵਾਨ ਦੇ ਵਿੱਚ ਗੁਰੂ 6ਵੇਂ ਪਾਤਸ਼ਾਹ ਆਪਣੇ ਸਜੇ ਹੋਏ ਸਾਹਮਣੇ ਸਨਮੁਖ ਸਿੱਖਾਂ ਨੂੰ ਵੇਖ ਕੇ ਕਹਿਣ ਲੱਗੇ, ਸਿੱਖੋ ਕੋਈ ਇਹੋ ਜਿਹਾ ਗੁਰਸਿੱਖ ਹੈਗਾ ਜਿਹੜਾ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾ ਸਕਦਾ ਹੋਵੇ? ਤੇ ਸੱਚੇ ਪਾਤਸ਼ਾਹ ਨੇ ਜਦੋਂ ਇਹ ਬਚਨ ਆਖੇ ਆਪਣੇ ਪਵਿੱਤਰ ਮੁਖਾਰਬੰਦ ਵਿੱਚੋਂ, ਤੇ ਇੱਕ ਸਿੱਖ ਹਾਫਜ਼ਾਬਾਦ ਦਾ ਰਹਿਣ ਵਾਲਾ, ਕਰੋ ਦਰਸ਼ਨ ਕੌਣ ਹੈ? ਇਹਦਾ ਨਾਮ ਹੈ ਭਾਈ ਗੋਪਾਲਾ ਜੀ, ਗੋਪਾਲ ਦਾਸ, ਹਾਫਜ਼ਾਬਾਦ ਦੇ ਰਹਿਣ ਵਾਲਾ, ਗੁਜਰਾਤ ਦਾ ਰਹਿਣ ਵਾਲਾ। ਜੋੜੇ ਹੱਥ ਪਾਇਆ, ਗਲ 'ਚ ਪੱਲਾ, ਆਖਿਆ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਮਹਾਰਾਜ, ਮੈਂ ਬਹੁਤਾ ਕੁਝ ਤਾਂ ਨਹੀਂ ਜਾਣਦਾ, ਮੇਰੀ ਕੰਡ ਦੇ ਉੱਪਰ ਥਾਪੀ ਦਿਓ ਪਾਤਸ਼ਾਹ, ਮੈਨੂੰ ਅਸੀਸ ਦਿਓ, ਮੈਂ ਆਪ ਜੀ ਦੀ ਖੁਸ਼ੀ ਲੈਣ ਦਾ ਯਤਨ ਕਰ ਸਕਦਾ ਹਾਂ। ਸਤਿਕਾਰਯੋਗ ਵੀਰ ਜੀ ਰਾਜਕਿਰਨ ਸਿੰਘ ਜੀ, ਪੰਜਾਬੀ ਰੇਡੀਓ USA ਵਾਲੇ, ਹੋਰ ਮੀਡੀਆ ਵਾਲੇ, ਪਿਆਰ ਵਾਲੇ ਸੱਜਣ, ਔਰ ਢਾਡੀ ਕਲਾ ਦੀ ਜਗਤ ਵਿੱਚੋਂ ਸਾਡਾ ਛੋਟਾ ਵੀਰ ਗੁਰਿੰਦਰ ਸਿੰਘ ਸੰਧੂ ਔਰ ਇੰਦਰਜੀਤ ਸਿੰਘ ਜੀ ਮਾਨ, ਜੋ ਢਾਡੀਆਂ ਰਾਗੀਆਂ ਦੇ ਪਰਿਵਾਰ ਦੇ ਵਿੱਚੋਂ ਸਵਰਗਵਾਸੀ ਨਰਿੰਜਨ ਸਿੰਘ ਜੀ ਦਾ ਪਰਿਵਾਰ, ਔਰ ਮਾਨ ਪਰਿਵਾਰ, ਹੋਰ ਬਹੁਤ ਸਾਰੀਆਂ ਪਿਆਰ ਵਾਲੀਆਂ ਰੂਹਾਂ। ਆਹ ਤੱਕੋ ਮਹਾਰਾਜ ਕਹਿੰਦੇ ਇਹੋ ਜਿਹਾ ਕੋਈ ਸਿੱਖ ਹੈਗਾ? ਤੇ ਭਾਈ ਗੋਪਾਲਾ ਜੀ ਕਹਿਣ ਲੱਗੇ, ਮਹਾਰਾਜ ਮੇਰੀ ਕੰਡ ਦੇ ਉੱਪਰ ਅਸੀਸ ਦਿਓ, ਮਹਾਰਾਜ ਕਿਰਪਾ ਕਰਕੇ ਥਾਪੜਾ ਦਿਓ, ਮੈਂ ਕੋਸ਼ਿਸ਼ ਕਰ ਸਕਦਾ। ਤੇ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਨੇ ਤਿਆਰੀ ਕਰਵਾਈ ਹੈ, ਕਿਉਂਕਿ ਬੜਾ ਸੰਖੇਪ ਜਿਹਾ ਸਮਾਂ ਹੈ। ਸੰਖੇਪ ਸਮੇਂ ਦੇ ਵਿੱਚ ਮੈਂ 2 ਕਵਿਤਾਵਾਂ ਹੀ ਕਹਿਣੀਆਂ ਨੇ। ਢਾਡੀ ਕਲਾ ਦੀ ਬੰਨਗੀ, ਇੱਕ ਸਾਕਾ ਕਈ ਤਰ੍ਹਾਂ ਨਾਲ ਗਾਇਆ ਜਾਂਦਾ, ਸਾਕਾ ਰੇੜ ਦਾ, ਸਾਕਾ ਚੜ੍ਹਾਈ ਦਾ, ਸਾਕਾ ਤਲੰਗ ਦਾ, ਔਰ ਸਾਕਾ ਪਹਾੜੀ, ਸਾਕਾ ਜੋੜੇ ਦਾ। ਢਾਡੀ ਕਲਾ ਦੀਆਂ ਬੰਨਗੀਆਂ ਵੱਖਰੇ ਵੱਖਰੇ ਸੰਦਰਭ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਨਾਲ ਗਾਇਨ ਕੀਤੀਆਂ ਜਾਂਦੀਆਂ ਨੇ, ਆਪੋ ਆਪਣੀ ਜਿਹੜੀ ਸ਼ੈਲੀ ਹੁੰਦੀ ਹੈ ਪੇਸ਼ਕਾਰੀ ਦੀ। ਸੋ ਸਤਿਗੁਰੂ ਜੀ ਕਿਰਪਾ ਕਰਨ, 2 ਬੰਨਗੀਆਂ ਕਹਿ ਕੇ ਮੈਂ ਆਪ ਜੀ ਦੇ ਕੋਲੋਂ ਖਿਮਾ ਦਾ ਜਾਚਕ ਹੋ ਜਾਣਾ। ਸਤਿਗੁਰੂ ਮਹਾਰਾਜ ਜੀ ਨੇ ਤਿਆਰੀ ਕਰਵਾਈ ਹੈ, ਔਰ ਇਤਿਹਾਸਕਾਰ ਵਿਦਵਾਨ ਜਨ ਇਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੇ ਅਦਬ ਨੂੰ ਮੁੱਖ ਰੱਖਦਿਆਂ ਹੋਇਆਂ, ਜਿਨ ਭੈ ਅਦਬ ਨਾ ਬਾਨੀ ਧਾਰਾ, ਜਾਨੋ ਸੋ ਸਿੱਖ ਨਾਹੇ ਹਮਾਰਾ। ਜਿਹੜਾ ਗੁਰੂ ਦੀ ਗੁਰਬਾਣੀ ਦਾ ਅਦਬ ਨਹੀਂ ਕਰ ਸਕਦਾ, ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਤੇ ਸੰਗਤ ਜੀ, ਸਤਿਗੁਰੂ ਜੀ ਨੇ ਗੁਰਬਾਣੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਕਹਿੰਦੇ ਨੇ ਕਿ ਆਪਣੇ ਆਸਣ ਤੋਂ ਗੁਰੂ ਸਾਹਿਬ ਦੀ ਗੁਰਬਾਣੀ ਦਾ 1.5 ਗਿੱਠ ਆਸਣ ਜਿਹੜਾ ਹੈ ਉਹ ਭਾਈ ਗੋਪਾਲੇ ਦੇ ਬਹਿਣ ਵਾਸਤੇ ਵਿਸ਼ੇਸ਼ ਤੌਰ ਤੇ ਤਿਆਰ ਕਰਵਾਇਆ, ਉੱਚਾ ਰਖਵਾਇਆ। ਹੁਣ ਭਾਈ ਗੋਪਾਲਾ ਜੀ ਪਾਠ ਕਰਨ ਲੱਗ ਪਏ ਨੇ। ਆ ਤੱਕੋ ਜਰਾ, ਪਾਠ ਕਰਦਿਆਂ ਸੰਗਤ ਜੀ ਇਨਾਮ 2 ਤਰ੍ਹਾਂ ਦਾ ਹੁੰਦਾ। ਇੱਕ ਪ੍ਰਤੱਖ ਸਾਹਮਣੇ ਹੁੰਦਾ,
ਕੋਈ ਟੂਰਨਾਮੈਂਟ ਹੋਵੇ, ਕੋਈ ਖੇਡ ਕਮੇਟੀ ਦਾ ਐਲਾਨਿਆ ਹੋਇਆ ਨਾਮ ਹੋਵੇ 11,000 20,000 21,000, ਤੇ ਇੱਕ ਹੁੰਦਾ ਸਰਪ੍ਰਾਈਜ਼, ਬਈ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਨੂੰ ਕੀ ਮਿਲ ਜਾਣਾ। ਔਰ ਕਈ ਵਾਰ ਲਾਲਚ ਵਿੱਚ ਮਾਂ-ਬਾਪ ਕਹਿੰਦੇ ਬੇਟਾ ਆਹ ਕੰਮ ਕਰਦੇ ਤੈਨੂੰ ਆਹ ਚੀਜ਼ ਮਿਲ ਜਾਵੇਗੀ, ਤੈਨੂੰ ਆਹ ਇਨਾਮ ਮਿਲੇਗਾ। ਕਈ ਵਾਰ ਸਰਪ੍ਰਾਈਜ਼ ਮਿਲਦਾ ਹੈ, ਹੈਰਾਨ ਕਰ ਦੇਣ ਵਾਲਾ ਇਨਾਮ ਮਿਲਦਾ ਹੈ। ਹੁਣ ਭਾਈ ਗੋਪਾਲਾ ਤੇ ਕਈ ਵਾਰ ਮਨ ਵਿੱਚ ਲਾਲਚ ਆ ਜਾਂਦਾ ਹੈ ਬਈ ਮੈਂ ਆਹ ਕੰਮ ਕਰਾਂਗਾ ਤੇ ਫਲਾਨਾ ਬੰਦਾ ਭੈਣ ਭਰਾ ਮੇਰੇ ਤੋਂ ਖੁਸ਼ ਹੋ ਕੇ ਉਹ ਕਹੇਗਾ ਮੰਗ ਕੀ ਮੰਗਦਾ ਹੈ, ਤੇ ਉਹਦੇ ਮਨ ਵਿੱਚ ਡਿਮਾਂਡ ਆ ਜਾਂਦੀ ਹੈ, ਮੰਗ ਆ ਜਾਂਦੀ ਹੈ। ਔਰ ਫਿਰ ਉਹ ਮੰਗ ਕਿਵੇਂ ਮੰਗਦਾ ਹੈ, ਇਹ ਗੱਲਾਂ ਦੇ ਨਾਲ ਸੰਦਰਭ ਦੇ ਨਾਲ ਤਹਿਤ ਇਹ ਪ੍ਰਸੰਗ ਤੁਹਾਡੇ ਚਰਨਾਂ 'ਚ ਰੱਖਣ ਜਾ ਰਿਹਾ ਹੈ। ਗੁਰੂ ਛੇਵੇਂ ਪਾਤਸ਼ਾਹ ਜੀ ਨੇ ਪਾਠ ਦੀ ਤਿਆਰੀ ਕਰਵਾਈ ਤੇ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਨੇ। ਜਿਉਂ-ਜਿਉਂ ਭਾਈ ਗੋਪਾਲਾ ਜੀ ਪਾਠ ਕਰ ਰਹੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਸਨ ਤੋਂ ਉੱਠ ਖਲੋਤੇ ਨੇ ਔਰ ਉੱਠ ਕੇ ਮਹਾਰਾਜ ਆਪਣਾ ਸਿੰਘਾਸਨ ਸੱਚੇ ਪਾਤਸ਼ਾਹ ਜੀ ਨੇ ਸੰਕੋਚਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪਾਠ ਕਰਦਿਆਂ ਭਾਈ ਗੋਪਾਲੇ ਦੇ ਮਨ ਵਿੱਚ ਕੀ ਆਇਆ, ਉਸ ਵੇਲੇ ਦਾ ਵਾਤਾਵਰਣ ਇੰਦਰਜੀਤ ਸਿੰਘ ਸ਼ੇਰਗਿੱਲ ਜਮਸ਼ੇਰ ਜਲੰਧਰ ਜੰਡਿਆਲਾ ਮੰਜਕੀ ਵਾਲੇ ਸਕੇ ਭਰਾਵਾਂ ਦਾ ਢਾਡੀ ਜਥਾ ਬੇਨਤੀ ਇਉਂ ਕਰਦਾ।
पिलाने जाम आते हैं, आते रहे हैं, आते रहेंगे बालम, ये देने निजात आते हैं, लेने सलाम आते हैं। सतपुरुषां दे करनी नामे नूं दुनिया सजदा करदी है। मैं सत्कारयोग मकामां दे चरनां 'च बेनती करांगा भी किरपा करके, क्योंकि बार-बार कहना सानू भी चंगा नहीं लगदा, क्योंकि एक बेनती है, लगे दीवान जो बात चलाए सोत नखाइया बड़ो खाए। ਜਿਹੜਾ ਲੱਗੇ ਦੀਵਾਨ 'ਚ ਗੱਲਾਂ ਕਰਦਾ ਸਾਨੂੰ ਤੇ ਚੰਗਾ ਕੀ ਲੱਗਣਾ, ਉਹ ਗੁਰੂ ਨੂੰ ਵੀ ਚੰਗਾ ਨਹੀਂ ਲੱਗਦਾ। ਆਓ ਕਿਉਂਕਿ ਇਕਾਗਰਤਾ ਬਖਸ਼ੀਏ, ਇੱਕ ਕਵਿਤਾ ਕਹਿਣੀ ਹੈ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਜਦੋਂ ਆਪਾਂ ਗੱਡੀ ਚਲਾਉਣ ਵੇਲੇ ਤੋਰੀ ਦੀ ਹੈ ਨਾ, ਉਹਦਾ ਤੇਲ ਪਾਣੀ ਆਪਾਂ ਬ੍ਰੇਕਾਂ ਬਰੂਕਾਂ ਉਹਦੇ ਕਾਗਜ਼ ਪੱਤਰ ਚੈੱਕ ਕਰੀਦੇ ਆ। ਤੇ ਹੁਣ ਜਿਹੜਾ ਢਾਡੀ ਕਲਾ ਦੀ ਬੰਦਗੀ ਇਹੋ ਜਿਹੀ ਹੈ, ਇੱਧਰ ਉਧਰਲੀਆਂ ਗੱਲਾਂ ਭਾਵੇਂ 2 ਘੰਟੇ ਕਰੀ ਜਾਈਏ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਇਹਦੀ ਪਰਫਾਰਮੈਂਸ ਇਹ ਬੰਦੇ ਦੇ ਆਪਣੇ ਹੱਥ ਵੱਸ ਨਹੀਂ ਹੁੰਦੀ। ਇਹ ਤੇ ਗੁਰੂ ਸਾਹਿਬ ਹੀ ਕਿਰਪਾ ਕਰਦੇ ਨੇ। ਜਿਵੇਂ ਗੁਰੂ ਦੀ ਨਜ਼ਰ ਰਹਿਮਤ ਹੁੰਦੀ ਹੈ, ਉਸੇ ਤਰ੍ਹਾਂ ਸਤਿਗੁਰ ਆਪਣੇ ਬੱਚਿਆਂ ਦੇ ਕੋਲੋਂ ਸੇਵਾਵਾਂ ਲੈਂਦੇ ਨੇ। ਆਓ ਕਵਿਤਾ ਕਹਿਣੀ ਹੈ ਸੰਗਤ ਜੀ। ਮਹਾਰਾਜ ਛੇਵੇਂ ਪਾਤਸ਼ਾਹ ਉਹਨਾਂ ਨੇ ਜਦੋਂ ਤਿਆਰੀ ਕਰਵਾਈ, ਭਾਈ ਗੋਪਾਲਾ ਜੀ ਪਾਠ ਕਰਨ ਲੱਗ ਪਏ। ਪਾਠ ਕਰਦਿਆਂ ਕਰਦਿਆਂ ਜਦੋਂ 24 25 26 ਪੌੜੀਆਂ ਪੜ੍ਹ ਦਿੱਤੀਆਂ ਤੇ ਗੁਰੂ ਸਾਹਿਬ ਉੱਠ ਕੇ ਆਪਣੇ ਸਿੰਘਾਸਨ ਤੋਂ ਪਰੇ ਨੂੰ ਜਾ ਰਹੇ ਨੇ ਤੇ ਉਹਦੇ ਮਨ 'ਚ ਖਿਆਲ ਆ ਗਿਆ ਵੀ ਗੁਰੂ ਸਾਹਿਬ ਬਹੁਤ ਖੁਸ਼ ਹੋ ਰਹੇ ਨੇ ਤੇ ਮੈਨੂੰ ਕਹਿਣਗੇ ਗੋਪਾਲਿਆ ਤੂੰ ਪਾਠ ਬਹੁਤ ਸੋਹਣਾ ਕੀਤਾ, ਦੱਸ ਕੀ ਮੰਗਦਾ ਹੈ। ਵਾਹਿਗੁਰੂ। ਤੇ ਸੰਗਤ ਜੀ ਬਾਣੀ ਦਾ ਬਚਨ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਜਦੋਂ ਮਨ ਵਿੱਚ ਡਿਮਾਂਡ ਆ ਗਈ ਨਾ ਤੇ ਵੇਲੇ ਵਿੱਚ ਟੁੱਟ ਗਈ ਜਿਹੜੀ ਹੈ। ਜਦੋਂ ਮਾਂ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਨਾ ਤੇ ਉਹ ਪ੍ਰਮਾਤਮਾ ਨੂੰ ਕਹਿੰਦਾ ਮੈਨੂੰ ਇੱਥੋਂ ਕੱਢ ਲੈ, ਮੈਂ ਤੇਰਾ ਨਾਮ ਜਪੂੰਗਾ। ਜਦੋਂ ਬਾਹਰ ਆ ਜਾਂਦਾ ਹੈ ਉਹਨੂੰ ਦੁਨਿਆਵੀ ਹਵਾ ਲੱਗ ਜਾਂਦੀ ਹੈ, ਫਿਰ ਚੀਕ ਦਿਹਾੜੇ 'ਚ ਪੈ ਜਾਂਦਾ ਹੈ। ਤੇ ਇਸੇ ਤਰ੍ਹਾਂ ਜਦੋਂ ਲਿਵ ਟੁੱਟ ਜਾਂਦੀ ਹੈ ਤੇ ਬੰਦਾ ਗੁਰੂ ਨਾਲੋਂ ਟੁੱਟ ਜਾਂਦਾ ਹੈ। ਜੁੜੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੈ। ਫੁੱਲ ਦਾ ਜੀਵਨ ਉਹਨਾਂ ਚਿਰ ਸੁਖਦਾਈ ਹੈ ਜਿੰਨਾ ਚਿਰ ਡਾਲੀ ਨਾਲ ਜੁੜਿਆ ਹੋਇਆ ਹੈ। ਟੁੱਟਿਆ ਹੋਇਆ ਦਾ ਕੋਈ ਜੀਵਨ ਨਹੀਂ। ਜਿੰਨਾ ਚਿਰ ਗੁਰੂ ਨਾਲ ਬੰਦਾ ਜੁੜਿਆ ਹੈ ਉਹਨਾਂ ਚਿਰ ਹੀ ਜੀਵਨ ਆਨੰਦਿਤ ਹੈ। ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹਦੇ ਮਨ 'ਚ ਡਿਮਾਂਡ ਆ ਗਈ ਵੀ ਗੁਰੂ ਸਾਹਿਬ ਦੇ ਕੋਲ ਇੱਕ ਬਹੁਤ ਸੁੰਦਰ ਘੋੜਾ ਹੈ ਔਰ ਇੱਕ ਕੀਮਤੀ ਕਾਠੀ ਹੈ ਤੇ ਮੈਂ ਮਹਾਰਾਜ ਨੂੰ ਕਹਿਣਾ ਪਾਤਸ਼ਾਹ ਜੀ ਮੈਨੂੰ ਇੱਕ ਘੋੜਾ ਦੇ ਦਿਓ, ਇੱਕ ਸੁੰਦਰ ਕੀਮਤੀ ਕਾਠੀ ਦੇ ਦਿਓ। ਇਹਦੇ ਮਨ 'ਚ ਡਿਮਾਂਡ ਮੰਗ ਆ ਗਈ, ਇਹਦੇ ਮਨ 'ਚ ਲਾਲਚ ਆ ਗਿਆ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਉੱਠੇ ਸਨ ਆਪਣੇ ਆਸਣਾਂ ਤੋਂ, ਮਹਾਰਾਜ ਉਸੇ ਹੀ ਤਰ੍ਹਾਂ ਦੁਬਾਰੋਂ ਬਰਾਜ ਗਏ। ਜਦੋਂ ਪਾਠ ਦੀ ਸੰਪੂਰਨਤਾ ਹੋਈ ਤੇ ਸੱਚੇ ਪਾਤਸ਼ਾਹ ਕਹਿੰਦੇ ਗੋਪਾਲਿਆ ਕੀ ਮੰਗਦਾ ਹੈ। ਮੰਗ ਜਿਹੜੀ ਦਿਲ ਵਿੱਚ ਸੀਗੀ ਉਹ ਜ਼ੁਬਾਨ ਤੇ ਆ ਗਈ। ਆਖਿਆ ਸੱਚੇ ਪਾਤਸ਼ਾਹ ਇੱਕ ਕੀਮਤੀ ਘੋੜਾ ਤੇ ਕਾਠੀ ਜਿਹੜੀ ਹੈ ਮਹਾਰਾਜ ਕਿਰਪਾ ਕਰਕੇ ਉੱਠੇ ਤੇ ਉਹ ਦੇ ਦਿਓ। ਸਤਿਗੁਰੂ ਮਹਾਰਾਜ ਕਹਿਣ ਲੱਗੇ ਗੋਪਾਲਿਆ ਮੈਂ ਸੋਚਿਆ ਤੂੰ ਪਾਠ ਕੀਤਾ ਹੈ, ਮੈਂ ਤੈਨੂੰ ਇਹਦੇ ਇਵਜ਼ ਵਿੱਚ ਕੀ ਦੇਵਾਂ। ਮੇਰੇ ਮਨ 'ਚ ਖਿਆਲ ਆਇਆ ਮੈਂ ਤੈਨੂੰ ਲੋਕ ਪ੍ਰਲੋਕ ਦੇ ਸੁੱਖ ਤੇਰੀ ਝੋਲੀ 'ਚ ਪਾ ਦਿਆਂ। ਮੈਂ ਤੈਨੂੰ ਗ੍ਰੰਥ ਭਜਨ ਗੱਲ ਹੁਣ ਤੁਸੀਂ ਬੜੇ ਚੱਲੀ ਜਾਣ ਦਿਓ। ਮੈਂ ਤੇਰੇ ਝੋਲੀ 'ਚ ਲੋਕ ਪ੍ਰਲੋਕ ਦੇ ਸੁੱਖ ਪਾ ਦਿਆਂ। ਮੈਂ ਤੈਨੂੰ ਇੰਦਰਾਪੁਰੀ ਦਾ ਰਾਜ ਦੇ ਦਿਆਂ। ਮੈਂ ਤੈਨੂੰ ਬ੍ਰਹਮਪੁਰੀ ਦਾ ਰਾਜ ਦੇ ਦਿਆਂ। ਮੈਂ ਤੈਨੂੰ ਸ਼ਿਵਪੁਰੀ ਦਾ ਰਾਜ ਦੇ ਦਿਆਂ। ਮੈਂ ਬੜਾ ਕੁਝ ਸੋਚਿਆ, ਮੈਂ ਤੈਨੂੰ ਕਿਸੇ ਰਿਆਸਤ ਦਾ ਰਾਜਾ ਬਣਾ ਦਿਆਂ। ਮੈਂ ਤੈਨੂੰ ਕੋਈ ਬਾਦਸ਼ਾਹੀ ਬਖਸ਼ ਦਿਆਂ। ਮੈਂ ਸਾਰਾ ਕੁਝ ਸੋਚਿਆ ਪਰ ਇਹ ਸਾਰਾ ਕੁਝ ਮੈਨੂੰ ਬੜਾ ਛੋਟਾ ਜਾਪਿਆ। ਆਖਿਰਕਾਰ ਮੇਰਾ ਮਨ ਇਸ ਫੈਸਲੇ ਤੇ ਪੁੱਜਾ ਕਿ ਮੈਂ ਤੈਨੂੰ ਗੁਰੂ ਨਾਨਕ ਦੀ ਗੱਦੀ ਦਾ 7ਵਾਂ ਵਾਰਸ ਬਣਾ ਦਿਆਂਗਾ। ਦੇਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਮਨ 'ਚ ਇਹ ਵਿਚਾਰ ਆਇਆ, ਲਓ 6ਵਾਂ ਪਾਤਸ਼ਾਹ ਮੇਰੀ ਪੀੜੀ ਦਾ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਭਾਈ ਗੋਪਾਲੇ ਨੂੰ ਸੰਬੋਧਨ ਹੁੰਦਿਆ ਹੋਇਆ ਇਹ ਬਚਨ ਕਰ ਰਹੇ ਨੇ ਕਿ ਗੁਰੂ ਨਾਨਕ ਦੀ ਗੱਦੀ ਦਾ ਤੂੰ ਵਾਰਸ ਹੋ ਜਾਂਦਾ।
ਦਾ ਤੂੰ ਵਾਰਸ ਹੋ ਜਾਂਦਾ। ਤਕੜਾ ਹੋ ਕੇ ਲਾਲਚ ਨੇ ਸੀ ਤੈਨੂੰ ਘੇਰ ਲਿਆ, ਗੱਲ ਸਿਰੇ ਤੇ ਜਾਂਦੇ ਜਾਂਦੇ ਤੂੰ ਮਨ ਫੇਰ ਲਿਆ। ਉਹ ਗੱਲ ਸਿਰੇ ਤੇ ਜਾਂਦੇ ਜਾਂਦੇ ਤੂੰ ਮਨ ਫੇਰ ਲਿਆ। ਸ਼ੇਰ ਗਿਲ ਤੇ ਵਾਂਗੂ ਜੇ ਤੂੰ ਹੱਥ ਖਲੋ ਜਾਂਦਾ, ਸ਼ੇਰ ਗਿਲ ਤੇ ਵਾਂਗੂ ਜੇ ਹੱਥ ਮੰਨ ਖਲੋ ਜਾਂਦਾ। ਗੁਰੂ ਨਾਨਕ ਦੀ ਗੱਦੀ ਦਾ ਤੂੰ ਵਾਰਸ ਹੋ ਜਾਂਦਾ, ਗੁਰੂ ਨਾਨਕ ਦੀ ਗੱਦੀ ਦਾ ਤੂੰ ਵਾਰਸ ਹੋ ਜਾਂਦਾ, ਗੁਰੂ ਨਾਨਕ ਦੀ ਗੱਦੀ ਦਾ ਤੂੰ ਵਾਰਸ ਹੋ ਜਾਂਦਾ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੂੰ ਗੁਰੂ ਨਾਨਕ ਦੀ ਗੱਦੀ ਦਾ 7ਵਾਂ ਵਾਰਸ ਬਣ ਸਕਦਾ ਸੀ। ਸੱਚੇ ਪਾਤਸ਼ਾਹ ਜੀ ਨੇ ਉਹਦੇ ਕਹਿਣ ਮੁਤਾਬਕ ਉਹਨੂੰ ਸੁੰਦਰ ਘੋੜਾ ਅਤੇ ਕੀਮਤੀ ਕਾਠੀ ਦੇ ਕੇ ਕਰਤਾਰਤ ਕੀਤਾ, ਨਵਾਜਿਆ। ਅੱਜ ਉਸ ਸਥਾਨ ਤੇ ਭਾਈ ਗੋਪਾਲਾ ਦੀ ਯਾਦ ਵਿੱਚ ਦਰਿਆਏ ਵਿਆਸਾ ਦੇ ਕਿਨਾਰੇ ਸ੍ਰੀ ਹਰਗੋਬਿੰਦਪੁਰਾ ਗੁਰਦੁਆਰਾ ਸਾਹਿਬ ਸਮਾਏਮਾਨ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਮਾਝੇ ਦੀ ਧਰਤੀ ਤੇ ਜਦੋਂ ਤੁਸੀਂ ਟਾਂਡੇ ਤੋਂ ਗੁਰਦਾਸਪੁਰ ਨੂੰ ਜਾਂਦੇ ਹੋ ਤੇ ਇਧਰੋਂ ਖੱਬੇ ਪਾਸਿਓਂ ਇਹ ਜਿਹੜੀ ਸ੍ਰੀ ਹਰਗੋਬਿੰਦਪੁਰ ਤੋਂ ਬਟਾਲੇ ਨੂੰ ਸੜਕ ਜਾਂਦੀ ਹੈ, ਉਹਦੇ ਕਾਰਨਰ ਤੇ ਖੁੰਝੇ ਤੇ ਇਹ ਪਵਿੱਤਰ ਸਥਾਨ ਹੈ। ਦਾਸ ਨੇ ਕਈ ਦਫਾ ਉਸ ਸਥਾਨ ਦੀ ਜ਼ਿਆਰਤ ਕੀਤੀ ਹੈ। ਸੋ ਗੁਰੂ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਜੀ ਦਾ ਜੋ ਅੱਜ ਤੁਸੀਂ ਆਪਾਂ ਸਾਰੇ ਬੰਦੀ ਛੋੜ ਦਿਵਸ ਮਨਾ ਰਹੇ ਆ, ਸਾਰਿਆਂ ਨੂੰ ਢਾਡੀ ਜਿੱਥੇ ਵੱਲੋਂ ਲੱਖ ਲੱਖ ਵਧਾਈਆਂ। ਸੋ ਕੱਲ ਦੇ ਨਗਰ ਕੀਰਤਨ ਵਿੱਚ ਆਪ ਜੀ ਦੇ ਨਾਲ ਸਾਂਝਾ ਪਾਵਾਂਗੇ ਗੁਰੂ ਇਤਿਹਾਸ ਰਾਹੀਂ। ਸੋ ਇੱਕ ਹਫ਼ਤਾ ਇੱਕ ਵੀਕ ਇੱਥੇ ਵਿਚਰੇ ਆ, ਵਿਚਰਦਿਆਂ ਤੋਂ ਗੁਰਬਾਣੀ ਪੰਕਤੀਆਂ ਪੜ੍ਹਦਿਆਂ ਤੋਂ ਇਤਿਹਾਸ ਕਹਿੰਦਿਆਂ ਤੋਂ ਔਰ ਵੰਨਗੀਆਂ ਕਹਿੰਦਿਆਂ ਤੋਂ ਇੱਕ ਨੇ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਜੀ ਦੀ ਅਰਦਾਸ ਕਰਨੀ ਅੱਗੇ ਵਾਸਤੇ ਆਪ ਜੀ ਦੀ ਯੋਗ ਸੇਵਾ ਕਰ ਸਕੀਏ। ਸੂਝਵਾਨ ਪ੍ਰਬੰਧਕ ਕਮੇਟੀ ਦਾ, ਸਾਰੇ ਪਾਠੀ ਸਿੰਘਾਂ ਦਾ, ਸੇਵਾਦਾਰਾਂ ਦਾ, ਮਾਤਾਵਾਂ ਭੈਣਾਂ ਦਾ, ਨੌਜਵਾਨਾਂ ਦਾ, ਸਾਰੀਆਂ ਸਭਾ ਸੁਸਾਇਟੀਆਂ ਦਾ ਤਹਿ ਦਿਲੋਂ ਧੰਨਵਾਦ। ਅਗਲਾ ਪ੍ਰੋਗਰਾਮ ਸਤਿਕਾਰਯੋਗ ਪ੍ਰਬੰਧਕ ਜਨ ਦੱਸਣਗੇ। ਸਾਡੇ ਕੋਲੋਂ ਜੋ ਇੰਨੀਆਂ ਸਭਾਵਾਂ ਪ੍ਰਬੰਧ ਕਰਨੀਆਂ, ਇਹ ਇੰਡੀਆ ਤੋਂ ਆਇਆ ਹੋਇਆ ਢਾਡੀ ਜੱਥਾ, ਸਕੇ ਭਰਾਵਾਂ ਦਾ ਢਾਡੀ ਜੱਥਾ, ਰਣਜੀਤ ਸਿੰਘ ਰਾਣਾ ਔਰ ਹਰਪਾਲ ਸਿੰਘ ਜੋਸ਼ਨ, ਰਾਜਵਿੰਦਰ ਸਿੰਘ ਮਹੇ, ਜੋ ਕਿ ਸਕੇ ਭਰਾਵਾਂ ਦਾ ਢਾਡੀ ਜੱਥਾ, ਮੰਜਕੀ ਵਾਲਾ ਢਾਡੀ ਜੱਥਾ, ਦਾਸ ਇੰਦਰਜੀਤ ਸਿੰਘ ਸ਼ੇਰਗਿੱਲ, ਜੋ ਕਿ ਗਿਆਨੀ ਤਰਸੇਮ ਸਿੰਘ ਜੀ ਮੋਰਾਂ ਵਾਲੀ, ਉਹਨਾਂ ਦਾ ਪਹਿਲਾ ਵਿਦਿਆਰਥੀ ਹੋਣ ਦਾ ਦਾਸ ਨੂੰ ਮਾਣ ਪ੍ਰਾਪਤ ਹੈ। ਜਲੰਧਰ ਤੋਂ ਇੰਡੀਅਨ ਸੇਵਾਵਾਂ ਪ੍ਰਬੰਧ ਕਰਨੀਆਂ। ਕਿਤੇ ਵੀ ਘਰ ਦੇ ਵਿੱਚ ਖੁਸ਼ੀ ਦੇ ਸਮੇਂ ਤੇ ਗੁਰਦੁਆਰਾ ਸਾਹਿਬ ਦੇ ਕਿਸੇ ਦੀਵਾਨ ਤੇ ਹਾਜ਼ਰੀ ਭਰਨ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਆਪਾਂ ਰਲ ਮਿਲ ਕੇ ਗੁਰੂ ਨਾਨਕ ਦੇ ਦਰ ਦੀਆਂ ਖੁਸ਼ੀਆਂ ਸਾਂਝੀਆਂ ਕਰਾਂਗੇ ਜੀ। ਮਹਾਰਾਜ ਨੂੰ ਝੁਕਾਓ ਸੀਸ, ਲਵੋ ਗੁਰੂ ਦੀ ਅਸੀਸ, ਚੜ੍ਹਦੀ ਕਲਾ ਜੋ ਹੋ, ਬੈਠੋ ਸੱਜ ਕੇ, ਆਖੋ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਭਾਈ ਸਾਹਿਬ ਜੀ, ਭਾਈ ਸਾਹਿਬ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਸਿਆਰਾ ਸਿੰਘ ਢੀਂਡਸਾ ਓਮਨੀ ਵੀਡੀਓ ਵਾਲੇ, ਜਿਨ੍ਹਾਂ ਦਾ ਲਾਈਵ ਪ੍ਰੋਗਰਾਮ YouTube ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਰੇਡੀਓ USA, ਉਹਨਾਂ ਵੱਲੋਂ ਵੀ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਤੇ ਹਜ਼ਾਰਾਂ ਹੀ ਦੁਨੀਆ, ਹਜ਼ਾਰਾਂ ਹੀ ਸਿੱਖ ਇਹ ਪ੍ਰੋਗਰਾਮ ਸੁਣ ਰਹੇ ਹਨ। ਅਸੀਂ ਬਹੁਤ ਧੰਨਵਾਦੀ ਹਾਂ ਸਿਆਰਾ ਸਿੰਘ ਢੀਂਡਸਾ ਜੀ ਦੇ, ਤੇ ਬਹੁਤ ਧੰਨਵਾਦੀ ਹਾਂ ਪੰਜਾਬੀ ਰੇਡੀਓ USA ਵਾਲਿਆਂ ਦੇ, ਜਿਨ੍ਹਾਂ ਨੇ ਜੋ ਉੱਤਮ ਵਿਚਾਰ ਹਨ ਉਹ ਘਰ ਘਰ ਪਹੁੰਚਾਏ ਹਨ। ਗੁਰੂ ਅਮਰਦਾਸ ਜੀ ਦਾ ਇੱਕ ਥਾਂ ਤੇ ਬੜਾ ਸੁੰਦਰ ਫਰਮਾਨ ਹੈ ਕਿ ਸੁਣਤੇ ਪਨੀਤ ਕਹਤੇ ਪਵਿੱਤ। ਜਿਹੜਾ ਸੁਣਦਾ ਹੈ ਉਹ ਪਵਿੱਤਰ ਹੈ, ਜਿਹੜਾ ਸੁਣਦਾ ਹੈ ਉਹ ਪਨੀਤ ਹੈ, ਜਿਹੜਾ ਕਹਿੰਦਾ ਹੈ ਉਹ ਪਵਿੱਤਰ ਹੈ। ਤੇ ਪਵਿੱਤਰ 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 ਪਨੀਤ, ਜਿਹੜਾ ਸੁਣਨ ਵਾਲਾ ਹੈ ਉਸ ਨੂੰ 3 ਗੁਣਾ ਜ਼ਿਆਦਾ ਭਾਗ ਲੱਗਦੇ ਹਨ। ਮੈਨੂੰ ਇੰਜ ਲੱਗਿਆ ਕਿ ਜਿਸ ਤਰ੍ਹਾਂ ਭਾਈ ਸਾਹਿਬ ਜੀ ਇੰਨਾ ਜ਼ਿਆਦਾ ਖੁਸ਼ ਨਹੀਂ ਸਨ, ਕਿਉਂਕਿ ਸਮਾਂ ਥੋੜ੍ਹਾ ਜਿਹਾ ਲੇਟ ਹੋ ਗਿਆ। ਅਸੀਂ ਮਾਫੀ ਚਾਹੁੰਦੇ ਹਾਂ, ਕਿਉਂਕਿ ਜਦੋਂ ਇੱਦਾਂ ਦੇ ਵੱਡੇ ਪ੍ਰੋਗਰਾਮ ਹੁੰਦੇ ਹਨ ਉਹ ਥੋੜ੍ਹਾ ਬੜਾ ਊਨਤਾ ਹੀ ਰਹਿ ਜਾਂਦੀ ਹੈ। ਅਸੀਂ ਕਿਮਾਂ ਦੇ ਜਾਚਕ ਹਾਂ, ਪਰ ਜੋ ਤੁਹਾਡੇ ਬੋਲ ਹਨ, ਜੋ ਤੁਹਾਡਾ ਸੰਗੀਤ ਹੈ, ਜੋ ਤੁਹਾਡੀਆਂ ਕਥਾਵਾਂ ਹਨ, ਉਹਨਾਂ ਵਿੱਚ ਇੰਨਾ ਰਸ ਹੈ ਕਿ ਜਿਹੜਾ ਵੀ ਸੁਣਦਾ ਹੈ ਉਹ ਉੱਥੇ ਹੀ ਬਹਿ ਜਾਂਦਾ ਹੈ। ਜਿਹੜਾ ਵੀ ਸੁਣਦਾ ਹੈ
ਉਹਨਾਂ ਨੂੰ ਆਨੰਦ ਆ ਜਾਂਦਾ ਹੈ। ਮਹਾਰਾਜ ਜੀ ਕਿਰਪਾ ਕਰੇ, ਇਸੇ ਤਰ੍ਹਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਹੁਣ ਕੱਲ ਦਾ ਜੋ ਪ੍ਰੋਗਰਾਮ ਹੈ ਉਹ ਇਸ ਤਰ੍ਹਾਂ ਹੈ, ਅਖੰਡ ਪਾਠ ਸਾਹਿਬ ਜੀ ਦੀ ਸੇਵਾ ਜੋ ਭੋਗ ਪੈਣਗੇ ਉਹ 8:30 ਵਜੇ, 8:30 ਵਜੇ ਤੋਂ 9:30 ਵਜੇ ਤੱਕ ਆਸਾ ਜੀ ਦੀ ਵਾਰ। ਉਸ ਤੋਂ ਬਾਅਦ ਕੀਰਤਨ, ਢਾਡੀ ਵਾਰਾਂ, ਕਥਾ ਤੇ ਡਿਗਨਿਟਰੀਜ਼ ਵੀ ਆ ਰਹੇ ਹਨ। ਜੋ ਲੀਡਰਸ ਆ ਰਹੇ ਹਨ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰਾਂਗੇ ਤੇ ਉਹਨਾਂ ਨੂੰ ਦੱਸਾਂਗੇ ਕਿ ਸਾਡਾ ਮਿਸ਼ਨ ਕੀ ਹੈ। ਹੋਰ ਸਾਧ ਸੰਗਤ ਜੀ, ਹੁਣ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਹੋਵੇਗਾ ਤੇ ਉਸ ਤੋਂ ਉਪਰੰਤ ਅਰਦਾਸ ਹੋਵੇਗੀ। ਇੱਕ ਵਾਰੀ ਫੇਰ ਕਹਿਣਾ ਚਾਹੁੰਦੇ ਹਾਂ ਕਿ ਕੱਲ ਸ਼ਾਮ ਨੂੰ ਦੀਵਾਲੀ ਦਾ ਪ੍ਰੋਗਰਾਮ ਜਦ ਨਗਰ ਕੀਰਤਨ ਪਹੁੰਚੇਗਾ ਤੇ ਉਸ ਤੋਂ ਉਪਰੰਤ ਹੀ ਸ਼ੁਰੂ ਹੋ ਜਾਵੇਗਾ, ਜਿਸ ਦੇ ਵਿੱਚ ਢਾਡੀ ਸਾਹਿਬਾਨ ਵੀ ਭਾਗ ਲੈਣਗੇ, ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਵੀ ਭਾਗ ਲੈਣਗੇ। ਉਹ ਤੁਹਾਨੂੰ ਦੱਸਣਗੇ ਕਿ ਜੋ ਬੰਦੀ ਛੋੜ ਦਿਵਸ ਹੈ ਉਹਦਾ ਕੀ ਮਤਲਬ ਹੈ। ਇਹੋ ਜਿਹੀ ਕਥਾ ਦੇ ਵਿੱਚ ਇਹੋ ਜਿਹੀਆਂ ਗੱਲਾਂ ਸੁਣੋਗੇ ਜਿਹੜੀਆਂ ਤੁਸੀਂ ਪਹਿਲਾਂ ਕਦੀ ਵੀ ਨਹੀਂ ਸੁਣੀਆਂ ਹੋਣਗੀਆਂ। ਫਿਰ ਦੁਬਾਰਾ ਬੇਨਤੀ ਕਰਦੇ ਹਾਂ, ਬੋਲਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਆਈਆਂ ਹੋਣਗੀਆਂ, ਅਣਜਾਣ ਸਮਝ ਕੇ ਮਾਫ ਕਰਨਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪ੍ਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਮਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਮਾਮੇ, ਸੋਕਿਓ ਮਨੋ ਮਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਮਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨਿਆ ਵਿਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਦਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਰਮੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਰਮੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਅਰਦਾਸ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਏ ਸਹਾਈ, ਅਰਜਨ ਹਰਗੋਬਿੰਦਨੋ ਸਿਮਰਾਓ। ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜੈਸੈ ਡਿਠੇ ਸਭ ਦੁਖ ਜਾਏ,
ਤੇਗ ਬਹਾਦਰ ਸਿਮਰਿਆ ਘਰ, ਨੌ ਨਿਧਿਆਵੈ ਤਾਈ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਦੇ ਵਾਲੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹਾਂ ਦੇ ਆਤਮਿਕ ਜੋਤ, ਜਾਹਰਾ ਜਹੂਰ, ਹਾਜ਼ਰਾ ਹਜੂਰ, ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕੇ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰੀਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਆਣ, ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕੇ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਉਬਲਦੀਆਂ ਦੇਗਾਂ ਚੋਂ ਬਾਲੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕੇ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕੇ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਸਾਹਿਬ, ਤਹਾਂ ਤਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗਿਆ ਟਲ। ਧਰਮ ਕਾ ਜੈਕਾਰ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਤਿਨਾਂ ਦੇ ਸੇਵਾ ਸੰਭਾਲ ਕਰਨ ਦਾ ਦਾਨ। ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਓ ਕੇ ਮਾਣ, ਨੇ ਤਾਣਿਓ ਕੇ ਤਾਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ। ਆਪ ਜੀਆਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ 23ਵੇਂ ਨਗਰ ਕੀਰਤਨ ਦੀ ਆਰੰਭਤਾ ਸਤਿਗੁਰੂ ਪਾਤਸ਼ਾਹ ਜੀਓ ਸਮੂਹ ਗੁਰਸਿੱਖ ਸਿੱਖ ਸੰਗਤਾਂ ਪਰਿਵਾਰ ਇਕੱਤਰਤ ਹੋ ਕਰਕੇ ਸਤਿਗੁਰੂ ਅੱਜ 6ਵੇਂ ਦਿਨ ਰਾਤਰੀ ਦੇ ਦੀਵਾਨ ਆਰੰਭ ਹੋਏ। ਸਤਿਗੁਰੂ ਪਾਤਸ਼ਾਹ ਜੀਓ ਸੱਜੇ ਹੋਏ ਦੀਵਾਨਾਂ ਵਿੱਚ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ, ਅਗਾਧ ਬੋਧ ਬਾਣੀ ਦੇ ਹਰ ਜਸ ਕੀਰਤਨ, ਗੁਰਮਤਿ ਵਿਚਾਰਾਂ ਢਾਡੀ ਵਾਰਾਂ ਹੋਈਆਂ। ਸਤਿਗੁਰੂ ਜੀ ਬਾਣੀ ਪੜ੍ਹਦਿਆਂ, ਸੇਵਾ ਸਤਿਕਾਰ ਕਰਦਿਆਂ ਏਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਰਹਿ ਗਈਆਂ, ਖਿਮਾ ਕਰ ਦੇਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਗੁਰਸਿੱਖ ਸੰਗਤਾਂ ਦੇ ਹਿਰਦਿਆਂ ਤੇ ਵਸਾਵਣਾ। ਸਤਿਗੁਰੂ ਪਾਤਸ਼ਾਹ ਜੀਓ ਅੱਜ ਦੇ ਲੰਗਰਾਂ ਦੀ ਸੇਵਾ ਦਰ ਘਰ ਦੇ ਪ੍ਰੀਤਵਾਨ ਸਰਦਾਰ ਮਨਜੀਤ ਸਿੰਘ ਦਿਓਲ, ਸਰਦਾਰ ਗੁਰਤੇਜ ਸਿੰਘ ਜੀ ਖਹਿਰਾ, ਸਰਦਾਰ ਗੁਰਪ੍ਰੀਤ ਸਿੰਘ ਜੀ ਗੁਰਾਇਆ, ਸਰਦਾਰ ਹਜ਼ਾਰਾ ਸਿੰਘ ਜੀ, ਡਾਕਟਰ ਮਨਜੀਤ ਸਿੰਘ ਤਥਾ ਸਮੂਹ ਪਰਿਵਾਰਾਂ ਨੇ ਇਕੱਤਰਤ ਹੋ ਕੇ ਦਰ ਘਰ ਦੀ ਸੇਵਾ ਨੂੰ ਕਮਾਉਣਾ ਕੀਤਾ ਹੈ। ਸਤਿਗੁਰੂ ਸੇਵਕ ਪਰਿਵਾਰਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਦੇਸ ਪਰਦੇਸ ਰਸਤੇ ਪੈਂਡੇ ਅੰਗ ਸੰਗ ਸਹਾਈ ਹੋਣਾ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਪ੍ਰਾਰਥਨਾ ਜੋਦੜੀ ਹੈ। ਕਾਕਾ ਜਸਰਾਜ ਸਿੰਘ ਜੀ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਜੀ। ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ। ਗੁਰਮੇਲ ਸਿੰਘ ਜੀ ਚੌਹਾਨ ਪਰਿਵਾਰ ਵੱਲੋਂ ਤੰਦਰੁਸਤੀ ਦੀ ਅਰਦਾਸ ਬੇਨਤੀ ਹੈ ਜੀ। ਸਤਿਗੁਰੂ ਪਾਤਸ਼ਾਹ ਜੀ ਉਹ ਪਰਿਵਾਰ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ। ਜਿੰਨੀਆਂ ਵੀ ਗੁਰਸਿੱਖ ਸੰਗਤਾਂ ਨੇ ਸੱਜੇ ਦਰਬਾਰ ਦੀ ਹਾਜ਼ਰੀ ਭਰੀ ਹੈ ਜੀ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾਵਾਂ
ਦਰ ਪ੍ਰਵਾਨ ਕਰਨੀਆਂ, ਗੁਰਮਤਿ ਅਨੁਸਾਰ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ। ਸਾਰੀਆਂ ਗੁਰਸਿੱਖ ਸੰਗਤਾਂ ਦੇ ਗ੍ਰਹਿ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ੀਆਂ ਦਾਤਾਂ ਚੋਂ ਪੰਚਮ ਅੰਮ੍ਰਿਤ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਤਿਆਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਅਟੁੱਟ ਵਰਤੇ ਜੋ ਜੀ ਛਕੇ। ਸਤਨਾਮ ਵਾਹਿਗੁਰੂ। ਆਪ ਜੀ ਦਾ ਨਾਮ ਜਪੇ ਸਤਿਗੁਰੂ। ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਹੈ ਪਾਵਨ। ਹੁਕਮਨਾਮੇ ਦੀ ਦਾਤ ਬਖਸ਼ੋ ਜੀ। 6 ਪੌੜੀਆਂ ਨਾ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈਆ ਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕਾ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ, ख्वार होए सा मिलेंगे, ख्वार होए सा मिलेंगे। बोले सोनिहाल। वाहिगुरु जी का खालसा, वाहिगुरु जी की फतेह। सतनाम श्री वाहिगुरु साहिब जियो, सेवक कै भरपूर जुग जुग। वाहगुरु तेरा सब सदका, निरंकार प्रभ सदा सलामत। कह ना सकै को तू कद का, ब्रह्मा बिसन सिरह तया गनत। तिनको मोह पया मन मद का, 84 लख जोनियो पाई। रिजक दिया सब हूँ को तद का, सेवक कै भरपूर जुग जुग। वाहगुरु तेरा सब सदका। सुकहो टल गुर सेवियै, अहनस सहज सुभाए। दर्शन परसै गुरु कै, जन्म मरण दुख जाए। तनासरी महला पंजवा। जिसका तन मन धन सब तिसका, सोई सुगुड़ सोजानी। तिन ही सुनिया दुख सुख मेरा, तो बिद निकी खटानी। जिसका तन मन धन सब तिसका, सोई सुगुड़ सोजानी। तिन ही सुनिया दुख सुख मेरा, तो बिद निकी खटानी। जी की एक ही पहमानी, अवर जतन कर रहे बो तेरे। तिन तिल नहीं कीमत जानी रहाओ। अमृत नाम निर्मोलक हीरा, गुर दीनो मनतानी। डिगै न डोलै दृढ़ कर रहे हो, पूर्ण होए तृपतानी। ओए जो बीच हम तुम कछ होते, तिनकी बात बिलानी। अलंकार मिल थैली हुई है, तांते कनक बखानी। प्रगट्यो जोत सहज सुख शोभा,
ਬਾਜੇ ਅਨਹਤ ਬਾਣੀ ਕਉ ਨਾਨਕ ਨਿਹਚਲ ਕਰ ਬੰਦਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬੰਦਿਓ ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਫਤਿਹ ਪਾਉਣ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 3-4 ਘੰਟੇ ਲਗਾਤਾਰ ਬੈਠ ਕੇ ਗੁਰੂ ਦੀ ਬਾਣੀ ਦਾ ਆਨੰਦ ਮਾਣਿਆ। ਫਿਰ ਕੱਲ ਦੱਸ ਦਈਏ, ਕੱਲ ਦਾ ਜੋ ਪ੍ਰੋਗਰਾਮ 8:30 ਵਜੇ ਭੋਗ ਪਵੇਗਾ, ਫਿਰ ਕੀਰਤਨ ਸ਼ੁਰੂ ਹੋ ਜਾਵੇਗਾ। ਜੋ ਢਾਡੀ ਸਾਹਿਬਾਨ ਹਨ ਉਹ 10:30 ਤੋਂ 11 ਤੱਕ ਤੇ 11 ਤੋਂ 11:30 ਪੌਣੇ 12 ਵਜੇ ਤੱਕ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਤੇ ਉਸ ਤੋਂ ਬਾਅਦ ਡਿਗਨਿਟਰੀਜ਼। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰਿਆਂ ਨੇ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਤੇ ਇਹ ਗੱਲ ਫਿਰ ਨੋਟ ਕਰ ਲੈਣ ਕਿ ਜੋ ਐਕਸਟਰਾ ਪਾਰਕਿੰਗਸ ਹਨ ਉਹ ਬੇਕਰਸਫੀਲਡ ਸਾਊਥ ਹਾਈ ਔਨ ਪਲੰਜ ਰੋਡ ਤੇ, ਜਿੱਥੇ ਕਿ ਬੱਸਾਂ ਦਾ ਤੇ ਵੈਨਸ ਦਾ ਖਾਸ ਪ੍ਰਬੰਧ ਹੈ। ਸੋ 9 ਵਜੇ ਤੋਂ ਲੈ ਕੇ 6 ਵਜੇ ਤੱਕ ਉਹ ਪਾਰਕਿੰਗ ਲਾਟ ਖੁੱਲ੍ਹੀ ਹੋਵੇਗੀ। ਸੋ ਇੱਥੇ ਵੀ ਜਦੋਂ ਤੁਸੀਂ ਕੱਲ ਪੂਰੇ 1 ਵਜੇ ਜੋ ਨਗਰ ਕੀਰਤਨ ਹੈ ਉਹ ਸ਼ੁਰੂ ਹੋ ਜਾਵੇਗਾ, 4-4:30 ਵਜੇ ਸਮਾਪਤੀ ਹੋਵੇਗੀ। ਸਮਾਪਤੀ ਹੁੰਦਿਆਂ ਸਾਰ ਹੀ ਲਗਾਤਾਰ 5 ਵਜੇ ਫਿਰ ਜੋ ਪ੍ਰੋਗਰਾਮ ਹੈ ਉਹ ਬੰਦੀ ਛੋੜ ਦਿਵਸ ਪ੍ਰੋਗਰਾਮ ਉਹ ਸ਼ੁਰੂ ਹੋ ਜਾਵੇਗਾ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਕੱਲ ਦਾ ਪਵਿੱਤਰ ਦਿਹਾੜਾ ਹੈ ਉਹ ਬੜੀ ਧੂਮਧਾਮ ਦੇ ਨਾਲ ਮਨਾਉਣਾ ਹੈ। ਸਾਰਿਆਂ ਨੇ ਆਪਣਾ ਟਾਈਮ ਕੱਢ ਕੇ ਆਉਣਾ ਹੈ। ਹੋਰ ਕੱਲ ਦੇ ਜੋ ਲੰਗਰਾਂ ਦੀ ਸੇਵਾ ਹੈ ਉਹ ਸਰਜੀਤ ਸਿੰਘ ਬੋਪਾਰਾਏ ਹਰ ਸਾਲ ਕਈ ਸਾਲਾਂ ਤੋਂ ਲਗਾਤਾਰ ਬਾਹਰ ਬੰਦੀ ਛੋੜ ਦਿਵਸ 'ਤੇ ਸੇਵਾ ਕਰਦੇ ਆ ਰਹੇ ਹਨ। ਤੇ ਜੇ ਉਹਨਾਂ ਦੇ ਜੋ ਬੇਟੇ ਹਨ ਕੁਲਵਿੰਦਰ ਸਿੰਘ, ਉਹ ਹਰ ਹਫਤੇ ਸੇਵਾ ਕਰਦੇ ਹਨ। ਉਹਨਾਂ ਦਾ ਗੁਰੂ ਮਹਾਰਾਜ ਦੇ ਨਾਲ ਬਹੁਤ ਹੀ ਪਿਆਰ ਹੈ, ਗੁਰੂ ਘਰ ਦੇ ਨਾਲ ਬਹੁਤ ਹੀ ਪਿਆਰ ਹੈ। ਜੋ ਸੇਵਾ ਕਰਦਾ ਹੈ ਉਹ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਸੇਵਾ ਕਰਨੀ ਸਿੱਖੀਏ ਤੇ ਗੁਰੂ ਦੇ ਭਾਣੇ ਨੂੰ ਮੰਨੀਏ। ਆਓ ਇੰਨੀਆਂ ਵਿਚਾਰਾਂ ਪਾਉਣ ਕਰਨੀਆਂ, ਬੋਲਦੇ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਜੋ ਕੱਲ ਦੇ ਲੰਗਰਾਂ ਦੀ ਸੇਵਾ ਸਰਜੀਤ ਸਿੰਘ ਬੋਪਾਰਾਏ ਤੇ ਅਕਾਲ ਸੁਸਾਇਟੀ ਵੱਲੋਂ ਹੈ, ਜੋ ਕਿ ਲਗਾਤਾਰ ਕਈਆਂ ਸਾਲਾਂ ਤੋਂ ਸੇਵਾ ਕਰ ਰਹੇ ਹਨ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।